ਲਾਇਬ੍ਰੇਰੀ ਲੁੱਟੀ ਗਈ ਸੀ ਜਾਂ ਫਿਰ ਸਾੜੀ ਗਈ ਸੀ? ਇਹ ਸ਼ੋਰ ਹੈ ਵੀ ਲਾਇਬ੍ਰੇਰੀ ਹੈ ਜਿਹੜੀ ਉਹ ਲੁੱਟ ਕੇ ਲੈ ਗਏ ਨੇ ਆਪ। ਅਲਮਾਰੀਆਂ ਦੇ ਓਲੇ ਬੈਠ ਗਏ ਸਨ ਵੀ ਤਾਂ ਕਿ ਗੋਲੀ ਤੋਂ ਬਚਿਆ ਜਾ ਸਕੇ। ਯਾਨੀ ਕਿ ਤੁਸੀਂ ਗਵਾਹ ਹੋ ਉਸ ਗੱਲ ਦੇ ਕਿ ਅੰਦਰੋਂ ਕੋਈ ਗੋਲੀ ਨਹੀਂ ਅੰਦਰੋਂ ਕੋਈ ਗੋਲੀ ਨਹੀਂ ਚੱਲੀ। ਇਹ ਤਿੰਨਾਂ ਦਾ ਇੱਕੋ ਬੰਦਾ ਕੰਮ ਕਰਦਾ। ਫਿਰ ਹੁਣ ਇਹਦੇ ਵਿੱਚ ਮਤਲਬ ਤੁਹਾਡੇ ਮੁਤਾਬਿਕ ਕਿਹੜੀ ਗੱਲ ਸਹੀ ਹੈ? ਕਹਿੰਦਾ ਮੇਰੇ ਘਰ ਕਿਰਪਾਨ ਪਈ ਹੈ, ਮੇਰੀ ਕੁੜੀ ਨੂੰ ਮਾਰ ਦਿਓ। ਤੁਸੀਂ ਕੀ ਗੱਲ? ਕਹਿੰਦਾ ਫੌਜ ਤਾਂ ਵਧੀਆ ਆ ਰਹੀ ਹੈ। ਉਹ ਕਹਿੰਦੇ ਫਿਰ ਸਭੀ ਉੱਪਰ ਹੱਥ ਕਰਕੇ ਨੀਚੇ ਆ ਜਾਓ। ਮਤਲਬ ਐਸਜੀਪੀਸੀ ਦੀ ਪੂਰੀ ਨਲਾਇਕੀ ਕਹਿ ਸਕਦੇ ਆ। ਤੁਸੀਂ ਜੋ ਮਰਜ਼ੀ ਕਹੀ ਜਾਓ ਜੀ। ਫਿਰ ਉਹਨਾਂ ਨੇ ਕਿਹਾ ਵੀ ਲਿਖੋ ਲਾਇਬ੍ਰੇਰੀ ਵਸੂਲ ਪਾਈ। ਉਹ ਕਹਿੰਦਾ ਮਰ ਜਾਵਾਂਗਾ ਪਰ ਇਹ ਨਹੀਂ ਲਿਖਣਾ। ਸਾਲ 1984 ਨੇ ਸਿੱਖ ਕੌਮ ਨੂੰ ਬੜੇ ਹੀ ਜ਼ਖਮ ਦਿੱਤੇ ਨੇ। ਦੋ ਵੱਡੇ ਜ਼ਖਮ ਮਿਲੇ ਨੇ। ਇੱਕ ਤਾਂ 1984 ਦੇ ਵਿੱਚ ਜਿਹੜਾ ਘੱਲੂਘਾਰਾ ਵਾਪਰਿਆ ਸੀ, ਜਿਸ ਨੂੰ ਸਿੱਖ ਕੌਮ ਤੀਜੇ ਘੱਲੂਘਾਰੇ ਦਾ ਨਾਮ ਦਿੰਦੀ ਹੈ। ਸਿੱਖਾਂ ਦੇ ਮੁਕੱਦਸ ਅਸਥਾਨਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਰਤ ਸਰਕਾਰ ਨੇ ਫੌਜੀ ਹਮਲਾ ਕਰਵਾਇਆ ਸੀ ਤੇ ਉਸ ਤੋਂ ਬਾਅਦ ਫਿਰ ਨਵੰਬਰ ਦੇ ਵਿੱਚ ਜੂਨ 84 ਦਿੱਲੀ ਦੇ ਵਿੱਚ ਵੀ ਵਾਪਰਦੀ ਹੈ। ਸਿੱਖਾਂ ਦਾ ਕਤਲੇਆਮ ਹੁੰਦਾ। ਸਿਰਫ ਦਿੱਲੀ ਨਹੀਂ, ਭਾਰਤ ਦੇ ਕਈ ਸੂਬਿਆਂ ਦੇ ਵਿੱਚ ਇਹ ਕਤਲੇਆਮ ਹੁੰਦਾ। ਸੋ ਹੁਣ ਜੂਨ 84 ਦੇ ਦਿਨ ਚੱਲ ਰਹੇ ਨੇ, 38ਵੀਂ ਬਰਸੀ ਹੈ, ਪਰ ਹਾਲੇ ਤੱਕ ਸਿੱਖ ਕੌਮ ਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਕ ਖਜ਼ਾਨਾ ਜਿਹੜਾ ਲੁੱਟਿਆ ਗਿਆ ਸੀ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਖਜ਼ਾਨਾ, ਉਹ ਲੁੱਟਿਆ ਖਜ਼ਾਨਾ ਕਿੱਥੇ ਹੈ, ਕਦੋਂ ਵਾਪਸ ਮਿਲੂਗਾ, ਕਿੱਥੇ ਰੱਖਿਆ ਹੋਇਆ ਹੈ। ਬਹੁਤ ਸਾਰੇ ਸਵਾਲ ਨੇ। ਜਿਹੜਾ ਵਾਪਸ ਮਿਲਿਆ ਸੀ ਉਹ ਹੁਣ ਕਿੱਥੇ ਗਾਇਬ ਹੋ ਗਿਆ, ਇਸ ਤਰ੍ਹਾਂ ਦੇ ਬੜੇ ਸਾਰੇ ਸਵਾਲ ਨੇ। ਤੇ ਸਾਡੇ ਨਾਲ ਅੱਜ ਬਹੁਤ ਹੀ ਖਾਸ ਮਹਿਮਾਨ ਜੁੜੇ ਨੇ, ਭਾਈ ਹਰਦੀਪ ਸਿੰਘ, ਜਿਹੜੇ ਕਿ ਉਸ ਵੇਲੇ 1984 ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਹਾਇਕ ਲਾਇਬ੍ਰੇਰੀਅਨ ਹੁੰਦੇ ਸੀ। ਜਿਹੜੇ ਮੁੱਖ ਲਾਇਬ੍ਰੇਰੀਅਨ ਸੀ ਭਾਈ ਦਵਿੰਦਰ ਸਿੰਘ ਦੁੱਗਲ ਸੀ ਤੇ ਨਾਲ ਉਹਨਾਂ ਦੇ ਇੱਕ ਸਹਿਯੋਗੀ ਹੁੰਦੇ ਸੀ ਬਲਵਿੰਦਰ ਸਿੰਘ ਬੇਦੀ। ਸੋ 12,000 ਤੋਂ ਵੱਧ ਹੱਥ ਲਿਖਤ ਅਤੇ ਛਪੀਆਂ ਹੋਈਆਂ ਕਿਤਾਬਾਂ ਸਨ, ਪਾਵਨ ਸਰੂਪ ਸਨ, ਹੱਥ ਲਿਖਤ ਹੁਕਮਨਾਮੇ ਸਨ। ਸਿੱਖ ਕੌਮ ਦਾ ਦੁਰਲੱਭ ਖਜ਼ਾਨਾ ਸੀ। ਪਹਿਲੀ ਵਾਰੀ ਸਾਨੂੰ ਜਾਣਕਾਰੀ ਮਿਲੂਗੀ ਉਸ ਸਾਰੇ ਵਾਕਿਆਂ ਨੂੰ ਜਿਨ੍ਹਾਂ ਨੇ ਆਪ ਦੇਖਿਆ ਹੈ, ਕਿਉਂਕਿ ਲਾਇਬ੍ਰੇਰੀ ਦੇ ਵਿੱਚ ਡਿਊਟੀ ਕਰਦੇ ਹੁੰਦੇ ਸੀ। ਜਿੰਨੀ ਜਾਣਕਾਰੀ ਭਾਈ ਹਰਦੀਪ ਸਿੰਘ ਕੋਲ ਹੈ ਉਨੀ ਸ਼ਾਇਦ ਕਿਸੇ ਕੋਲ ਨਹੀਂ ਹੋਣੀ, ਕਿਉਂਕਿ ਭਾਈ ਦਵਿੰਦਰ ਸਿੰਘ ਦੁੱਗਲ ਇਸ ਵਕਤ ਦੁਨੀਆ ਦੇ ਵਿੱਚ ਨਹੀਂ ਰਹੇ। ਭਾਈ ਹਰਦੀਪ ਸਿੰਘ ਸਾਡੇ ਨਾਲ ਜੁੜੇ ਨੇ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਦਾ ਖਾਲਸਾ ਟੀਵੀ ਤੇ। ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਉੱਠਦਾ ਹੈ ਮਨ ਦੇ ਵਿੱਚ, ਕਿਉਂਕਿ ਲੋਕਾਂ ਨੂੰ ਕਨਫਿਊਜ਼ ਕੀਤਾ ਹੋਇਆ ਹੈ ਕਿ ਲਾਇਬ੍ਰੇਰੀ ਲੁੱਟੀ ਗਈ ਸੀ ਜਾਂ ਫਿਰ ਸਾੜੀ ਗਈ ਸੀ। ਤੁਸੀਂ ਕੀ ਦੇਖਿਆ ਵੀ ਲੁੱਟੀ ਗਈ ਸੀ ਕਿ ਸਾੜੀ ਗਈ ਸੀ? ਨਹੀਂ, ਇਹ ਸ਼ੋਰ ਹੈ ਵੀ ਲਾਇਬ੍ਰੇਰੀ ਹੈ ਜਿਹੜੀ ਉਹ ਲੁੱਟ ਕੇ ਲੈ ਗਏ ਨੇ ਆਰਮੀ। ਠੀਕ ਹੈ। ਹਾਂਜੀ, ਆਰਮੀ ਵਾਲੇ ਵੀ ਨਹੀਂ, ਉਹ ਸੀਬੀਆਈ ਵਾਲੇ ਸੀ ਨਾ। ਆਰਮੀ ਸੀਬੀਆਈ ਇੱਕੋ ਚੀਜ਼ ਹੈ, ਉਹ ਰਲ ਗਏ ਸਨ। ਠੀਕ ਹੈ। ਸੀਬੀਆਈ ਦਾ ਕੰਮ ਸੀ ਵੀ ਕਿਤਾਬਾਂ ਦੀ ਨਿਸ਼ਾਨਦੇਹੀ ਕਰਨੀ ਤੇ ਉਹਨਾਂ ਨੂੰ ਚੁਕਵਾਉਣਾ। ਉਹ ਚੁਕਵਾ ਕੇ ਫੌਜੀਆਂ ਰਾਹੀਂ ਉਹ ਲੈ ਗਏ ਸਨ। ਠੀਕ ਹੈ। ਇੱਥੇ ਕੋਈ ਯੂਥ ਹੋਸਟਲ ਹੈ, ਉਹਦੇ ਵਿੱਚੋਂ ਉਹਨਾਂ ਨੇ ਉੱਥੇ ਲੈ ਗਏ ਸਨ ਕਿਤਾਬਾਂ। ਠੀਕ ਹੈ। ਕਿਤਾਬਾਂ ਤੇ ਮਹਾਰਾਜ ਦੇ ਸਰੂਪ। ਤਾਂ ਭਾਈ ਸਾਹਿਬ, ਇੱਕ ਗੱਲ ਤਾਂ ਤੁਸੀਂ ਕਲੀਅਰ ਕਰ ਦਿੱਤੀ ਹੈ ਕਿ ਲਾਇਬ੍ਰੇਰੀ ਸਾੜੀ ਨਹੀਂ ਗਈ ਸੀ, ਲੁੱਟੀ ਗਈ ਸੀ। ਤੇ ਤੁਸੀਂ ਜੋ ਉਹ ਵਾਕਿਆ ਦੇਖਿਆ ਹੈ ਆਪਣੀਆਂ ਅੱਖਾਂ ਦੇ ਨਾਲ 1 ਤੋਂ ਲੈ ਕੇ 6 ਜੂਨ ਤੱਕ, ਕੱਲੀ ਲਾਇਬ੍ਰੇਰੀ ਦੀ ਜੇ ਆਪਾਂ ਗੱਲ ਕਰ ਲਈਏ, ਕੀ ਕੁਝ ਵਾਪਰਿਆ ਸੀ? ਬੇਨਤੀ ਹੈ ਵੀ ਜਿਹੜੀ 1 ਤਰੀਕ ਦੁਪਹਿਰ ਨੂੰ ਗੋਲੀ ਚੱਲੀ ਹੈ, ਉਹਦਾ ਟਾਈਮ ਹੈ ਤਕਰੀਬਨ 12:30 ਦੇ ਨੇੜੇ ਤੇੜੇ। 12:30 ਵਜੇ ਜਦੋਂ ਗੋਲੀ ਸ਼ੁਰੂ ਹੁੰਦੀ ਹੈ ਤਾਂ ਅਸੀਂ ਇੱਕਦਮ, ਮੈਂ ਅਤੇ ਦਵਿੰਦਰ ਸਿੰਘ ਦੁੱਗਲ ਤੇ ਬਲਬੀਰ ਸਿੰਘ ਫੁੱਲ ਲਾਇਬ੍ਰੇਰੀਅਨ, ਹੈੱਡ ਲਾਇਬ੍ਰੇਰੀਅਨ, ਅਤੇ ਬਲਵਿੰਦਰ ਸਿੰਘ ਬੇਦੀ, ਉਹ ਸੇਵਾਦਾਰ ਸਨ। ਠੀਕ ਹੈ। ਅਸੀਂ ਸਾਰੇ ਇਕੱਠੇ ਤੇ ਬੀਬੀ ਗੁਰਸ਼ਰਨ ਕੌਰ ਜੀ, ਅਸੀਂ ਸਾਰੇ ਜਿਹੜਾ ਬਗੀਚਾ ਸਿੰਘ ਦਾ ਇੱਕ ਨਾਲ ਦਾ ਹਾਲ ਹੈ, ਉਹਦੇ ਵਿੱਚ ਅਸੀਂ ਬੈਠੇ ਸਾਂ, ਅਲਮਾਰੀਆਂ ਦੇ ਉਹਲੇ ਜੀ। ਇਹ ਅਸੀਂ ਬੈਠੇ ਰਹੇ ਹਾਂ ਜੀ 6-7 ਘੰਟੇ।
ਤੁਸੀਂ ਕਿਹਾ ਬਗੀਚਾ ਸਿੰਘ ਦੇ ਨਾਲ ਵਾਲਾ ਹਾਲ, ਇਹ ਤਾਂ ਇਹ ਅੱਜ ਦੀ ਗੱਲ ਕਰ ਰਹੇ ਹੋ ਤੁਸੀਂ? ਨਾ, ਬਗੀਚਾ ਸਿੰਘ ਦਾ ਜਿਹੜਾ ਹੁਣ ਹਾਲ ਹੈ ਵੱਡਾ, ਹਾਂਜੀ, ਉਹਦੇ ਬਿਲਕੁਲ ਨਾਲ ਦਾ ਹਾਲ ਹੈ, ਠੀਕ ਛੋਟਾ ਹੈ। ਹਾਲ। ਪਹਿਲਾਂ ਅੱਛਾ ਲਾਇਬ੍ਰੇਰੀ ਇੱਥੇ ਹੀ ਹੁੰਦੀ ਸੀ? ਨਾ, ਲਾਇਬ੍ਰੇਰੀ ਇੱਥੇ ਸੀ ਜਿੱਥੇ ਹੁਣ ਹੈ। ਠੀਕ ਹੈ। ਉੱਥੇ ਪੰਜਾਬੀ ਸੈਕਸ਼ਨ ਸੀ, ਇਧਰ ਅੰਗਰੇਜ਼ੀ ਸੈਕਸ਼ਨ, ਅੰਗਰੇਜ਼ੀ, ਹਿੰਦੀ, ਉਰਦੂ ਸਾਰਾ ਇਸੇ ਪਾਸੇ ਸੀ। ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਵਾਲੇ ਪਾਸੇ ਖੁੱਲਦੀ ਸੀ ਨਾ, ਪਰਿਸਰ ਚ ਇੱਧਰ ਹੀ ਖੁੱਲਦੀ ਸੀ? ਹਾਂ, ਇਧਰ ਹੀ ਖੁੱਲਦੀ ਸੀ। ਠੀਕ ਹੈ, ਹਾਂਜੀ, ਠੀਕ ਹਾਂਜੀ। ਤੇ ਅਸੀਂ ਸਾਰੇ ਇਹ ਸਟਾਫ ਦੇ ਮੈਂਬਰ ਅਲਮਾਰੀਆਂ ਦੇ ਓਲੇ ਬੈਠ ਗਏ ਸਾਂ ਵੀ ਤਾਂ ਕਿ ਗੋਲੀ ਤੋਂ ਬਚਿਆ ਜਾ ਸਕੇ। ਅੱਛਾ। ਦਵਿੰਦਰ ਸਿੰਘ ਦੁੱਗਲ ਲਗਾਤਾਰ ਚੌਪਈ ਸਾਹਿਬ ਦਾ ਪਾਠ ਕਰਦੇ ਸਨ ਤੇ ਪਾਠ ਕਰਦੇ ਕਰਦੇ ਕਦੇ ਕਦੇ ਕਹਿੰਦੇ ਸਨ ਵੀ ਹਰਦੀਪ ਸਿੰਘ, ਹੁਣ ਇਹ ਗੌਰਮੈਂਟ ਜਿਹੜੀ ਇਹਦੀ ਜਿਹੜੀ ਮਤਲਬ ਆਖਰੀ ਨਿਸ਼ਾਨੀ ਹੈ, ਇਹ ਸਾਨੂੰ ਵੀ ਖਰਾਬ ਕਰੇਗੀ ਤੇ ਆਪ ਵੀ ਇਹਦੇ ਆਖਰੀ ਦਿਨ ਹੋਣਗੇ ਜੀ। ਇਹਦੇ ਮਤਲਬ ਕੀ ਕਹਿੰਦੇ ਹੁੰਦੇ ਆ, ਜਿਵੇਂ ਵੀ ਬਿਲਕੁਲ ਇਹਦੀ ਹੁਣ ਅੱਤ ਹੋ ਗਈ। ਹਾਂ, ਡਾਊਨਫਾਲ ਹੈ ਇਹਦਾ ਜੀ, ਇਹਦਾ ਡਾਊਨਫਾਲ ਹੈ ਵੀ ਇਸ ਤਰ੍ਹਾਂ ਗੋਲੀਆਂ ਅੰਨ੍ਹੇਵਾਹ ਚਲਾਉਣੀਆਂ। ਦੇਖੋ ਉਸ ਦਿਨ ਫਿਰ ਅੰਦਰ ਪਰਿਕਰਮਾ 'ਚ ਵੀ ਕਾਫੀ ਸਿੰਘ ਸ਼ਹੀਦ ਹੋ ਗਏ ਸੀ, 7-8 ਜਣੇ ਸਿੰਘ ਸ਼ਹੀਦ ਹੋ ਗਏ ਸਨ ਜੀ। ਤੁਸੀਂ ਆਪਣੀਆਂ ਅੱਖਾਂ ਨਾਲ ਕੀ ਕੁਛ? ਨਹੀਂ, ਅਸੀਂ ਆਪਣੇ ਲਾਇਬ੍ਰੇਰੀ ਦੇ ਵਿੱਚ ਹੀ ਰਹੇ ਹਾਂ। ਲਾਇਬ੍ਰੇਰੀ ਦੇ ਵਿੱਚੋਂ ਇੱਕ ਖਿੜਕੀ ਖੋਲ੍ਹਤੀ ਕਿਸੇ ਨੇ, ਛੋਟੀ ਜਿਹੀ ਖਿੜਕੀ ਥੋੜੀ ਜਿਹੀ ਖੋਲ੍ਹੀ ਸੀ। ਅੱਛਾ। ਉਹਦੇ ਵਿੱਚੋਂ ਇੱਕ ਗੋਲੀ ਲੰਘ ਕੇ 3-4 ਅਲਮਾਰੀਆਂ ਦੇ ਵਿੱਚੋਂ ਲੰਘਦੀ ਹੋਈ ਉਹ ਅਗਾਂਹ ਲੰਘੀ ਜੀ। ਅੱਛਾ। ਤੇ ਵੱਜਿਆ, ਨੁਕਸਾਨ ਨਹੀਂ ਕਿਸੇ ਦਾ ਹੋਇਆ, ਸਾਡਾ ਕਿਸੇ ਦਾ। ਤੇ ਤੁਹਾਨੂੰ ਉਦੋਂ ਪਤਾ ਲੱਗਿਆ ਸੀ ਜਦੋਂ ਗੋਲੀਆਂ ਸ਼ੁਰੂ ਹੋ ਗਈਆਂ ਚੱਲਣੀਆਂ ਕਿ ਫੌਜ ਆ ਚੁੱਕੀ ਹੈ, ਜਾਂ ਫੌਜ ਪਹਿਲਾਂ ਹੀ ਆ ਗਈ ਸੀ? ਨਹੀਂ, ਫੌਜ ਤੇ ਬਾਅਦ ਚ ਆਈ ਹੈ। ਇਹ 1 ਜੂਨ ਨੂੰ ਸਿਰਫ CRPF ਨੇ ਗੋਲੀ ਚਲਾਈ ਹੈ ਜੀ। ਠੀਕ ਹੈ। ਸਿਰਫ ਇਹ ਵੇਖਣ ਵਾਸਤੇ ਵੀ ਅੰਦਰਲਿਆਂ ਕੋਲ ਜਾਂ ਪਿੰਡਰਾਂ ਵਾਲਿਆਂ ਕੋਲ ਕਿਹੜੇ ਕਿਹੜੇ ਹਥਿਆਰ ਨੇ। ਅੰਨ੍ਹੇਵਾਹ ਗੋਲੀ ਚਲਾਈ? ਹਾਂ, ਅੰਨ੍ਹੇਵਾਹ ਗੋਲੀ ਚਲਾਈ, ਪਰ ਉਸ ਦਾ ਜਵਾਬ ਸੀ ਜਿਹੜਾ ਅੰਦਰੋਂ ਪਿੰਡਰਾਂ ਵਾਲੇ ਨੇ ਜਵਾਬ ਨਹੀਂ ਦਿੱਤਾ, ਕਿਸੇ ਵੀ ਸਿੰਘ ਨੇ ਜਵਾਬ ਨਹੀਂ ਦਿੱਤਾ। ਠੀਕ ਹੈ। ਪਰ ਜਦੋਂ ਅਸੀਂ 1 ਤਰੀਕ ਤੋਂ ਬਾਅਦ 2 ਤਰੀਕ ਨੂੰ ਅਖਬਾਰ ਵੇਖਦੇ ਹਾਂ, ਅਖਬਾਰ ਵਿੱਚ ਉਲਟ ਹੈ ਕਿ ਪਿੰਡਰਾਂ ਵਾਲੇ ਦੇ ਬੰਦਿਆਂ ਨੇ ਅੰਨ੍ਹੇਵਾਹ CRPF ਦੇ ਗੋਲੀ ਚਲਾਈ ਜੀ। ਉਹ ਖਬਰ ਝੂਠ ਦੇ ਰਹੇ ਹੈ। ਯਾਨੀ ਕਿ ਤੁਸੀਂ ਗਵਾਹ ਉਸ ਗੱਲ ਦੇ ਕਿ ਅੰਦਰੋਂ ਕੋਈ ਗੋਲੀ ਨਹੀਂ? ਅੰਦਰੋਂ ਕੋਈ ਗੋਲੀ ਨਹੀਂ ਚੱਲੀ ਜੀ। ਠੀਕ ਹੈ। ਤੇ ਅੱਛਾ, ਪੂਰਾ ਦਿਨ ਫਿਰ ਤੁਸੀਂ ਭਾਈ ਸਾਹਿਬ ਉੱਥੇ? ਅਸੀਂ ਉਸੇ ਦਿਨ ਉੱਥੇ 7 ਵਜੇ ਤੱਕ ਬੈਠੇ ਰਹੇ ਹਾਂ ਜੀ, ਉਸੇ ਤਰ੍ਹਾਂ ਲੁੱਕ ਕੇ? ਹਾਂਜੀ। 7 ਵਜੇ ਤੋਂ ਬਾਅਦ ਫਿਰ ਅਸੀਂ ਆਪਣੇ ਆਪਣੇ ਘਰਾਂ ਨੂੰ ਆ ਗਏ ਹਾਂ ਜੀ। ਨਹੀਂ, ਤੁਸੀਂ ਬਾਹਰ ਨਿਕਲੇ, ਸੇਫ ਸੀਗਾ? ਹਾਂ, ਬਾਹਰ ਬਿਲਕੁਲ ਸੇਫ ਸੀ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਸੀ। ਮੇਰਾ ਰਹਿائش ਸੀਗੀ ਜੀ ਮਹੰਤ ਮੂਲ ਸਿੰਘ ਦਾ ਬੁੰਗਾ, ਜੋ ਅੱਜ ਕੱਲ੍ਹ ਮਾਤਾ ਗੰਗਾ ਜੀ ਨਿਵਾਸ ਹਨ। ਹਾਂਜੀ ਹਾਂਜੀ। ਇਹਦੇ ਬਿਲਕੁਲ ਬੈਕ ਤੇ, ਹੁਣ ਪਿੱਛੇ। ਹੁਣ ਵੀ ਹੈ? ਨਾ, ਹੁਣ ਨਹੀਂ ਹੈ। ਮਤਲਬ ਮਾਤਾ ਗੰਗਾ ਜੀ ਨਿਵਾਸ ਦੇ ਪਿਛਲੇ ਪਾਸੇ ਤੇ ਜਿਹੜਾ ਮੰਜੀ ਸਾਹਿਬ ਹੈ ਇਹਦੇ ਵੀ ਪਿਛਲੇ ਪਾਸੇ। ਠੀਕ ਹੈ। ਹਾਂਜੀ, ਇਹਦੇ ਬਿਲਕੁਲ ਪਿਛਲੇ ਪਾਸੇ। ਉੱਥੇ ਤੁਸੀਂ ਰਿਹਾ ਕਰਦੇ ਸੀ? ਅਸੀਂ ਉੱਥੇ ਆ ਗਏ ਜੀ ਫਿਰ। ਹਾਂਜੀ। ਪਰ ਦੁੱਗਲ ਸਾਹਿਬ ਨੇ ਜ਼ੋਰ ਬਹੁਤ ਲਾਇਆ ਵੀ ਹਰਦੀਪ ਆਪਾਂ ਇੱਥੇ ਹੀ ਰਹੀਏ, ਵੀ ਰਾਤ ਨੂੰ ਕੋਈ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਵੀ ਲਾਇਬ੍ਰੇਰੀ 'ਚ ਰਹੀਏ। ਹਾਂ, ਇੱਥੇ ਹੀ ਰਹੀਏ ਜੀ। ਠੀਕ ਹੈ। ਹੁਣ ਅੱਗੇ ਆ ਜਾਂਦੀ ਹੈ 2 ਤਰੀਕ। ਨਹੀਂ, ਫਿਰ ਤੁਸੀਂ ਉੱਥੇ ਤੁਸੀਂ ਮਨਾ ਕਰਤਾ ਵੀ ਆਪਾਂ ਨਹੀਂ ਰਹਿਣਾ? ਹਾਂ, ਨਹੀਂ ਜੀ, ਉੱਥੇ ਨਹੀਂ ਸੀ ਰਹਿਣਾ, ਕਿਉਂ ਉੱਥੇ ਹਾਲਾਤ ਠੀਕ ਨਹੀਂ ਸਨ। ਠੀਕ ਹੈ। ਫਿਰ 2 ਤਰੀਕ ਨੂੰ ਅਸੀਂ ਮਤਲਬ ਦਫ਼ਤਰ ਗਏ ਹਾਂ ਜੀ। 2 ਤਰੀਕ ਨੂੰ ਬਾਅਦ ਦੁਪਹਿਰ ਟੌੜਾ ਸਾਹਿਬ ਮੈਨੂੰ ਭੇਜਦੇ ਆ ਵੀ ਜਾਓ ਦੇਖੋ ਵੀ ਟੌੜਾ ਸਾਹਿਬ ਆਏ ਨੇ, ਨਾ ਆਪਣੇ ਦੁੱਗਲ ਸਾਹਿਬ ਭੇਜਦੇ ਆ ਵੀ ਟੌੜਾ ਸਾਹਿਬ ਆਏ ਨੇ। ਅੱਛਾ। ਤੇ ਮੈਂ ਪਤਾ ਕਰਦਾ ਵੀ ਹਾਂ ਆਏ ਨੇ। ਦੁੱਗਲ ਸਾਹਿਬ ਉੱਥੇ ਗਏ ਨੇ, ਵੀ ਦੱਸਦੇ ਗੋਲੀਆਂ ਗਾਲੀਆਂ ਕਾਫੀ ਲੱਗੀਆਂ ਨੇ ਦਰਬਾਰ ਸਾਹਿਬ ਨੂੰ। ਟੌੜਾ ਸਾਹਿਬ ਆਪ ਵੀ ਆਉਂਦੇ ਆ। ਦੇਖ ਕੇ ਉਹਨਾਂ ਨੇ ਦੁੱਗਲ ਸਾਹਿਬ ਨੂੰ ਇੱਕ ਤਾਕੀਦ ਹੀ ਸਮਝ ਲਓ, ਉਹਨਾਂ ਨੇ ਬੜੇ ਠੋਕਵੇਂ ਲਫ਼ਜ਼ਾਂ 'ਚ ਕਿਹਾ ਵੀ ਦੁੱਗਲ ਸਾਹਿਬ ਇੱਕ ਇਹੋ ਜਿਹੀ ਚਿੱਠੀ ਲਿਖ ਜਿਹੜੀ ਬਹਿਰੀ ਸਰਕਾਰ ਦੇ ਕੰਨ ਖੋਲ ਲਵੇ। ਅੱਛਾ। ਤੇ ਉਹ ਜਿਹੜੀ ਚਿੱਠੀ ਸੀ ਦਵਿੰਦਰ ਸਿੰਘ ਦੁੱਗਲ ਨੇ ਫਿਰ 3 ਤਰੀਕ ਨੂੰ ਲਿਖੀ ਹੈ ਜੀ। ਅੱਛਾ। 3 ਤਰੀਕ ਨੂੰ ਲਿਖ ਕੇ ਜੀ ਉਹਨੂੰ ਫਿਰ ਟਾਈਪ ਕੀਤਾ ਉਹਨਾਂ ਨੇ ਆਪੇ ਹੀ ਜੀ। ਅੱਛਾ। ਉਹ ਆਪੇ ਜਿਹੜੀ ਚਿੱਠੀ ਆ ਉਹਨਾਂ ਨੇ ਆਪੇ ਇਹਨਾਂ ਨੂੰ ਟੌੜਾ ਸਾਹਿਬ ਨੂੰ ਭੇਜੀ। ਟੌੜਾ ਸਾਹਿਬ ਨੇ ਅਗਾਂਹ ਸੈਂਟਰ ਸਰਕਾਰ, ਹਾਂ, ਡਾਕ ਰਾਹੀਂ ਭੇਜੀ। ਉਹ ਚਿੱਠੀ ਜੇ ਤੁਸੀਂ ਪੜ੍ਹਨੀ ਹੈ ਅੱਜ ਵੀ, ਉਹ ਹੈਗੀ ਡੈਰੀ ਦੇ ਪੰਨੇ ਕਿਤਾਬ। ਉਹਦੇ ਵਿੱਚ ਹੈ, ਜਿਹੜੀ ਤਾਂ ਪੁਰਾਤਨ ਕਾਪੀ ਹੈ ਉਹਦੇ ਵਿੱਚ ਅੰਗਰੇਜ਼ੀ 'ਚ ਹੈ, ਜਿਹੜੀ ਨਵੀਂ ਉਹ ਕਾਪੀ ਛਾਪੀਆਂ ਨੇ ਉਹ ਨਾਨਕ ਸਿੰਘ ਪੁਸਤਕ ਮਾਲਾ, ਉਹਨਾਂ ਦੇ ਵਿੱਚ ਉਹ ਪੰਜਾਬੀ 'ਚ ਚਿੱਠੀ। ਠੀਕ ਹੈ। ਤੇ ਉਹ 'ਚ ਕਿੰਨੇ ਕੁ ਫਿਰ ਤੁਹਾਨੂੰ ਯਾਦ ਹੈ ਉਹ ਚਿੱਠੀ 'ਚ ਕੀ ਲਿਖਿਆ ਸੀਗਾ? ਨਹੀਂ, ਇੰਨਾ ਤਾਂ ਨਾ ਹੀ ਮੈਨੂੰ ਯਾਦ ਹੈ, ਇੰਨਾ ਹੀ ਲਿਖਿਆ ਸੀ ਵੀ ਤੁਸੀਂ ਜਿਹੜਾ ਸਾਡਾ ਹਰਮੰਦਰ ਹੈ ਉਹਦੇ ਸੋਹਣੇ ਮੱਥੇ ਉੱਤੇ ਮਤਲਬ ਘੱਟੋ ਘੱਟ 50-60 ਗੋਲੀਆਂ ਵੱਜੀਆਂ ਨੇ, ਇਹੋ ਜਿਹੀਆਂ ਗੱਲਾਂ ਲਿਖੀਆਂ ਸੀ। ਠੀਕ ਹੈ, ਵੀ ਇਹਨੂੰ ਬੰਦ ਕਰੋ। ਹਾਂ, ਵੀ ਤੁਸੀਂ ਅੱਗ ਨਾਲ ਖੇਡ ਰਹੇ ਹੋ, ਇਹੋ ਜਿਹੀਆਂ ਕਾਫੀ ਗੱਲਾਂ ਸਨ। ਠੀਕ ਹੈ। ਹਾਂਜੀ। ਉਸ ਤੋਂ ਬਾਅਦ ਫਿਰ 3
ਤਰੀਕ ਨੂੰ ਵੀ ਆਪਾਂ ਉੱਥੇ ਹੀ ਰਹੇ ਆ, ਮੈਨੂੰ ਦੁੱਗਲ ਸਾਹਿਬ ਨੇ ਰੱਖ ਲਿਆ ਸੀ। 2 ਤਰੀਕ ਨੂੰ ਮਤਲਬ ਉਹ 2 ਤਰੀਕ ਨੂੰ ਵੀ ਤੁਸੀਂ ਲਾਇਬ੍ਰੇਰੀ 'ਚ ਡਿਊਟੀ ਨਿਭਾਈ ਆ? ਹਾਂ 2 ਨੂੰ ਅਸੀਂ ਡਿਊਟੀ ਨਿਭਾਈ ਹੈ। ਉਸ ਦਿਨ ਕੋਈ ਗੋਲੀ ਨਹੀਂ, ਉਸ ਦਿਨ ਕੋਈ ਗੋਲੀ ਚੱਲੀ ਨਹੀਂ। 3 ਨੂੰ ਕੋਈ ਗੋਲੀ ਨਹੀਂ ਚੱਲੀ। 3 ਦੀ ਦੁਪਹਿਰ ਨੂੰ ਮੈਂ ਤੇ ਬਲਬੀਰ ਸਿੰਘ ਨੇ ਕੁਝ ਡਾਕੂਮੈਂਟਸ ਐਸੇ ਹੁੰਦੇ ਆ ਜਿਹੜੇ ਸਾਨੂੰ ਡਰ ਹੁੰਦਾ ਸੀ ਵੀ ਜਿਹੜੇ ਮੁੰਡੇ ਬਾਹਰ ਫਿਰਦੇ ਆ ਕਿਤੇ ਲਾਇਬ੍ਰੇਰੀ ਦੇ ਤਾਲੇ ਤੋੜ ਕੇ ਇਹ ਕੱਢ ਨਾ ਲੈਣ, ਜਿਵੇਂ ਐਕਸੈਸ਼ਨ ਰਜਿਸਟਰ ਲਾਇਬ੍ਰੇਰੀ ਦੇ। ਠੀਕ ਹੈ। ਉਹ ਅਸੀਂ ਬਿਲਕੁਲ ਹਾਲ ਦੇ ਅੰਦਰ ਕਿਸੇ ਅਲਮਾਰੀ ਦੀ ਨੁੱਕਰ 'ਚ ਹੇਠਲੇ ਖਾਨੇ 'ਚ ਉਹ ਅਸੀਂ ਛੁਪਾ ਜਾਂਦੇ ਸੀ। ਸਾਨੂੰ ਉਹਨਾਂ ਦਾ ਹੀ ਜ਼ਿਆਦਾ ਹੁੰਦਾ ਸੀ। ਕਿੰਨੇ ਸੀਗੇ ਰਜਿਸਟਰ? ਉਹ 3 ਜੀ। ਇੱਕ ਹੁੰਦਾ 1 ਨੰਬਰ ਤੋਂ ਲੈ ਕੇ 5000 ਤੱਕ, ਦੂਸਰਾ 5001 ਤੋਂ 10000, ਤੀਸਰਾ ਹੈ 10001 ਤੋਂ ਲੈ ਕੇ ਜਿੰਨਾ ਉਹ ਚਾਲੂ ਸੀ 12600 ਸੀ ਕੁਝ 613। ਹਾਂ 613 ਇੰਨਾ ਕੀ ਸੀ ਕੁਝ ਕਿਤਾਬਾਂ। ਇਹ ਟੋਟਲ ਸੀ ਹਾਂ, ਇਹ ਉਸ ਸਮੇਂ ਜੂਨ 84 ਤੱਕ 12613 ਕਿਤਾਬਾਂ ਸੀ। ਠੀਕ ਹੈ। ਹਾਂਜੀ। ਸੋ 3 ਤਰੀਕ ਤੱਕ ਫਿਰ ਸ਼ਾਂਤੀ ਰਹੀ ਹੈ? ਹਾਂ 3 ਤਰੀਕ ਤੱਕ ਸ਼ਾਂਤੀ ਰਹੀ ਹੈ। ਦੁਪਹਿਰ ਦੀ ਤੁਸੀਂ ਗੱਲ ਕਰ ਰਹੇ ਸੀ? ਹਾਂ 3 ਤਰੀਕ, ਹਾਂਜੀ। ਜੀ। ਫਿਰ 3 ਸ਼ਾਮ ਨੂੰ ਫਿਰ ਮੈਨੂੰ ਦੁੱਗਲ ਸਾਹਿਬ ਨੇ ਕਿਹਾ ਵੀ ਆਪਾਂ ਇੱਥੇ ਹੀ ਰਹਿਣਾ। ਫਿਰ ਮੈਂ ਦੁੱਗਲ ਸਾਹਿਬ ਕੋਲ ਰਹਿ ਪਿਆ 3 ਤਰੀਕ ਸ਼ਾਮ ਨੂੰ ਜੀ। ਮਤਲਬ ਦਵਿੰਦਰ ਸਿੰਘ ਦੁੱਗਲ ਹੋਣਾ ਤਾਂ ਲਾਇਬ੍ਰੇਰੀ ਦੇ ਵਿੱਚ ਹੀ ਰਹੇ 1 ਤਰੀਕ ਤੋਂ ਲੈ ਕੇ? ਹਾਂ ਬਿਲਕੁਲ ਨਾਲ ਹੀ ਉਹਨਾਂ ਦਾ ਕੁਆਟਰ ਸੀ, ਬਿਲਕੁਲ ਨਾਲ ਹੀ। ਠੀਕ ਹੈ। ਉਹ ਉੱਥੇ ਹੀ ਉਹਨਾਂ ਨੇ ਮੈਨੂੰ ਰੱਖ ਲਿਆ ਵੀ ਇੱਥੇ ਹੀ ਆ ਜਾਓ, ਵੀ ਇੱਥੇ ਕੋਈ ਪਤਾ ਨਹੀਂ ਕੀ ਹੋਣਾ ਕੀ ਨਹੀਂ, ਤੇ ਆਪਾਂ ਜੇ ਬਚ ਗਏ ਤਾਂ ਲਿਖਾਂਗੇ, ਨਹੀਂ ਤੇ ਵੀ ਠੀਕ ਠਾਕ ਹੈ। ਅੱਛਾ। ਹਾਂਜੀ। ਫਿਰ ਆ ਗਈ 4 ਤਰੀਕ। 4 ਨੂੰ 4:40 ਤੇ ਪਹਿਲਾ ਜਿਹੜਾ ਗੋਲਾ ਹੈ ਉਹ ਅਕਾਲ ਤਖਤ ਤੇ ਡਿੱਗਿਆ ਤੜਕੇ। ਹਾਂਜੀ। ਉਸ ਤੋਂ ਬਾਅਦ ਫਿਰ ਜਿਹੜੀ ਗੋਲੀ ਸੀ ਉਹ ਰੁਕਣ ਦਾ ਨਾਂ ਨਹੀਂ ਸੀ ਲੈਂਦੀ। ਮੈਂ ਦੁੱਗਲ ਸਾਹਿਬ ਨੂੰ ਛੱਡ ਦਿੱਤਾ 4 ਤਰੀਕ ਸ਼ਾਮ ਨੂੰ ਹਨੇਰੇ ਹੋਏ। ਅੱਛਾ। ਹਾਂ 4 ਤਰੀਕ ਨੂੰ ਵਰਦੀਆਂ ਗੋਲੀਆਂ 'ਚ, ਮਤਲਬ ਜਿਹੜੀ ਆਰਮੀ ਸੀ ਉਹ ਸਿਵਲ ਥੱਲੇ ਨਹੀਂ ਸੀ, ਜ਼ਮੀਨ ਤੇ ਨਹੀਂ ਸੀ, ਉਹ ਉੱਪਰ ਹੀ ਸੀ ਕਿਤੇ ਚਵਾਰਿਆਂ ਚਬੂਰੀਆਂ 'ਚ ਬਿਲਡਿੰਗਾਂ 'ਚ ਦਿਖਦੀ ਨਹੀਂ ਸੀ। ਹਾਂ ਨਹੀਂ। ਉਹ ਤਾਂ ਫਿਰ ਹੌਲੀ ਹੌਲੀ 4 ਤੋਂ ਬਾਅਦ 5, 5 ਤੋਂ ਬਾਅਦ 6, ਮਤਲਬ 5 ਦੀ ਰਾਤ ਨੂੰ ਟੈਂਕ ਟੁੰਕ ਆ ਗਏ ਇੱਧਰ, ਉਹ ਜੇ ਹੋ ਗਿਆ। ਹਾਂਜੀ। ਹੁਣ ਜਿਹੜੀ ਲਾਇਬ੍ਰੇਰੀ ਦੀ ਗੱਲ ਹੈ, ਕਿਉਂ ਮੇਰਾ ਫੀਲਡ ਹੈ ਲਾਇਬ੍ਰੇਰੀ ਜੀ, ਕਿਉਂ ਮੈਂ ਅੰਦਰ ਘੱਟ ਤੇ ਬਾਹਰ ਜ਼ਿਆਦਾ ਰਿਹਾ ਜੀ। ਹੁਣ ਜਿਹੜੀ 6 ਦੀ ਮੈਂ ਦੁੱਗਲ ਦੇ ਘਰੋਂ 4 ਨੂੰ ਆ ਗਿਆ ਜੀ। ਤੁਸੀਂ ਉਹਨਾਂ ਨੂੰ ਕਿਉਂ ਛੱਡ ਕੇ ਆਏ ਘਰੇ? ਕਿੱਥੇ ਛੱਡ ਕੇ ਆਏ? ਉਹ ਇਸ ਕਰਕੇ ਵੀ ਇੱਥੇ ਦਾ ਕੋਈ ਪਤਾ ਨਹੀਂ। ਹੁਣ ਜਿਹਦੇ 4 ਨੂੰ ਗੋਲੀ ਚੱਲਦੀ ਹੈ, ਉਹ ਸਾਰਾ ਦਿਨ ਚੱਲਦੀ ਰਹੀ ਹੈ, ਰਾਤ ਨੂੰ ਕੀ ਹੋਣਾ ਇੱਥੇ ਕੋਈ ਪਤਾ ਨਹੀਂ। ਮੈਂ ਉਹਨਾਂ ਨੂੰ ਛੱਡ ਕੇ ਆ ਗਿਆ। ਮੈਂ ਉਹਨਾਂ ਨੂੰ ਕਹਿੰਦਾ ਵੀ ਰਿਹਾ ਵੀ ਆਪਾਂ ਉੱਥੇ ਚੱਲਦੇ ਹਾਂ, ਉੱਥੋਂ ਆਪਾਂ ਸੱਜੇ ਖੱਬੇ ਕਿਧਰੇ ਹੋ ਜਾਾਂਗੇ, ਹੈ ਜੀ। ਚਲੋ ਉਹ ਨਹੀਂ ਆਏ, ਉਹ ਉੱਥੇ ਰਹੇ ਜੀ, ਉਹਨਾਂ ਦੀ ਮੈਸੇਜ ਵੀ ਤੇ ਉਹ ਆਪ ਵੀ। ਠੀਕ ਹੈ। ਉਹ ਤੋਂ ਬਾਅਦ ਦੇਖੋ ਦਵਿੰਦਰ ਸਿੰਘ ਦੁੱਗਲ 6 ਤਰੀਕ ਸ਼ਾਮ ਨੂੰ ਲਾਇਬ੍ਰੇਰੀ ਬਿਲਕੁਲ ਸਹੀ ਹੋਣ ਦਾ ਹਵਾਲਾ ਦਿੰਦੇ ਆ। ਉਹ ਉਹਨਾਂ ਦੀ ਕਿਤਾਬ ਹੈਗੀ ਇੱਕ, ਸ਼ਾਇਦ ਰਾਹੀ ਹੈ ਕੋਈ ਜੀ, ਤੀਜਾ ਘੱਲੂਘਾਰਾ। ਠੀਕ ਹੈ। ਉਹ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੇ ਬਿਆਨ ਦਰਜ ਕਰਾਏ। ਖਿੰਡਠਾ ਹਾਲ ਆ ਜਾਂਦਾ ਇਹ ਇੱਥੇ ਆ ਜਾਂਦਾ ਵੀ 1 ਜੂਨ 84 ਨੂੰ 12:30 ਦਿਨ ਦੇ ਇੱਕਦਮ ਫਾਇਰਿੰਗ ਸ਼ੁਰੂ ਕਰ ਦਿੱਤੀ। 7 ਘੰਟੇ ਭਾਵ ਰਾਤ ਦੇ 8 ਵਜੇ ਤੱਕ ਲਗਾਤਾਰ ਫਾਇਰਿੰਗ ਕਰਦੇ ਰਹੇ। ਫਾਇਰਿੰਗ ਵਿੱਚ ਮੁੱਖ ਤੌਰ ਤੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਈ ਰੱਖਿਆ, ਆਰਮੀ ਨੇ। ਮੈਂ ਉਸ ਵੇਲੇ ਆਪਣੇ ਸਟਾਫ ਨਾਲ ਲਾਇਬ੍ਰੇਰੀ ਵਿੱਚ ਸੀ। ਜਦ ਸਾਡੀ ਲਾਇਬ੍ਰੇਰੀ ਵਿੱਚ ਗੋਲੀਆਂ ਆਈਆਂ, ਮੈਂ ਸਟਾਫ ਨੂੰ ਸਟੀਲ ਦੀਆਂ ਅਲਮਾਰੀਆਂ ਦੀ ਓਟ ਲੈ ਕੇ ਬੈਠ ਗਿਆ। ਇੱਕ ਗੋਲੀ ਤਾਂ 3 ਅਲਮਾਰੀਆਂ ਵਿੱਚੋਂ ਲੰਘ ਕੇ ਚੌਥੀ ਅਲਮਾਰੀ ਵਿੱਚ ਵੀ ਜਾ ਲੱਗੀ ਜੀ। ਅਸੀਂ ਵਾਲ-ਵਾਲ ਬਚ ਗਏ। ਇਹ ਫਾਇਰਿੰਗ ਉਹਨਾਂ ਬਿਨਾਂ ਕਿਸੇ ਵਾਰਨਿੰਗ ਦੇ ਬਗੈਰ ਹੀ ਸ਼ੁਰੂ ਕਰ ਦਿੱਤੀ। ਨਾ ਹੀ ਕੋਈ ਭੜਕਾਹਟ ਦਾ ਕਾਰਨ ਬਣਿਆ ਸੀ। ਦਰਬਾਰ ਸਾਹਿਬ ਅੰਦਰੋਂ ਇੱਕ ਵੀ ਗੋਲੀ ਨਹੀਂ ਚਲਾਈ ਗਈ। ਇੰਨੇ ਕਾਫੀ ਹੈ ਜੀ। ਇਹ ਅੱਗੇ ਉਹ 7 ਜੂਨ ਬਾਰੇ ਲਿਖਦੇ ਆ ਜੀ। ਯਾਨੀ ਕਿ 5 ਜੂਨ ਨੂੰ ਤਾਂ ਫਿਰ ਤੁਸੀਂ ਕੁਝ ਦੇਖਿਆ ਨਹੀਂ, ਹੈ ਨਾ? ਹਾਂਜੀ। ਨਹੀਂ, ਮੈਂ ਕੁਝ ਨਹੀਂ ਦੇਖਿਆ। ਆ ਦੇਖੋ, ਸਰਦਾਰ ਦਵਿੰਦਰ ਸਿੰਘ ਦੁੱਗਲ ਜੋ ਲਾਇਬ੍ਰੇਰੀ ਦੇ ਇੰਚਾਰਜ ਸੀ ਨੇ ਦੱਸਿਆ 6 ਜੂਨ ਦੀ ਸ਼ਾਮ ਤੀਕ ਲਾਇਬ੍ਰੇਰੀ ਬਿਲਕੁਲ ਠੀਕ ਸੀ ਅਤੇ ਰਾਮਦਾਸ ਰਾਏ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਵੀ ਸਭ ਠੀਕ ਸਨ। ਉਸ ਵਕਤ ਤੀਕ ਸਾਰੇ ਥਾਵਾਂ ਤੇ ਫੌਜ ਦਾ ਕਬਜ਼ਾ ਹੋ ਚੁੱਕਿਆ ਸੀ। ਇਹ ਸਾਰਾ ਲਿਖਿਆ ਜੀ। ਉਸ ਤੋਂ ਬਾਅਦ ਸਭ ਥਾਵਾਂ ਤੇ ਅੱਗ ਲਾਈ ਗਈ। ਯਾਨੀ ਕਿ 6 ਜੂਨ ਦਾ ਜਿਹੜਾ ਉਹਨਾਂ ਨੇ ਲਿਖਿਆ ਹੈ ਸਾਰਾ, 6 ਜੂਨ ਨੂੰ ਫਿਰ ਉਹ ਲਾਇਬ੍ਰੇਰੀ ਆਏ। ਉਹ 6 ਜੂਨ ਤੱਕ ਹੀ ਉੱਥੇ ਸੱਜੇ ਖੱਬੇ ਕਿਤੇ ਰਹੇ ਆ ਜੀ। 6 ਜੂਨ ਦੀ ਸ਼ਾਮ ਨੂੰ ਕਿਤੇ ਨਿਕਲ ਕੇ ਗਏ ਨੇ ਜੀ। ਠੀਕ ਹੈ। ਆਪਣੀ ਘਰ ਵਾਲੀ ਗੁਰਸ਼ਰਨ ਕੌਰ ਦੇ ਨਾਲ, ਮਿਸੇਜ ਦੁੱਗਲ ਨਾਲ। ਜੀ।
ਸੋ ਤੁਸੀਂ ਮਤਲਬ 4 ਤਰੀਕ ਤੋਂ ਬਾਅਦ ਨਹੀਂ ਕੁਝ ਨਹੀਂ ਦੇਖਿਆ? ਨਹੀਂ 4 ਤਰੀਕ ਤੋਂ ਬਾਅਦ ਫਿਰ ਮੈਂ ਲਾਇਬ੍ਰੇਰੀ ਨਹੀਂ ਗਿਆ ਜੀ। ਠੀਕ ਹੈ, ਲਾਇਬ੍ਰੇਰੀ ਬੰਦ ਕਰ ਦਿੱਤੀ? ਹਾਂਜੀ, ਲਾਇਬ੍ਰੇਰੀ ਬੰਦ ਕਰ ਦਿੱਤੀ। ਹੋਰ ਇਸ ਤਰ੍ਹਾਂ ਕਾਫੀ ਜਿਹੜੇ ਹੈਗੇ, ਇੱਕ ਦੇਖੋ ਸਤਨਾਮ ਸਿੰਘ ਐਡਵੋਕੇਟ ਨੇ ਜੀ, ਉਹਨਾਂ ਨੇ ਲਿਖਿਆ ਹੈ ਵੀ ਯੂਥ ਹੋਸਟਲ ਤੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਰਾ ਰਿਕਾਰਡ ਬ੍ਰਿਗੇਡੀਅਰ HK ਬਜਾਜ ਵੱਲੋਂ ਮੇਰਠ ਕੈਂਟ ਵਿਖੇ ਲਿਜਾ ਕੇ ਰੱਖਿਆ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਵਾਪਸ ਲੈਣ ਲਈ ਕਾਰਵਾਈ ਕਰਨੀ ਚਾਹੀਦੀ ਹੈ। ਸੋ ਭਾਈ ਸਾਹਿਬ, ਤੁਸੀਂ ਜਿਵੇਂ ਦੁੱਗਲ ਸਾਹਿਬ ਨੇ ਲਿਖਿਆ ਹੈ ਕਿ 6 ਜੂਨ ਤੱਕ ਸਾਰਾ ਕੁਝ ਠੀਕ ਸੀ, ਲਾਇਬ੍ਰੇਰੀ ਦੇ ਵਿੱਚ ਵੀ ਸਾਰਾ ਕੁਝ ਮੌਜੂਦ ਸੀ, ਫਿਰ ਲਾਇਬ੍ਰੇਰੀ ਕਦੋਂ ਲੁੱਟ ਕੇ ਲੈ ਕੇ ਗਏ ਨੇ? ਲਾਇਬ੍ਰੇਰੀ ਇਹ ਜਿਹੜੀ ਹੈ, ਦੇਖੋ ਮੇਰੇ ਹਿਸਾਬ ਨਾਲ, ਮੈਨੂੰ ਤਾਂ ਪੂਰਾ ਪੱਕਾ ਪਤਾ ਹੈ ਜੀ ਵੀ 6 ਜੂਨ ਦੀ ਰਾਤ ਨੂੰ ਇਹਨਾਂ ਨੇ ਸਾਰੀ ਰਾਤ ਲਾਇਬ੍ਰੇਰੀ ਢੋਈ ਹੈ। ਅੱਛਾ, ਹਾਂਜੀ। ਤੁਸੀਂ ਉਸ ਵਕਤ ਕਿੱਥੇ ਸੀ? ਹਾਂ, ਮੈਂ ਸੀ ਆਪਣੇ ਮਹੰਤ ਮੂਲ ਸਿੰਘ ਦਾ ਜਿਹੜਾ ਬੁੰਗਾ ਸੀ, ਜਿੱਥੇ ਤੁਹਾਡਾ ਠਹਿਰ ਸੀ। ਹਾਂਜੀ, ਜਿੱਥੇ ਮੇਰੀ ਰਹਿائش ਸੀ। ਅਸੀਂ ਕਦੇ ਇੱਕ ਉੱਥੇ ਹੋਰ ਮਕਾਨ ਹੁੰਦਾ ਸੀ, ਉਹਦੇ ਵਿੱਚ ਵੜ ਕੇ ਖਿੜਕੀਆਂ ਰਾਹੀਂ ਵੇਖ ਲੈਂਦੇ ਸਾਂ ਵੀ ਇਹ ਕਰਦੇ ਕੀ ਨੇ। ਸਾਨੂੰ ਜਿਹੜੀ ਅਲਮਾਰੀਆਂ ਦੇ ਸ਼ੀਸ਼ੇ ਭੰਨਣ ਦੀ ਆਵਾਜ਼ ਸੀ ਉਹ ਸ਼ਰੇਆਮ ਸੁਣਾਈ ਦਿੰਦੀ ਸੀ ਹਾਲ ਦੇ ਵਿੱਚ। ਇੱਕ ਮੈਂ ਹੋਰ ਗੱਲ ਦੱਸਦਾ ਤੁਹਾਨੂੰ, ਅੰਮ੍ਰਿਤਸਰ ਸਾਰੇ ਲਾਈਟ ਬੰਦ ਸੀ। ਅੱਛਾ, ਬਿਲਕੁਲ ਨਹੀਂ। ਸਿਰਫ 6 ਜੂਨ ਦੀ ਸ਼ਾਮ ਇੱਕ ਲਾਇਬ੍ਰੇਰੀ ਦੀ ਬਿਲਡਿੰਗ ਵਿੱਚ ਹੀ ਲਾਈਟ ਸੀ। ਉਹ ਕਿੱਥੋਂ ਆਈ? ਉਹ ਕਿਹਨੇ ਦੇਖੀ? ਤੁਸੀਂ ਦੇਖੀ? ਹਾਂ, ਮੈਂ ਦੇਖੀ ਹੈ ਜੀ। ਉਹ ਆਰਮੀ ਦੀਆਂ ਜਿਹੜੀਆਂ ਗੱਡੀਆਂ ਸਨ, ਉਹਨਾਂ ਦੇ ਜਿਹੜੀਆਂ ਬੈਟਰੀਆਂ ਸਨ, ਉਹਦੇ ਵਿੱਚੋਂ ਉਹ ਛੋਟੇ ਬਲਬ ਲਾ ਕੇ ਉਹਨਾਂ ਨੇ ਉੱਥੇ ਉਹ ਰਾਤ ਨੂੰ ਚਾਨਣ ਕੀਤਾ ਤਾਂ ਕਿ ਉਹ ਜਿਹੜੀ ਆਰਾਮ ਨਾਲ। ਬਾਕੀ ਇੱਕ ਗੱਲ ਹੈ, ਜਦੋਂ ਕੋਈ ਵੀ ਸਮਾਨ ਕੋਈ ਚੋਰ ਚੋਰੀ ਕਰਦਾ ਹੈ, ਜਿੰਨਾ ਸਮਾਨ ਉਹਦੇ ਕਲਾਵੇ 'ਚ ਆ ਗਿਆ ਚੁੱਕ ਲੈਂਦਾ ਹੈ, ਤੇ ਜਿਹੜਾ ਡਿੱਗ ਪਿਆ ਡਿੱਗ ਪਿਆ। ਜਿਹੜਾ ਉਹ ਡਿੱਗ ਪਿਆ ਉਹ ਚੱਕ ਕੇ ਉਹਨਾਂ ਨੇ ਹੇਠਲੇ ਕਮਰੇ 'ਚ ਰੱਖ ਦਿੱਤਾ। ਅੱਛਾ। ਜਿਹੜਾ ਹੇਠਲਾ ਕਮਰਾ, ਦੇਖੋ ਕਈ ਗੱਲਾਂ ਨੇ, ਕਈ ਬੰਦੇ ਕਹਿੰਦੇ ਆ, ਜਿਵੇਂ ਅਨੁਰਾਗ ਸਿੰਘ ਹੈ, ਹਾਂਜੀ, ਉਹ ਕਹਿੰਦਾ ਜੀ ਉਹ ਅਕਤੂਬਰ ਨਵੰਬਰ ਸਤੰਬਰ ਦੇ ਮਹੀਨੇ ਲਾਇਬ੍ਰੇਰੀ ਦਾ ਸਮਾਨ ਪ੍ਰਬੰਧਕਾਂ ਨੂੰ ਦੇ ਗਏ ਨੇ ਜੀ। ਤੇ ਸਮਾਨ ਦਾ ਜਿਹੜਾ ਸਮਾਨ ਦੇਣਾ ਹੈ ਪ੍ਰਬੰਧਕਾਂ ਨੂੰ, ਉਹ ਦੇਣਾ ਹੈ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਜਾਂ ਸੈਕਟਰੀ ਸ਼੍ਰੋਮਣੀ ਕਮੇਟੀ ਨੂੰ। ਉਹ ਸਿੱਧਾ ਲਾਇਬ੍ਰੇਰੀ ਨਹੀਂ ਲਿਆਉਣਗੇ। ਉਹ ਹੁਣ ਇਹਦੇ ਵਿੱਚ ਇੱਕ ਗੱਲ ਹੈ ਵੀ ਜਿਹੜਾ ਸਮਾਨ ਉਹ ਲੁੱਟ ਕੇ ਲੈ ਗਏ, ਬੋਰੀਆਂ 'ਚ ਭਰ ਕੇ ਲੈ ਗਏ, ਇਹਦੇ ਵਿੱਚ ਮੈਂ ਕਈ ਹੋਰ ਵੀ ਨੇ, ਮੈਂ ਤੁਹਾਨੂੰ ਦੱਸ ਦਿੰਦਾ ਜੀ। ਇਹਦੇ ਵਿੱਚ ਹੈਗਾ ਇੱਕ, ਆਹ ਦੇਖੋ, ਪ੍ਰਿੰਸੀਪਲ ਲਾਭ ਸਿੰਘ ਸਿੱਖ ਮਿਸ਼ਨਰੀ ਕਾਲਜ, ਉਹ ਕਹਿੰਦਾ ਹੈ ਅੱਜ ਕੱਲ੍ਹ ਜੋ ਪ੍ਰਿੰਸੀਪਲ ਨੇ ਦੱਸਿਆ, ਮੇਰਾ ਇੱਕ ਵਾਕਫ ਜੋ CID 'ਚ ਕੰਮ ਕਰਦਾ ਹੈ ਨੇ ਦੱਸਿਆ, ਦਿੱਲੀ ਜਿੱਥੇ ਉਸ ਦੀ ਡਿਊਟੀ ਸੀ ਉੱਥੇ ਹੱਥ ਲਿਖਤ ਗੁਟਕੇ ਤੇ ਪੋਥੀਆਂ ਜ਼ਮੀਨ ਤੇ ਰੁਲਦੀਆਂ ਪਈਆਂ ਸਨ। ਮੈਂ ਉਹਨਾਂ ਚੋਂ ਗੁਰਬਾਣੀ ਦੇ ਗੁਟਕੇ ਲੈ ਆਇਆ ਹਾਂ। ਇਹਨਾਂ ਉਪਰੋਕਤ ਹਵਾਲਿਆਂ ਤੋਂ ਸਪਸ਼ਟ ਹੁੰਦਾ ਹੈ ਲਾਇਬ੍ਰੇਰੀ ਤੇ ਦਫ਼ਤਰਾਂ ਦਾ ਰਿਕਾਰਡ ਸਰਕਾਰ ਇਸ ਕਰਕੇ ਚੁੱਕ ਕੇ ਲੈ ਗਈ ਸੀ ਕਿ ਅਕਾਲੀਆਂ ਅਤੇ ਜਰਨੈਲ ਸਿੰਘ ਦੇ ਬਾਹਰਲੇ ਮੁਲਕਾਂ ਨਾਲ ਸੰਬੰਧਾਂ ਬਾਰੇ ਜਾਂਚ ਕਰੇ। ਜੀ, ਹਾਂਜੀ। ਤੇ ਇੱਕ ਭਾਈ ਸਾਹਿਬ ਉਹ ਵੀ ਸੁਣਦੇ ਆਪਾਂ ਕਿ ਜਿਹੜੀ ਇੰਦਰਾ ਗਾਂਧੀ ਨੇ ਚਿੱਠੀ ਲਿਖੀ ਸੀਗੀ, ਉਸ ਦੀ ਵੀ ਭਾਲ ਕਰ ਰਹੀ ਸੀ ਫੌਜ, ਉਸੇ ਕਰਕੇ ਸਾਰਾ ਸਮਾਨ ਲੁੱਟ ਕੇ ਲੈ ਗਏ। ਇਹ ਚਿੱਠੀ ਦੀ ਜਿਹੜੀ ਗੱਲ ਹੈ ਜੀ, ਇਹ ਚਿੱਠੀ ਬਾਰੇ ਵੀ ਮਤਲਬ ਤੁਸੀਂ 99% ਠੀਕ ਕਹਿ ਰਹੇ ਹੋ। ਉਹ ਚਿੱਠੀ ਕੇਵਲ ਤੇ ਕੇਵਲ ਦਵਿੰਦਰ ਸਿੰਘ ਦੁੱਗਲ ਨੂੰ ਸੀ। ਅੱਛਾ। ਉਹਦਾ ਸਾਰ ਕੀ ਸੀ, ਕੀ ਉਹਦੀ ਸਮਰੀ ਸੀ, ਕੀ ਉਹਦੀ ਹੈਂਡਰਾਈਟਿੰਗ ਸੀ, ਕੀ ਉਹਦੇ ਬਾਰੇ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ। ਹੈਗੀ ਲਾਇਬ੍ਰੇਰੀ ਦੇ ਵਿੱਚ ਸੀ, ਪਰ ਤੁਸੀਂ ਮੈਂ ਤੁਹਾਨੂੰ ਦੱਸਦਾ ਨਾ, ਉਹ ਚਿੱਠੀ ਸੰਤ ਜਰਨੈਲ ਸਿੰਘ ਸੀ, ਜਿਹੜਾ ਜਰਨੈਲ ਸਿੰਘ ਨੂੰ ਸੀ ਚਿੱਠੀ। ਜਰਨੈਲ ਸਿੰਘ ਨੇ ਦਵਿੰਦਰ ਸਿੰਘ ਦੁੱਗਲ ਤੋਂ ਪੜ੍ਹਾਈ, ਭਾਵੇਂ ਉਹਦੇ ਕੋਲ ਆਪਣਾ ਸਟਾਫ ਵੀ ਹੈ ਸੀ, ਜਿਵੇਂ ਰਸ਼ਪਾਲ ਸਿੰਘ ਸੀ, ਰਾਗੀ ਰਾਮ ਸਿੰਘ ਸੀ, ਹਰਮਿੰਦਰ ਸਿੰਘ ਸੰਧੂ ਸੀ, ਹੋਰ ਵੀ ਕਈ ਬਥੇਰੇ ਸੀ ਜਿਹੜੇ ਪੜ੍ਹੇ ਲਿਖੇ ਸਨ। ਹੋ ਸਕਦਾ ਉਹਨਾਂ ਵਿੱਚ ਕੋਈ ਐਸੀ ਗੱਲ ਹੋਵੇ ਜਿਹੜੀ ਉਹਨਾਂ ਨੂੰ ਨਾ ਦੱਸਣੀ ਹੋਵੇ। ਦਵਿੰਦਰ ਸਿੰਘ ਦੁੱਗਲ ਇੱਕ ਐਸਾ ਬੰਦਾ ਸੀ ਜਿਹੜਾ ਸੰਤ ਲੌਂਗੋਵਾਲ, ਸੰਤ ਭਿੰਡਰਾਂਵਾਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਤਿੰਨਾਂ ਦਾ ਇੱਕੋ ਬੰਦਾ ਕੰਮ ਕਰਦਾ ਹੁੰਦਾ ਸੀ। ਅੱਛਾ, ਹਾਂਜੀ, ਭਰੋਸੇਯੋਗ ਸੀ। ਹਾਂਜੀ, ਭਰੋਸੇਯੋਗ ਸੀ ਸਾਰਿਆਂ ਦਾ। ਵੀ ਇਹ ਹੁਣ ਸੰਤ ਜਰਨੈਲ ਸਿੰਘ ਉਹਨਾਂ ਨੂੰ ਸੱਦਿਆ, ਉਹਨਾਂ ਨੇ ਪੜ੍ਹੀ। ਹੋ ਸਕਦਾ ਕੋਈ ਵੇਖਣ ਵਾਲੇ ਨੇ ਇਹ ਵੇਖ ਲਿਆ ਵੀ ਚਿੱਠੀ ਉਹਨੇ ਜੇਬ 'ਚ ਪਾ ਲਈ।
ਹੋ ਸਕਦਾ ਹੈ ਇਸੇ ਕਰਕੇ ਲਾਇਬ੍ਰੇਰੀ ਨੂੰ ਨਿਸ਼ਾਨਾ ਬਣਾਇਆ। ਜੀ ਤੇ ਭਾਈ ਸਾਹਿਬ ਤੁਸੀਂ ਕਿਹਾ ਕਿ 6 ਜੂਨ ਦੀ ਰਾਤ ਨੂੰ ਲਾਈਟ ਜਗਦੀ ਤੁਸੀਂ ਖੁਦ ਦੇਖੀ ਹੈ ਜਦੋਂ ਪੂਰਾ ਅੰਮ੍ਰਿਤਸਰ ਬਲੈਕ ਸੀ, ਬਲੈਕ ਆਊਟ ਸੀ ਤੇ ਉੱਥੇ ਤੁਸੀਂ ਕੋਈ ਮੂਵਮੈਂਟ ਵੀ ਹੁੰਦੀ ਦੇਖੀ? ਹਾਂ, ਮੂਵਮੈਂਟ ਮੈਂ ਦੱਸਦਾ ਤੁਹਾਨੂੰ। ਉਹ ਸੀ ਵੀ ਸ਼ੀਸ਼ੇ ਭੰਦੇ ਸੀ ਅਲਮਾਰੀਆਂ ਦੇ। ਅੱਛਾ। ਉਹ ਸਾਨੂੰ ਸਾਫ਼ ਸੁਣਾਈ ਦਿੰਦੇ ਸੀ ਜਦੋਂ ਸ਼ੀਸ਼ਾ ਥੱਲੇ ਡਿੱਗਦਾ ਸੀ। ਬਿਲਕੁਲ ਨੇੜੇ ਤੇ ਹੈ ਸੀ ਮਹੰਤ ਮੂਲ ਸਿੰਘ ਦਾ। ਹਾਂਜੀ, ਇਹ ਜਿਹੜਾ ਹੈ ਨਾ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਇਹ ਲਿਖਦੇ ਹੈ, ਉਹਨਾਂ ਕੋਲ ਕਿਤੇ ਬੂਟਾ ਸਿੰਘ ਆਇਆ ਜੀ। ਬੂਟਾ ਸਿੰਘ ਨੂੰ ਉਹਨਾਂ ਨੇ ਬਹੁਤ ਬੁਰਾ ਭਲਾ ਕਿਹਾ। ਹੁਣ ਬੂਟਾ ਸਿੰਘ ਕੀ ਕਹਿੰਦਾ, ਮੇਰੇ ਉਪਰੋਕਤ ਜਜ਼ਬੇ ਭਰੇ ਕਰੜੇ ਲਫ਼ਜ਼ ਸੁਣ ਕੇ, ਇਹ ਸਿੰਘ ਸਾਹਿਬ ਕਹਿੰਦੇ ਆ, ਸਰਦਾਰ ਬੂਟਾ ਸਿੰਘ ਨੇ ਕਿਹਾ ਮੈਂ 125 ਪੰਡਾਂ ਜਾਂ ਬੋਰੀਆਂ ਦੇਖੀਆਂ ਹਨ ਜੋ ਫੌਜ ਦਿੱਲੀ ਲੈ ਗਈ। ਹੋ ਸਕਦਾ ਹੈ ਉਹਨਾਂ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲੀਆਂ ਹੱਥ ਲਿਖਤ ਪੁਸਤਕਾਂ, ਪਾਵਨ ਬੀੜਾਂ, ਹੋਰ ਦੁਰਲੱਭ ਪੁਸਤਕਾਂ, ਹੁਕਮਨਾਮੇ ਹੋਣ। ਮੈਂ ਖੁਦ ਨਹੀਂ ਵੇਖਿਆ ਜੀ ਉਹਨਾਂ ਵਿੱਚ ਹੈ ਕੀ। ਉਂਝ ਹੈ ਰਿਕਾਰਡ, ਕਾਗਜ਼ ਪੱਤਰ, ਰਜਿਸਟਰ, ਹਾਂਜੀ, ਪੁਸਤਕਾਂ। ਇਸ ਤੋਂ ਬਾਅਦ ਇੱਕ ਦਿਨ ਪ੍ਰਕਰਮਾਂ ਵਿੱਚ ਮਿਲਟਰੀ ਦੇ ਕੁਝ ਅਫਸਰਾਂ ਨਾਲ ਗੱਲ ਕਰਦਿਆਂ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਫੌਜੀਆਂ ਨੂੰ ਸਭ ਕੁਝ ਸਾੜਨਾ ਨਹੀਂ ਸੀ ਚਾਹੀਦਾ। ਹਾਂਜੀ, ਅਕਾਲ ਤਖਤ ਦੇ ਦਫ਼ਤਰ ਤੋਂ ਸਾਡੇ ਇਤਿਹਾਸਕ ਹੁਕਮਨਾਮੇ, ਫੈਸਲੇ, ਰਿਕਾਰਡ, ਕੁਝ ਪੁਸਤਕਾਂ ਸਨ, ਉਹ ਤੁਸੀਂ ਚੁੱਕ ਕੇ ਲੈ ਜਾਂਦੇ, ਸਾੜਿਆ ਕਿਉਂ? ਬੜਾ ਹੀ ਗੁਨਾਹ ਕੀਤਾ। ਇੱਕ ਅਫਸਰ ਕਹਿਣ ਲੱਗਾ ਤੁਹਾਡਾ ਅਕਾਲ ਤਖਤ ਦਾ ਰਿਕਾਰਡ ਕੈਂਟ 'ਚ ਹੈ, ਕੋਈ ਸਿੰਘ ਭੇਜੋ ਵੇਖ ਆਵੇ। ਮੈਂ ਆਪਣਾ ਟਾਈਪਿਸਟ ਬਲਦੇਵ ਸਿੰਘ ਭੇਜਿਆ, ਹਾਂਜੀ, ਤੇ ਇੱਕ ਉਹ ਪੰਜ ਪਿਆਰਾ ਭੇਜਿਆ ਹਰਬੰਸ ਸਿੰਘ। ਹਾਂਜੀ ਹਾਂਜੀ, ਉਹਨਾਂ ਨੂੰ ਸਾਡੇ ਦਫ਼ਤਰ ਦੀਆਂ ਫਾਈਲਾਂ, ਕਾਗਜ਼ ਪੱਤਰ, ਪੁਸਤਕਾਂ ਮਿਲੀਆਂ ਪਰ ਖਿੰਡੀਆਂ ਪੁੜੀਆਂ ਜੀ। ਉਹਨਾਂ ਵਿੱਚ ਦੀ ਗੋਲੀਆਂ ਵੀ ਲੰਘੀਆਂ ਹੋਈਆਂ ਸਨ, ਜਿਸ ਤੋਂ ਸਾਨੂੰ ਨਿਸ਼ਚਾ ਹੈ ਕਿ ਰਿਕਾਰਡ ਚੁੱਕ ਕੇ ਲੈ ਗਈ ਗੌਰਮੈਂਟ, ਸਾਰਾ ਸਾੜਿਆ ਨਹੀਂ ਜੀ। ਸਾਰਾ ਸਾੜਿਆ ਨਹੀਂ ਤੇ ਮਤਲਬ ਸਾੜਿਆ ਹੈਗਾ ਕੁਝ ਨਹੀਂ। ਦੇਖੋ ਗੁਰਸ਼ਰਨ ਕੌਰ, ਹਾਂਜੀ ਹਾਂਜੀ, ਵੀ ਉੱਥੇ ਕੁਝ ਮਹਾਰਾਜ ਦੇ ਸਰੂਪ ਵੀ ਸਨ। ਹੁਣ ਜਿਹੜੀਆਂ ਚੀਜ਼ਾਂ ਫੌਜ ਤੋਂ ਨਹੀਂ ਚੱਕੀਆਂ ਗਈਆਂ, ਜਿਵੇਂ ਜਿਹੜੇ ਮੌਜੂਦਾ ਅਖਬਾਰ ਨੇ ਜੀ ਇਸ ਸਾਲ ਦੇ, ਪਿਛਲੇ ਸਾਲ ਦੇ, ਉਹ ਬੰਨ ਕੇ ਰੱਖੇ ਵੀ ਹੋਏ ਸਨ ਉਹਨਾਂ ਨੂੰ ਜਲਦਬੰਦੀ ਕਰਾਉਣ ਵਾਸਤੇ। ਹਾਂਜੀ, ਹੋਰ ਕਾਗਜ਼ ਪੱਤਰ, ਰਮਾਲਿਆਂ ਦੀਆਂ ਪੰਡਾਂ ਸਨ ਜੀ। ਅੱਛਾ, ਲੱਕੜ ਦੇ ਰੈਕ ਸਨ, ਲੱਕੜ ਦੀਆਂ ਅਲਮਾਰੀਆਂ ਸਨ ਜੀ। ਹੁਣ ਅੱਗ ਤਾਂ ਇਹਨਾਂ ਚੀਜ਼ਾਂ ਨੂੰ ਲੱਗਣੀ ਹੈ, ਕਿਤਾਬਾਂ ਨੂੰ ਤਾਂ ਬਾਅਦ 'ਚ ਲੱਗਣੀ ਹੈ। ਉਹ ਮਤਲਬ ਉਹਨਾਂ ਨੇ ਸਿਰਫ ਇੱਕ ਮਿਸਲੀਡ ਕਰਨ ਵਾਸਤੇ ਕੀਤਾ ਕਿ ਸਾੜਤੀ। ਹਾਂ, ਹੁਣ ਜਿਹੜੀ ਅੱਗ ਲੱਗਦੀ ਹੈ ਉਹ ਲੱਗਦੀ ਹੈ 7 ਜੂਨ ਨੂੰ। ਠੀਕ ਹੈ। ਉਹ ਲੱਗਦੀ ਹੈ 9:30 10 ਵਜੇ ਦੇ ਕਰੀਬ। ਅੱਛਾ ਭਾਈ ਸਾਹਿਬ, ਆਪਾਂ 7 ਜੂਨ ਤੇ ਵੀ ਚੱਲਦੇ ਹਾਂ। 6 ਜੂਨ ਨੂੰ ਤੁਸੀਂ ਕਿਹਾ ਕਿ ਲਾਈਟ ਵੀ ਜਗਦੀ ਦੇਖੀ, ਖਿੜਕੀਆਂ ਦੇ ਸ਼ੀਸ਼ੇ ਵੀ, ਤੁਸੀਂ ਆਵਾਜ਼ਾਂ ਸੁਣੀਆਂ ਨੇ ਤੇ ਤੁਹਾਨੂੰ ਕਾਹਲ ਪੈਂਦੀ ਹੋਣੀ ਵੀ ਜਾਈਏ? ਨਹੀਂ, ਜਾਈਏ ਵੈਸੇ ਚਾਬੀਆਂ ਤਾਂ ਮੇਰੇ ਕੋਲ ਹੀ ਸੀ। ਅੱਛਾ, ਹਾਂਜੀ, ਬਲਬੀਰ ਸਿੰਘ ਤੇ ਹਾਂਜੀ ਮੇਰੇ ਕੋਲ, ਦੋਨਾਂ ਕੋਲ ਚਾਬੀਆਂ ਸੀ। ਇੱਕ ਸੈੱਟ ਉਹਦੇ ਕੋਲ ਹੁੰਦਾ ਸੀ, ਇੱਕ ਮੈਂ, ਜਿਹੜਾ ਪਹਿਲੋਂ ਜਾਂਦਾ ਸੀ ਉਹ ਤਾਲਾ ਖੋਲ ਲੈਂਦਾ ਸੀ। ਹੁਣ ਕਾਹਲ ਤੇ ਪੈਂਦੀ ਸੀ, ਪਰ ਕਰੀਏ ਕੀ, ਵੀ ਉਦੋਂ ਤਾਂ ਸਿਰਫ ਇਹ ਸੀ ਵੀ ਮਾਰ ਦੋ ਜਿਹੜਾ ਅੱਗੇ ਹੁੰਦਾ ਜੀ। ਹਾਂ, ਇਸ ਕਰਕੇ ਕੋਈ ਬਾਹਰ ਨਹੀਂ ਨਿਕਲਿਆ ਜੀ। ਸੋ 7 ਜੂਨ ਨੂੰ ਤੁਸੀਂ ਕਹਿੰਦੇ ਹੋ ਸਾੜੀ ਗਈ ਲਾਇਬ੍ਰੇਰੀ? ਹਾਂਜੀ, 7 ਜੂਨ ਨੂੰ। ਹਾਂ, 7 ਜੂਨ ਨੂੰ ਹੀ ਸੜੀ ਹੈ। ਉਹ ਤੋਂ ਪਹਿਲਾਂ ਦੇਖੋ ਦੁੱਗਲ ਸਾਹਿਬ ਵੀ ਕਹਿ ਰਹੇ ਆ, ਹੋਰ ਕਾਫੀ ਰਾਈਟਰ ਕਹਿੰਦੇ ਆ ਜੀ। ਬਿਲਕੁਲ ਠੀਕ ਹੈ। ਇੱਕ ਤੁਹਾਨੂੰ ਮੈਂ ਹੋਰ ਦੱਸਦਾ, ਜਿਹੜੀ ਉਹ ਕਿਤਾਬ ਹੈ ਨਾ ਆਪਣੇ ਮਾਰਕ ਟੱਲੀ, ਹਾਂਜੀ, ਸਤੀਸ਼ ਜੈਕਬ ਜੀ, ਉਹ ਦੇਖੋ ਲਿਖਦੇ ਆ ਵੀ ਸਭ ਤੋਂ ਵਿਵਾਦੀ ਹਰਮੰਦਰ ਸਾਹਿਬ ਦੀ ਲਾਇਬ੍ਰੇਰੀ ਦਾ, ਇਸ ਵਿੱਚ ਅਨਮੋਲ ਹੱਥ ਲਿਖਤ ਸਾਹਿਤ, ਜਿਸ ਵਿੱਚ ਕੁਝ ਗੁਰੂ ਸਾਹਿਬ ਦੀ ਹੱਥ ਲਿਖੋ, ਹਾਂਜੀ, ਗੁਰੂ ਗ੍ਰੰਥ ਸਾਹਿਬ ਦੀਆਂ ਪੱਤਰੀਆਂ ਵੀ ਸ਼ਾਮਿਲ ਨੇ, ਹਾਂਜੀ, ਸੜ ਜਾਣਾ ਸੀ। ਉਸ ਸਮੇਂ ਮੌਜੂਦ ਇੱਕ ਸੀਨੀਅਰ ਫੌਜੀ ਅਫਸਰ ਬ੍ਰਿਗੇਡੀਅਰ ਦੀਵਾਨ ਅਤੇ ਉਸ ਦੇ ਜਵਾਨ ਲਾਇਬ੍ਰੇਰੀ ਦੇ ਦਰਵਾਜ਼ੇ ਦੇ ਬਿਲਕੁਲ ਬਾਹਰ ਆਪਣੇ ਨਾਸ਼ਤੇ ਦੀਆਂ ਪੂੜੀਆਂ ਖਾ ਰਹੇ ਸਨ। ਠੀਕ ਹੈ ਜੀ, ਜਿਨ੍ਹਾਂ ਤੇ ਜਦੋਂ ਕਿਸੇ ਨੇ ਸ਼ਹਿ ਲਾ ਕੇ ਬ੍ਰਿਗੇਡੀਅਰ ਤੇ ਗੋਲੀ ਚਲਾਈ, ਹਾਂਜੀ, ਉਹ ਬਾਲ-ਬਾਲ ਬਚ ਗਿਆ। ਮਦਰਾਸ ਬਟਾਲੀਅਨ ਦੀ ਕਮਾਂਡ ਕਰ ਰਹੇ ਲੈਫਟੀਨੈਂਟ ਕਰਨਲ ਨੇ ਇੱਕ ਮਸ਼ੀਨ ਗਨ ਖੋਈ, ਵਾਪਸੀ ਉਹਨੇ ਗੋਲੀ ਚਲਾਤੀ ਜੀ। ਨਿਸ਼ਾਨੇਬਾਜ਼ ਲਾਇਬ੍ਰੇਰੀ ਦੀ ਇੱਕ ਖਿੜਕੀ ਤੋਂ ਦੂਸਰੀ ਖਿੜਕੀ ਤੱਕ ਫੌਜੀਆਂ ਤੇ ਅੰਨ੍ਹੇਵਾਹ ਫਾਇਰਿੰਗ ਚਲਾਉਂਦੇ ਗੋਲੀਆਂ ਚਲਾਉਂਦੇ ਰਹੇ। ਫਿਰ ਫੌਜ ਦੇ 4 ਵਜੇ ਤੋਂ ਪਹਿਲਾਂ ਉਹਨਾਂ 3 ਆਦਮੀਆਂ ਨੂੰ ਫੜਨ ਵਿੱਚ ਕਾਮਯਾਬ ਨਾ ਹੋ ਸਕੇ। ਉਸ ਅਫਸਰ ਅਨੁਸਾਰ ਇਸ ਕਾਰਵਾਈ ਦੌਰਾਨ ਲਾਇਬ੍ਰੇਰੀ ਨੂੰ ਅੱਗ ਲੱਗ ਗਈ। ਉਹ ਕਹਿੰਦਾ
ਜਦੋਂ ਆ ਚੈਪਟਰ ਦਾ ਰੌਲਾ ਪਿਆ ਜੀ ਵੀ ਅੱਗ ਲੱਗੀ ਪਰ ਐਸਜੀਪੀਸੀ ਦੇ ਸੈਕਟਰੀ ਸਰਦਾਰ ਭਾਨ ਸਿੰਘ ਨੇ ਉਸ ਨੇ ਅਗਲੀ ਸਵੇਰ ਲਾਇਬ੍ਰੇਰੀ ਸਹੀ ਸਲਾਮਤ ਵੇਖੀ। 7 ਤੋਂ ਬਾਅਦ ਹਾਂਜੀ ਦੇਖੋ ਇਹ ਫੌਜ ਹੈ, ਕੋਈ ਵੀ ਹੈ, ਜਦੋਂ ਕਿਸੇ ਨੇ ਕੋਈ ਕੰਮ ਕਰਨਾ ਹੋਵੇ ਹਾਲੇ ਉਹ ਸੁਰੱਖਿਅਤ ਪਈ ਹੈ ਚੀਜ਼, ਉਹਦਾ ਰੌਲਾ ਪਾ ਦੋ ਵੀ ਸੜ ਗਈ ਤੇ ਬਾਕੀ ਲੋਕ ਤੁਸੀਂ ਸੁਣ ਲਿਆ, ਉਹਨੇ ਸੁਣ ਲਿਆ, ਸਾਰੇ ਕਹਿਣਗੇ ਵੀ ਵਾਕਈ ਅੱਗ ਲੱਗ ਗਈ ਹਾਂਜੀ। ਤੇ ਉਹ ਅਗਲੇ ਦਿਨ ਕਹਿੰਦਾ ਉਹ ਸੈਕਟਰੀ ਨੇ ਵੇਖ ਲਈ। ਫਿਰ ਹੁਣ ਇਹਦੇ ਵਿੱਚ ਮਤਲਬ ਤੁਹਾਡੇ ਮੁਤਾਬਿਕ ਕਿਹੜੀ ਗੱਲ ਸਹੀ ਹੈ? ਮੇਰੀ ਗੱਲ ਇਹ ਠੀਕ ਹੈ ਵੀ ਅੱਗ ਲਾਇਬ੍ਰੇਰੀ ਨੂੰ ਬਿਲਕੁਲ ਨਹੀਂ ਲੱਗੀ। ਅੱਛਾ, ਅੱਗ ਲੱਗੀ ਹੈ ਬਿਲਡਿੰਗ ਨੂੰ ਲੱਗੀ ਹੈ, ਜਿਹੜੀਆਂ ਪੁਸਤਕਾਂ ਉਹ ਤਾਂ 6 ਦੀ ਸ਼ਾਮ ਨੂੰ ਕੱਢ ਲਈਆਂ ਜੀ। ਠੀਕ ਹੈ, ਤੇ ਜਿਹੜੀਆਂ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਕਿ ਡਿੱਗ ਪਈਆਂ ਉਹ ਚੱਕ ਕੇ ਥੱਲੜੇ ਕਮਰੇ 'ਚ ਰੱਖਦੇ ਆ, ਉਹ ਮੈਂ ਬਾਅਦ ਚ ਅਗਲੀ ਗੱਲ ਚ ਦੱਸਾਂਗਾ। ਠੀਕ ਹੈ ਵੀ ਅੱਗੇ ਦੇਖੋ ਵਾਈਟ ਪੇਪਰ ਅਤੇ ਉਹਨਾਂ ਅਫਸਰਾਂ ਦੇ ਬਿਆਨਾਂ ਜਿਨ੍ਹਾਂ ਲਾਇਬ੍ਰੇਰੀ ਜਲਦੀ ਤੱਕੀ, ਉਹ ਲੋਕ ਜਿਨ੍ਹਾਂ ਨੇ ਲਾਇਬ੍ਰੇਰੀ ਜਲਦੀ ਤੱਕੀ ਦਾ ਅੰਤਰ ਨਿਰਸੰਦੇਹ ਹੀ ਸਰਕਾਰੀ ਕਥਨ ਤੇ ਸ਼ੱਕ ਪਾਉਂਦਾ ਹੈ। ਇਹ ਵੀ ਯਕੀਨ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਫੌਜ ਜਿਸ ਨੇ ਹਰਮੰਦਰ ਸਾਹਿਬ ਤੇ ਗੋਲੀ ਨਾ ਚਲਾਉਣ ਦੇ ਹੁਕਮ ਦੀ ਪਾਲਣਾ ਕੀਤੀ ਨੇ ਲਾਇਬ੍ਰੇਰੀ ਵਰਗੀ ਮਹੱਤਵਪੂਰਨ ਇਮਾਰਤ ਨੂੰ ਜਾਣਬੁੱਝ ਕੇ ਅੱਗ ਲਗਾ ਦਿੱਤੀ ਹੋਵੇ। ਹੋ ਸਕਦਾ ਹੈ, ਹਾਂਜੀ ਬਿਲਕੁਲ। ਹਾਂਜੀ, ਸੋ ਤੁਸੀਂ ਭਾਈ ਸਾਹਿਬ 4 ਤਰੀਕ ਤੋਂ ਬਾਅਦ ਤੁਸੀਂ ਫਿਰ ਕਦੋਂ ਆਏ ਲਾਇਬ੍ਰੇਰੀ? ਲਾਇਬ੍ਰੇਰੀ ਤਾਂ ਨਹੀਂ ਆਇਆ ਜੀ, ਫਿਰ ਤਾਂ ਆਪਾਂ ਨੂੰ ਫੌਜ ਨੇ ਫੜ ਲਿਆ ਜੀ। ਅੱਛਾ, ਕਿੱਥੋਂ ਫੜਿਆ ਉਹਨਾਂ ਨੇ? ਜਿਹੜਾ ਹੈਗਾ ਨਾ ਮਹੰਤ ਮੂਲ ਸਿੰਘ ਦਾ ਬੁੰਗਾ ਜੀ, ਉੱਥੋਂ ਹੀ? ਹਾਂ ਉੱਥੋਂ ਹੀ। ਅਸਲ ਵਿੱਚ ਇਹ ਹੈ ਕਿੰਨੀ ਤਰੀਕ ਨੂੰ? ਇਹ ਮੈਨੂੰ ਫੜ ਲਿਆ ਸੀ ਜੀ 7 ਜੂਨ ਨੂੰ। ਕੀ ਕਹਿ ਕੇ ਫੜਿਆ? ਨਹੀਂ, ਉੱਥੇ ਅਸਲ 'ਚ ਉਸ ਪਾਸੇ ਵੱਲ ਆਰਮੀ ਵੱਧ ਰਹੀ ਸੀ, ਆ ਰਹੀ ਸੀ। ਹੁਣ ਉੱਥੇ ਕਈ ਪਰਿਵਾਰਾਂ ਵਾਲੇ ਵੀ ਸੀ। ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਵੀ ਉੱਥੇ ਇੱਕ ਪਰਿਵਾਰ ਵਾਲਾ ਆਇਆ ਜਿਹੜਾ ਸਾਡੇ ਨਾਲ ਆਮ, ਇਹ ਨਹੀਂ ਵੀ ਲੜਾਈ ਝਗੜਾ, ਕਦੇ ਵੀ ਨਹੀਂ ਬੋਲਿਆ, ਬਸ ਮਹਾਰਾਜ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ, ਉਹ ਆ ਕੇ ਕਹਿੰਦਾ ਵੀ ਤੁਸੀਂ ਆਓਗੇ ਮੇਰੇ ਘਰ? ਦੱਸੋ ਜੀ। ਕਹਿੰਦਾ ਮੇਰੇ ਘਰ ਕਿਰਪਾਨ ਪਈ ਆ, ਮੇਰੀ ਕੁੜੀ ਨੂੰ ਮਾਰ ਦਿਓ। ਅਸੀਂ ਕਿਹਾ ਕੀ ਗੱਲ? ਕਹਿੰਦਾ ਫੌਜ ਤਾਂ ਵਧੀਆ ਆ ਰਹੀ ਹੈ। ਮੈਂ ਕਿਹਾ ਤੁਸੀਂ ਸਾਰੇ ਉੱਪਰ ਆ ਜਾਓ। ਅੱਛਾ, ਅਸੀਂ ਸਾਰੇ ਉੱਪਰ ਆ ਗਏ। ਅਸੀਂ ਉਹਨਾਂ ਨੂੰ ਕਹਿਤਾ, ਮੈਂ ਉਹ ਕਿਹਾ ਸੀ ਵੀ ਸਾਡੇ ਕਿਸੇ ਕੋਲ ਕੋਈ ਚੀਜ਼ ਨਹੀਂ, ਇੱਥੇ ਸਭ ਪਰਿਵਾਰ ਰਹਿੰਦੇ ਨੇ, ਕੋਈ ਹਥਿਆਰ ਨਹੀਂ। ਉਹ ਕਹਿੰਦੇ ਫਿਰ ਸਭੀ ਉੱਪਰ ਹੱਥ ਕਰਕੇ ਨੀਚੇ ਆ ਜਾਓ। ਅੱਛਾ, ਹਾਂ, ਜਿਉਂ ਅਸੀਂ ਆਏ ਗਏ, ਜਿਹੜਾ ਆਉਂਦਾ ਗਿਆ ਉਹਦੀ ਸੇਵਾ ਪਾਣੀ ਖੂਬ ਕਰਦੇ ਰਹੇ ਜੀ, ਮਾਰਕੁੱਟ ਕਰਦੇ ਰਹੇ, ਮਤਲਬ ਝੂਠ ਬੋਲ ਕੇ ਮਤਲਬ ਬਣਾਉਂਦੇ ਰਹੇ। ਹਾਂਜੀ ਜੀ, ਹਾਂਜੀ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ, ਇਹ ਤੁਹਾਨੂੰ ਕਿੰਨੀ ਤਰੀਕ ਨੂੰ ਪੜਿਆ ਹੈਗਾ? 7 ਨੂੰ। 7 ਨੂੰ ਹੀ ਪੜਿਆ ਹੈਗਾ, ਠੀਕ ਹੈ। ਫਿਰ ਤੁਹਾਨੂੰ ਕਿੱਥੇ ਲੈ ਕੇ ਗਏ? 7 ਜੂਨ ਤੋਂ ਬਾਅਦ ਫਿਰ ਸਾਨੂੰ ਲੈ ਕੇ ਗਏ ਨੇ ਜੀ ਇੱਥੇ ਫੌਜੀ ਕੈਂਪਾਂ 'ਚ। ਅੱਛਾ, ਫੌਜੀ ਕੈਂਪਾਂ 'ਚ ਰੱਖਿਆ ਸਾਨੂੰ 3-4 ਮਹੀਨੇ ਜੀ। ਉਹ ਤੋਂ ਬਾਅਦ ਫਿਰ ਸਾਨੂੰ ਨਾਭੇ ਤੋਂ ਫਿਰ ਸਿੱਧਾ ਜੋਧਪੁਰ। ਹਾਂਜੀ ਜੀ। ਲਾਇਬ੍ਰੇਰੀ ਦਾ ਮਤਲਬ ਉਹ 7 ਜੂਨ ਨੂੰ ਤਾਂ ਕਿਤਾਬਾਂ ਚੁੱਕ ਕੇ ਲੈ ਗਏ ਜੀ। ਅੱਛਾ, ਐਸਜੀਪੀਸੀ ਤੇ ਹੋਰ ਦੂਸਰੇ ਲੋਕਾਂ 'ਚ ਰੌਲਾ ਪੈ ਗਿਆ ਵੀ ਲਾਇਬ੍ਰੇਰੀ ਵਾਕਿਆ ਹੀ ਸੜ ਗਈ। ਤੇ ਜਿਹੜੀਆਂ ਉਹ ਕਿਤਾਬਾਂ ਡਿੱਗ ਪਈਆਂ ਸੀ ਥੱਲੜੇ ਕਮਰੇ 'ਚ? ਹਾਂ, ਜਿਹੜੀਆਂ ਡਿੱਗਦੀਆਂ ਰਹੇ ਨਾ, ਉਹ ਇੱਕ ਹੇਠਾਂ ਕਮਰਾ, ਜਦੋਂ ਆਪਾਂ ਪੌੜੀਆਂ ਚੜ੍ਹਦੇ ਆ ਨਾ ਲਾਇਬ੍ਰੇਰੀ, ਉਹਦੇ ਇਹ ਹੈਗਾ ਖੱਬੇ ਪਾਸੇ ਕਮਰਾ। ਹੁਣ ਵੀ ਹੈਗਾ? ਹੁਣ ਵੀ ਹੈਗਾ, ਅੱਜ ਵੀ ਹੈਗਾ। ਉਹਦੇ ਵਿੱਚ ਅਖਬਾਰਾਂ ਪਈਆਂ ਸਨ। ਅੱਛਾ, ਉਹਦੇ ਵਿੱਚ ਉਹਨਾਂ ਨੇ ਜ਼ਿਆਦਾ ਕੀ ਸੁੱਟਿਆ? ਉਹਦੇ ਵਿੱਚ ਸੀ ਇਨਸਾਈਕਲੋਪੀਡੀਆ ਬ੍ਰਿਟੇਨਕਾ ਦੀਆਂ ਜਿਲਦਾਂ, ਕੁਝ ਹੋਰ ਸੀ ਕਿਤਾਬਾਂ। ਹਾਂਜੀ, ਉਹਦੇ ਵਿੱਚ ਉਹ ਜਾਂਦੇ ਉਹ ਫਿਰ ਸੁੱਟ ਗਏ। ਠੀਕ ਹੈ। ਸੋ ਹਾਂਜੀ, ਫਿਰ ਮੈਂ ਤਾਂ ਆਇਆ ਦੇਖੋ ਜੋਧਪੁਰ 5 ਸਾਲ ਬਾਅਦ। ਜੋਧਪੁਰ ਤੋਂ 5 ਸਾਲ ਬਾਅਦ ਅਸੀਂ ਆ ਕੇ ਮੈਂ ਬਲਬੀਰ ਸਿੰਘ ਨਾਲ ਇਹੀ ਗੱਲਾਂ ਕਰਦਾ ਰਿਹਾ ਵੀ ਲਾਇਬ੍ਰੇਰੀ ਸੜੀ ਨਹੀਂ। ਹੁਣ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਤਾਂ ਕਹਿਣਗੇ ਸੜ ਗਈ ਜੀ। ਚਲੋ ਮੈਂ ਵੀ ਉਹਨਾਂ 'ਚ ਸ਼ਾਮਲ ਹੁੰਦਾ ਗਿਆ। ਕੁਝ ਸਮੇਂ ਬਾਅਦ ਇੱਥੇ ਇੱਕ ਪੁਲਿਸ ਇੰਸਪੈਕਟਰ ਹੁੰਦਾ ਸੀ, ਰਣਜੀਤ ਸਿੰਘ ਨੰਦਾ। ਠੀਕ ਹੈ, ਅੰਮ੍ਰਿਤਸਰ। ਹਾਂਜੀ, ਅੰਮ੍ਰਿਤਸਰ ਦੇ ਵਿੱਚ ਪੁਲਿਸ ਇੰਸਪੈਕਟਰ ਦੀ ਡਿਊਟੀ ਲੱਗੀ ਸੀ ਯੂਥ ਹੋਸਟਲ ਦੇ ਵਿੱਚ ਕਿ ਕਿਤਾਬਾਂ ਦੀ ਛਾਣਬੀਣ ਕਰੋ, ਇਹ ਦੱਸੋ ਕੀ ਹੈ, ਦੇਖੋ ਕੀ ਹੈ ਜੀ। ਉਹ ਜਦੋਂ ਉੱਥੇ ਹੋਸਟਲ ਜਾ ਕੇ ਵੇਖਿਆ, ਉਹ ਇੱਕਦਮ ਬਾਹਰ ਨਿਕਲ ਆਇਆ। ਕਿਤਾਬਾਂ ਸਭ ਸੁੱਟੀਆਂ ਸੀ, ਕਿਤਾਬਾਂ ਦੀ ਤਾਂ ਕੋਈ ਗੱਲ ਨਹੀਂ, ਉੱਥੇ ਮਹਾਰਾਜ ਦੇ ਸਰੂਪ ਵੀ ਨੀਚੇ ਪਏ ਸਨ ਜੀ। ਉਹ ਵਿਰੋਧ ਕਰ ਗਿਆ, ਸਿੱਖ ਸੀ, ਉਹ ਸਾਰੀ ਗੱਲ ਸਮਝ ਗਿਆ। ਉਹਨੇ ਆ ਕੇ ਵੱਡੇ ਅਫਸਰਾਂ ਨੂੰ ਦੱਸੀ ਵੀ ਮੈਂ ਨਹੀਂ ਉੱਥੇ ਜਾਣਾ, ਉੱਥੇ ਮਹਾਰਾਜ ਦਾ ਸਰੂਪ ਤਾਂ ਇੱਕ ਇੱਕ ਕਰਕੇ ਥੱਲੇ ਸੁੱਟਿਆ। ਫੌਜ ਨੇ ਤੁਰੰਤ ਟੇਬਲਾਂ ਦਾ ਉੱਥੇ ਅਰੇਂਜਮੈਂਟ ਕਰਕੇ
ਉਹ ਮਹਾਰਾਜ ਦੇ ਸਰੂਪ ਸੀ ਜਿਹੜੇ ਟੇਬਲ ਤੇ ਰੱਖੇ। ਤੇ ਇਹ ਅੰਕਲ ਜਿਹੜੇ ਸਰੂਪ ਸੀਗੇ ਹੱਥ ਲਿਖਤ ਸੀਗੇ? ਨਹੀਂ, ਹੱਥ ਲਿਖਤ ਦੂਜੇ ਵਿੱਚੇ ਉਹ ਸਰਬ ਸਾਂਝੇ ਹੀ ਸਨ ਜੀ, ਇਕੱਠੇ ਹੀ ਪਏ ਸਨ। ਠੀਕ ਹੈ। ਹਾਂਜੀ, ਤੇ ਉਹ ਡੇਟ ਵਾਈਜ਼ ਪਏ ਸਨ। ਜੀ ਜੀ। ਵੈਸੇ ਤਾਂ ਤੁਸੀਂ ਗੱਲ ਦੱਸੀ ਸੀ ਸਟਾਰਟਿੰਗ ਦੇ ਵਿੱਚ ਕਿ 12613 ਦੇ ਕਰੀਬ ਜਿਹੜੀਆਂ ਕਿਤਾਬਾਂ ਸਨ। ਹੱਥ ਲਿਖਤ ਗ੍ਰੰਥ ਵੀ ਇਹਨਾਂ ਦੇ ਵਿੱਚ ਹੀ ਕਾਊਂਟ ਹੁੰਦੇ ਨੇ ਕਿ ਵੱਖਰੇ ਸੀ? ਹੱਥ ਲਿਖਤ ਉਹ ਵੱਖਰਾ ਰਜਿਸਟਰ ਸੀਗਾ। ਤੇ ਹੁਕਮਨਾਮੇ? ਨਹੀਂ, ਹੁਕਮਨਾਮੇ ਵਿੱਚੇ ਉਹ ਐਕਸੈਸ਼ਨ ਰਜਿਸਟਰ ਦੇ ਵਿੱਚ ਹੀ ਹੁਕਮਨਾਮੇ। ਠੀਕ ਹੈ। ਤੇ ਹੱਥ ਲਿਖਤ ਜਿਹੜੇ ਪਾਵਨ ਸਰੂਪ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ? ਕਿੰਨੇ ਸੀਗੇ? ਸਭ ਤੋਂ ਦੁਰਲੱਭ ਕਿਹੜਾ ਸਰੂਪ? ਨਹੀਂ, ਉਹਨਾਂ ਦੀ ਹੁਣ ਗਿਣਤੀ ਦਾ ਇਸ ਕਰਕੇ ਨਹੀਂ ਨਾ ਪਤਾ ਵੀ ਸਮਾਂ ਜ਼ਿਆਦਾ ਹੋ ਗਿਆ। ਮੈਂ ਤੁਹਾਨੂੰ ਇਹ ਦੱਸਦਾ ਹੈ ਵੀ ਕੁਝ ਸਮੇਂ ਬਾਅਦ ਰਣਜੀਤ ਸਿੰਘ ਨੰਦਾ ਉਹੀ ਜਿਹੜਾ ਨੌਕਰੀ ਕਰਦਾ ਸੀ, ਜਦੋਂ ਰਿਟਾਇਰ ਹੋਇਆ, ਉਹ ਨੌਕਰੀ ਕਰਦਾ ਜਦੋਂ ਕਿਤਾਬਾਂ ਦੀ ਛਾਣਬੀਣ ਕਰਦਾ ਸੀ, ਉਹ ਆਪਣੇ ਨਾਲ ਕੁਝ ਪੁਸਤਕਾਂ ਲੈ ਆਇਆ। ਅੱਛਾ। ਕੁਝ ਪੁਸਤਕਾਂ, ਕੁਝ ਹੁਕਮਨਾਮੇ। ਉੱਥੋਂ ਮਤਲਬ ਇਜਾਜ਼ਤ ਨਾਲ? ਹਾਂ, ਹਾਂਜੀ ਹਾਂਜੀ, ਉਹ ਚੁੱਕ ਕੇ ਲੈ ਕੇ ਆ ਗਿਆ ਆਪਣੇ ਘਰ। ਅੱਛਾ। ਆਪਣੇ ਘਰ ਲਿਆ ਕੇ ਰੱਖਤੇ, ਫਿਰ ਉਹ ਆਪਣੀ ਡਿਊਟੀ ਕਰਦਾ ਰਿਹਾ ਜੀ। ਨੰਦਾ ਦੀ ਗੱਲ ਕਰ ਰਹੇ? ਹਾਂਜੀ, ਰਣਜੀਤ ਸਿੰਘ ਨੰਦਾ। ਠੀਕ ਹੈ। ਜਦੋਂ ਰਿਟਾਇਰ ਹੋ ਗਿਆ ਨੌਕਰੀ ਤੋਂ, ਫਿਰ ਉਹਨੇ ਲਿਆ ਕੇ ਉਹੀ ਹੁਕਮਨਾਮੇ, ਉਹੀ ਕੁਝ 2-4 ਪੁਸਤਕਾਂ ਉਹਨੇ ਲਿਆ ਕੇ ਮਨਜੀਤ ਸਿੰਘ ਕਲਕੱਤਾ ਨੂੰ ਦੇ ਦਿੱਤੇ ਜੀ। ਠੀਕ ਹੈ। ਤੇ ਮਨਜੀਤ ਸਿੰਘ ਕਲਕੱਤਾ ਨੇ ਲਾਇਬ੍ਰੇਰੀ ਫੋਨ ਕੀਤਾ ਵੀ ਫੌਰਨ ਇੱਕ ਜਣਾ ਆ ਜਾਓ, ਤੇ ਮੈਂ ਹੋ ਗਿਆ ਜੀ। ਤੇ ਮੈਂ ਜਾ ਕੇ ਉੱਥੇ ਬੈਠ ਗਿਆ ਤੇ ਉਹਨੇ ਮੈਨੂੰ ਦੱਸਿਆ ਵੀ ਲਾਇਬ੍ਰੇਰੀ ਚੋਂ? ਮੈਂ ਕਿਹਾ ਹਾਂਜੀ। ਕਹਿੰਦਾ ਆਹ ਲਓ ਲਿਫਾਫਾ, ਰਸਤੇ 'ਚ ਖੋਲ੍ਹਣਾ ਨਹੀਂ, ਉੱਥੇ ਜਾ ਕੇ ਖੋਲ੍ਹਣਾ, ਇਹਨਾਂ ਨੂੰ ਦਰਜ ਕਰਕੇ ਮੈਨੂੰ ਰਿਪੋਰਟ ਦੇ ਦੇਣੀ। ਜੋ ਉਹਨੇ ਚੀਜ਼ਾਂ ਦਿੱਤੀਆਂ ਸੀ ਉੱਥੇ ਲਿਆ ਕੇ ਖੋਲ੍ਹੀਆਂ, ਅਸੀਂ ਤਾਂ ਹੈਰਾਨ ਰਹਿ ਗਏ। ਉੱਤੇ ਲਾਇਬ੍ਰੇਰੀ ਦੀ ਸਟੈਂਪ ਲੱਗੀ ਸੀ ਵੀ ਇਹ ਤਾਂ ਪੁਰਾਣੀ ਲਾਇਬ੍ਰੇਰੀ ਦਾ ਹਿੱਸਾ ਹੈ। ਆਪਾਂ ਤਾਂ, ਮੈਂ ਬਲਵੀਰ ਸਿੰਘ ਨੂੰ ਕਹਿੰਦਾ ਰਿਹਾ ਵੀ ਤੁਸੀਂ ਕਹਿੰਦੇ ਹੋ ਲਾਇਬ੍ਰੇਰੀ ਸੜ ਗਈ। ਕਿੰਨੀਆਂ ਕਿਤਾਬਾਂ ਆਈਆਂ ਸੀ ਉਦੋਂ ਪਹਿਲੀ ਵਾਰੀ? ਫਿਰ ਨਹੀਂ, ਇਹ 34-35 ਉਹ ਹੁਕਮਨਾਮੇ ਆ। ਹੁਕਮਨਾਮੇ ਨਹੀਂ, ਇਹ ਕੋਈ ਖਾਸ ਬਹੁਤੀ ਵੱਡੀ ਸਮਾਨ ਨਹੀਂ, ਇੰਨੀ ਕਿ ਉਹ ਲਿਫਾਫਾ ਸੀ। ਅੱਛਾ। ਹਾਂਜੀ, ਹੁਕਮਨਾਮੇ ਸੀ ਸਾਰੇ? ਹਾਂ, ਆਹ ਸਾਰੇ ਹੁਕਮਨਾਮੇ ਆ ਜਿਹੜੇ ਸ਼ਮਸ਼ੇਰ ਸਿੰਘ ਰਣਜੀਤ ਸਿੰਘ ਨੰਦਾ ਦੇ ਕੇ ਗਏ। ਠੀਕ ਹੈ। ਠੀਕ ਹੈ। ਆਹ ਸਾਰੇ ਹੁਕਮਨਾਮੇ ਇਹ ਹੁਣ ਲਾਇਬ੍ਰੇਰੀ 'ਚ ਹੈਗੇ ਆਪਣੇ? ਹਾਂਜੀ, ਹੁਣ ਇਹ ਲਾਇਬ੍ਰੇਰੀ 'ਚ ਹੈਗੇ ਨੇ। ਠੀਕ ਹੈ। ਸਾਰੇ ਇਹਨਾਂ ਦੇ ਵਿੱਚੋਂ ਗੁਰੂ ਸਾਹਿਬ ਦੇ ਲਿਖੇ ਹੋਏ ਕਿੰਨੇ ਹੋਣਗੇ ਹੱਥ ਲਿਖਤ? ਨਹੀਂ, ਹੁਣ ਇੰਨਾ ਤਾਂ ਹੁਣ ਮੈਨੂੰ ਪਤਾ ਨਹੀਂ, ਹੁਣ ਭੁੱਲ ਗਿਆ ਜੀ ਮੈਂ ਵੀ। ਠੀਕ ਹੈ। ਹਾਂਜੀ। ਤੇ ਉਸ ਵਕਤ ਭਾਈ ਸਾਹਿਬ ਸਭ ਤੋਂ ਦੁਰਲੱਭ ਖਜ਼ਾਨੇ ਦੀ ਆਪਾਂ ਗੱਲ ਕਰ ਲਈਏ ਲਾਇਬ੍ਰੇਰੀ ਦਾ, ਵੈਸੇ ਤਾਂ ਹਰ ਕਿਤਾਬ ਦੀ ਆਪਣੀ ਅਹਿਮੀਅਤ ਹੁੰਦੀ ਹੈ, ਪਰ ਫਿਰ ਵੀ ਇੱਕ ਬਹੁਤ ਕੀਮਤੀ ਚੀਜ਼ ਕਿਹੜੀ ਸੀ? ਹਾਂਜੀ, ਇਹਦੇ ਵਿੱਚੋਂ ਵੈਸੇ ਤਾਂ ਤੁਸੀਂ ਦੱਸਿਆ ਵੀ ਸਾਰੀਆਂ ਕਿਤਾਬਾਂ ਇੰਪੋਰਟੈਂਟ ਸਨ। ਹਾਂਜੀ। ਜਿਵੇਂ ਕਨਿੰਗਮ ਹੋਇਆ, ਮੈਕਾਲਫ ਹੋਇਆ, ਮੈਗਰੇਲਰ ਹੋਇਆ, ਇੰਦੂ ਭੂਸ਼ਣ ਬੈਨਰਜੀ ਹੋਇਆ, ਇਹ ਸਾਰੇ ਜਿਹੜੀਆਂ ਸੀ, ਇਹ ਸਾਰੀਆਂ ਉੱਥੇ ਰੇਅਰ ਪੁਸਤਕਾਂ ਸੀ। ਇਹ ਨਹੀਂ ਵੀ ਬਾਜ਼ਾਰ 'ਚ ਜਿਹੜੀ ਛਪਕੀ ਤੇ ਲੈ ਆਓ, ਇਹ ਨਹੀਂ ਸੀ। ਉੱਥੇ ਹੁੰਦੀ ਰੇਅਰ ਸੀ, ਸਾਰੀਆਂ ਰੇਅਰ ਸੀ, ਪਰ ਰੇਅਰ ਦੇ ਵਿੱਚੋਂ ਰੇਅਰ ਸੀ ਹੱਥ ਲਿਖ ਪੁਸਤਕਾਂ। ਠੀਕ ਹੈ। ਉਹਨਾਂ ਦੇ ਵਿੱਚ ਮੈਨੂੰ ਹੁਣ ਨਾਂ ਤਾਂ ਘੱਟ ਪਤਾ ਹੈ ਜੀ, ਕਿਉਂ ਇਹਦੇ ਵਿੱਚ ਮੈਂ ਹੋਰ ਰੱਖਿਆ ਨਹੀਂ, ਸ਼ਾਇਦ ਨਹੀਂ ਰੱਖਿਆ ਨਹੀਂ ਹੈਗਾ। ਠੀਕ ਹੈ। ਹਾਂਜੀ ਹਾਂਜੀ, ਉਹ ਨਾਮ ਤੁਸੀਂ ਦੱਸੇ ਸੀ ਸਾਨੂੰ ਪਿਛਲੀ ਵਾਰੀ। ਹਾਂਜੀ ਹਾਂਜੀ ਹਾਂਜੀ, ਉਹ ਕਾਫੀ ਮਹੱਤਵਪੂਰਨ ਸੀ। ਜਿਵੇਂ ਇੱਕ ਉਰਦੂ ਦੀ ਕਿਤਾਬ ਸੀ ਰੱਦੋ ਬਦਲਾਨ, ਹਾਂਜੀ, ਉਹ ਸੀ 47 ਦੀ, ਹਾਂਜੀ। ਉਹ ਸਾਨੂੰ ਸ਼ਮਸ਼ੇਰ ਸਿੰਘ ਅਸ਼ੋਕ ਦੱਸ ਕੇ ਗਿਆ ਸੀ ਵੀ ਇਹਨੂੰ ਗਾਇਬ ਨਾ ਹੋਵੇ, ਇਹਦੇ ਤੇ ਧਿਆਨ ਰੱਖਿਓ। ਉਹੀ ਜਿਹੀਆਂ ਕਈ ਕਿਤਾਬਾਂ ਸੀ ਜਿਹੜੀਆਂ ਮਹੱਤਵਪੂਰਨ ਸਨ। ਜੀ ਜੀ। ਔਰ ਸਰੂਪਾਂ ਦੇ ਤੁਸੀਂ ਕਹਿ ਕੇ ਗਿਣਤੀ ਭਾਵੇਂ ਤੁਹਾਨੂੰ ਨਹੀਂ ਪਤਾ ਐਗਜ਼ੈਕਟ ਕਿੰਨੀ ਸੀ, ਤੇ ਪਰ ਉੱਥੇ ਗਿਣਤੀ ਕਦੇ ਕਰਦੇ ਨਹੀਂ ਸੀ ਭਾਈ ਸਾਹਿਬ ਜਦੋਂ ਤੁਸੀਂ ਲਾਇਬ੍ਰੇਰੀ ਦੇ ਵਿੱਚ ਡਿਊਟੀ ਕਰਦੇ ਸੀ? ਨਹੀਂ ਜੀ, ਉੱਥੇ ਕੁਝ ਬੀਬੀਆਂ ਹੁੰਦੀਆਂ ਸਨ ਜੀ, ਆਪਣੇ ਅਖੰਡ ਕੀਰਤਨ ਜਥੇ ਦੀਆਂ, ਉਹ ਸਾਫ਼ ਸਫਾਈ ਕਰ ਜਾਂਦੀਆਂ ਸਨ। ਠੀਕ ਹੈ। ਹਾਂਜੀ, ਠੀਕ ਹੈ। ਪਰ ਕਿਤੇ SGPC ਨੂੰ ਕਿਤੇ ਪਤਾ ਲੱਗਾ ਵੀ ਉੱਥੇ ਸਮਾਨ ਪਿਆ ਜੀ। ਅੱਛਾ। ਆਰਮੀ ਕੋਲ। ਠੀਕ ਹੈ। ਤਾਂ ਆਰਮੀ ਵਾਲਿਆਂ ਨੇ ਇਹਨਾਂ ਨੂੰ ਕਿਤੇ ਚਿੱਠੀ ਲਿਖੀ। ਅੱਛਾ। ਆਰਮੀ ਵਾਲਿਆਂ ਨੇ ਇਹਨਾਂ ਨੂੰ ਲਿਖੀ ਤੇ ਇਹਨਾਂ ਨੇ ਫਿਰ ਕੁਝ ਬੰਦਿਆਂ ਦਾ ਆਰਡਰ ਪਾਇਆ ਜੀ। ਅੱਛਾ। ਆਰਡਰ ਪਾਇਆ ਵੀ ਆਹ ਬੰਦੇ ਜਾ ਕੇ ਦੇਖੋ, ਆਪਰੇਸ਼ਨ ਬਲੂ ਸਟਾਰ ਦੌਰਾਨ ਦਫ਼ਤਰੀ ਰਿਕਾਰਡ CBI ਆਫਿਸ ਦਿੱਲੀ ਤੋਂ ਲਿਆਉਣ ਲਈ ਹੇਠ ਲਿਖੇ ਸਟਾਫ ਦੀ ਡਿਊਟੀ ਲਗਾਈ ਜਾਂਦੀ ਹੈ। ਇਹ ਸਟਾਫ ਮਿਤੀ 10 ਹਾਂਜੀ 10/1/10/1999 ਨੂੰ ਗੱਡੀ ਨੰਬਰ ਆ ਲੈ ਕੇ ਜਾਵੇ ਅਤੇ ਪੂਰਨ ਸਿੰਘ ਹੁੰਦਲ ਵਕੀਲ ਨੂੰ ਹਰਿਆਣਾ ਹਾਈ ਕੋਰਟ ਉਹ ਚੰਡੀਗੜ੍ਹ ਤੋਂ ਲੈ ਲਵੇ। ਠੀਕ ਹੈ। ਹੁਣ ਇਹਦੇ ਵਿੱਚ ਇੱਥੇ ਇੱਕ ਗੱਲ ਦੇਖੋ ਸਾਰਾ ਸਟਾਫ ਹੈ, ਇਹਦੇ ਵਿੱਚ ਲਾਇਬ੍ਰੇਰੀ ਦਾ ਕੋਈ ਸਟਾਫ ਨਹੀਂ। ਇੱਥੇ ਲਾਇਬ੍ਰੇਰੀ ਦਾ ਸਟਾਫ ਚਾਹੀਦਾ ਸੀ। ਇਹ ਜਿਹੜੇ ਬੰਦੇ ਇੱਕੋ ਸੁਪਰਵਾਈਜ਼ਰ ਹੈ 87 ਦਿਲਬਾਗ ਸਿੰਘ, ਬਾਕੀ ਸਾਰੇ ਸੇਵਾਦਾਰ ਨੇ। ਜਦੋਂ ਇਹਨਾਂ ਨੂੰ ਸਮਾਨ ਮਿਲਿਆ ਵਾ, ਇਹਦੇ ਵਿੱਚ ਕੋਈ ਪਤਾ ਨਹੀਂ ਕੀ ਚੀਜ਼ ਹੈ ਕੀ ਨਹੀਂ,
ਤੇ ਮਤਲਬ ਫਿਰ ਇਹ ਤੁਹਾਨੂੰ ਨਾ ਸੱਦ ਕੇ ਸੇਵਾਦਾਰਾਂ ਨੂੰ ਕਿਉਂ ਛੱਡਿਆ ਸੱਦਿਆ? ਇਹ ਤੇ ਹੁਣ ਦੇਖੋ ਤੁਹਾਨੂੰ ਕਿਉਂ ਨਹੀਂ ਸੱਦਿਆ? ਨਹੀਂ, ਮਤਲਬ ਇਹ ਤਾਂ ਹੁਣ ਜਿਹੜੇ ਉਦੋਂ ਵੱਡੇ ਅਧਿਕਾਰੀ ਸਨ ਇਹ ਤੇ ਉਹੀ ਦੱਸਣਗੇ ਵੀ ਅਸੀਂ ਉਹਨਾਂ ਲਾਇਬ੍ਰੇਰੀ ਨੂੰ ਕਿਉਂ ਨਹੀਂ ਸੱਦਿਆ, ਆਹ ਕਿਉਂ ਲਾਏ। ਦੇਖੋ ਫਿਰ ਵੀ ਉਹਨਾਂ ਨੇ ਰਸਤੇ 'ਚ ਕਿਤੇ ਚਾਹ ਪਾਣੀ ਤਾਂ ਪੀਤਾ ਜੀ। ਜਿਵੇਂ ਫਾਰ ਐਗਜ਼ਾਮਪਲ ਆਪਾਂ ਰੁਕ ਗਏ ਗੁਰਦੁਆਰਾ ਜਿਹੜਾ ਹੈਗਾ ਮੰਡੀ ਸਾਹਿਬ ਵਾਲੇ ਰੁਕ ਗਏ, ਹਾਂਜੀ, ਗੱਡੀ ਤਾਂ ਬਾਹਰ ਲੱਗ ਗਈ, ਚਾਹ ਰੋਟੀ ਤਾਂ ਆਪਾਂ ਅੰਦਰ ਖਾਧੀ, ਹੁਣ ਬਾਹਰ ਗੱਡੀ ਖੁੱਲੀ ਹੈ, ਕੀ ਪਤਾ ਕੌਣ ਲੈ ਗਿਆ ਕੀ ਨਹੀਂ। ਹਾਂ ਬਿਲਕੁਲ। ਹਾਂਜੀ, ਜਦੋਂ ਉਹਨਾਂ ਦੇ ਪਿੱਛੇ ਇਹ ਜੋ ਲੈ ਕੇ ਆਏ, ਇਹ ਲੈ ਕੇ ਆਏ ਸਾਰੇ ਸਮਾਨਦਾਰ ਕਾਰਡ, ਠੀਕ ਹੈ, ਆਪਣੇ ਐਸਜੀਪੀਸੀ ਦਾ, ਠੀਕ ਹੈ, ਇਹਨਾਂ ਨੇ ਆਹ ਕੁਝ ਉਹਦੇ ਵਿੱਚੋਂ ਮਿਲਿਆ ਜੀ, ਠੀਕ ਹੈ, ਠੀਕ ਹੈ, ਹਾਂਜੀ। ਆਹ ਜਿਹੜਾ ਕੁਝ ਸੀ ਇਹ ਸਾਰਾ ਕੁਝ ਲਾਇਬ੍ਰੇਰੀ ਦਾ ਹਿੱਸਾ ਸੀ। ਇਹਦੇ ਵਿੱਚ 2 ਐਕਸੈਸ਼ਨ ਰਜਿਸਟਰ ਵੀ ਨੇ, ਆਹ ਦੇਖੋ 1 ਤੋਂ ਲੈ ਕੇ 5000 ਜੀ, 5000 ਤੋਂ ਲੈ ਕੇ 10000, ਹਾਂਜੀ। ਜਿਹੜਾ ਤੀਸਰਾ ਰਜਿਸਟਰ ਹੈ ਉਹ ਸਾਨੂੰ ਹੇਠਲੇ ਕਮਰੇ ਚੋਂ ਮਿਲਦਾ ਹੈ, ਬਲਬੀਰ ਸਿੰਘ ਲਾਇਬ੍ਰੇਰੀ। ਮਤਲਬ ਰਜਿਸਟਰ ਤਾਂ ਤਿੰਨੇ ਪੂਰੇ ਹੋ ਗਏ? ਹਾਂ, ਤਿੰਨੇ ਪੂਰੇ ਹੋ ਗਏ। ਜਦੋਂ ਅਸੀਂ ਦੇਖਿਆ ਨਾ ਵੀ ਇੱਕ ਪਹਿਲੋਂ ਹੈਗਾ, 2 ਆ ਹੈਗੇ, ਸਮਝੋ ਇੱਕ ਕਿਸਮ ਦੀ ਲਾਇਬ੍ਰੇਰੀ ਆ ਗਈ। ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਸਾਡੇ ਕੋਲ ਹੈ ਕੀ ਸੀ, ਕਿਉਂਕਿ ਇੰਨੀਆਂ ਕਿਤਾਬਾਂ ਯਾਦ ਨਹੀਂ ਰੱਖ ਸਕਦੇ ਤੁਸੀਂ। ਹਾਂਜੀ, 12000 ਕਿਤਾਬ ਕਿੱਥੇ ਯਾਦ ਰਹਿੰਦੀ ਹੈ। ਹੁਣ ਇਹ ਦੇਖ ਲਓ, ਆ ਅਕਾਲੀ ਅਖਬਾਰ ਮਈ 10 ਜੂਨ ਤੋਂ 22, ਇਹ ਸਾਰੇ 42 1922, ਇਹ ਸਾਰੀਆਂ ਇਹ ਉਹ ਕਾਪੀਆਂ ਨੇ। ਅੱਛਾ, ਜਿਹੜਾ ਹੁਣ ਇਹਦੇ ਵਿੱਚ ਆ ਗਿਆ, ਦੇਖੋ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਪ੍ਰੋਸੀਡਿੰਗ ਬੁੱਕ ਜੀ, 62 ਤੋਂ 65 ਤੱਕ, 65 ਤੋਂ 74 ਤੱਕ, ਇਹ ਹੁੰਦੇ ਆ ਜਿਹੜੇ ਰਿਸਰਚ ਬੋਰਡ ਦੀ ਉਹ ਹੈਗੇ ਨਾ ਮੀਟਿੰਗ ਹੁੰਦੀ, ਉਹਦੇ ਇਹ ਮਤੇ ਨੇ ਸਾਰੇ ਇਹ। ਠੀਕ ਹੈ, ਹਾਂਜੀ। ਹੁਣ ਇਹਦੇ ਵਿੱਚ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਵਿਚਲੀਆਂ ਬੀੜਾਂ ਦਾ ਰਜਿਸਟਰ, ਠੀਕ ਹੈ, ਜਿਹੜਾ ਬੀੜਾਂ ਦਾ ਵਿੱਚ ਦਰਜ ਹੁੰਦਾ ਸੀ ਨਾ, ਉਹ ਸਾਰਾ ਉਹਦੇ ਵਿੱਚ ਸੀ, ਉਹ ਰਜਿਸਟਰ ਵੀ ਸਾਨੂੰ ਉੱਥੋਂ ਮਿਲ ਗਿਆ। ਠੀਕ ਹੈ। ਫਿਰ ਇੱਕ ਹੁੰਦਾ ਡਿਮਾਂਡ ਪੁਸਤਕ ਮੰਗਾ ਰਜਿਸਟਰ, ਹਾਂਜੀ, ਪੁਸਤਕ ਮੰਗਾ ਰਜਿਸਟਰ, ਹਾਂਜੀ, ਸਕਾਲਰਾਂ ਦੇ ਜਿਹਤੇ ਸਾਈਨ ਹੁੰਦੇ ਆ। ਠੀਕ ਹੈ। ਉਹ ਜਿਹੜਾ ਸੀ ਉਹ ਮੇਰੇ ਕੋਲ ਸੀ, ਉਹ ਮੈਂ ਉਹਨੂੰ ਸਮਝਦਾ ਵੀ ਇਹ ਕੀ ਸੀ, ਜਿਵੇਂ ਕੋਈ ਸਕਾਲਰ ਆਉਂਦਾ, ਫਰਜ਼ ਕਰੋ ਤੁਸੀਂ ਆਉਂਦੇ ਹੋ, ਤੁਹਾਡਾ ਨਾਮ, ਤੁਹਾਡਾ ਐਡਰੈਸ, ਤੁਹਾਡੇ ਸਿਗਨੇਚਰ, ਤੇ ਤੁਹਾਨੂੰ ਜੋ ਜੋ ਕਿਤਾਬਾਂ ਦਿੱਤੀਆਂ ਉਹ ਤੁਹਾਨੂੰ ਦੇ ਕੇ ਉਹ ਫਿਰ ਅਸੀਂ ਆਪਣੇ ਕੋਲ ਰੱਖਣਾ। ਜਦੋਂ ਤੁਸੀਂ ਜਾਣਾ ਹੈ, ਉਹ ਕੱਟਦੀਆਂ, ਤੁਹਾਡੇ ਸਾਈਨ ਫੇਰ ਕਰਾ ਲਏ। ਉਹ ਰਜਿਸਟਰ ਹੈ ਤੇ ਐਕਸੈਸ਼ਨ ਰਜਿਸਟਰ, ਇਹ ਅੰਦਰੋਂ ਗਿਆ ਹੈ, ਮਤਲਬ ਜਿਹੜਾ ਜਿੱਥੇ ਬਗੀਚਾ ਸਿੰਘ ਜੀ ਹੁਣ ਬਹਿੰਦੇ ਆ ਨਾ, ਠੀਕ ਹੈ, ਇਹ ਵੱਡਾ ਹਾਲ, ਉਹਦੇ ਵਿੱਚ ਸੀ ਇਹ ਸਾਰਾ। ਯਾਨੀ ਕਿ ਕਈ ਸਾਰੇ ਸਬੂਤ ਮਿਲਦੇ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਲਾਇਬ੍ਰੇਰੀ ਲੁੱਟੀ ਗਈ ਹੈ। ਹਾਂਜੀ, ਹਾਂ, ਬਿਨਾਂ ਸ਼ੱਕ ਲੁੱਟੀ ਗਈ ਹੈ। ਸੋ ਭਾਈ ਸਾਹਿਬ, ਇੱਕ ਹੋਰ ਮੈਂ ਸਵਾਲ ਉਹੀ ਪਹਿਲਾਂ ਪੁੱਛਿਆ ਸੀ, ਜਿਹੜਾ ਕਿ ਸਭ ਤੋਂ ਪਾਵਨ ਸਰੂਪ ਉੱਥੇ ਕਿਹੜਾ ਸੀ? ਕਿਉਂਕਿ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਸੋਨੇ ਦੀ ਸਿਆਹੀ ਦੇ ਨਾਲ ਲਿਖਿਆ ਹੋਇਆ ਇੱਕ ਪਾਵਨ ਸਰੂਪ ਸੀ। ਸੋਨੇ ਦੀ ਸਿਆਹੀ ਵਾਲਾ ਤਾਂ ਨਹੀਂ ਮੈਨੂੰ ਪਤਾ, ਤੁਸੀਂ ਦੇਖਿਆ ਨਹੀਂ ਕਦੇ? ਬੀਬੀ ਗੁਰਸ਼ਰਨ ਕੌਰ ਨੇ ਦੱਸਿਆ ਇਹ। ਨਹੀਂ, ਉਹ ਹੋ ਸਕਦਾ ਉਹਨਾਂ ਨੇ ਦੇਖਿਆ ਵੀ ਉਹਦੇ ਵਿੱਚ ਇੱਕ ਬੀੜ ਸੀ ਦਮਦਮੀ ਜੀ, ਦਮਦਮੀ ਉਹ ਬੀੜ ਸੀ ਜੋ ਸਨ 1948-49 ਵਿੱਚ ਸਰਦਾਰ ਗਿਆਨ ਸਿੰਘ ਰਾੜੇਵਾਲੇ ਨੇ ਆਪਣਾ ਪ੍ਰਭਾਵ ਵਰਤ ਕੇ ਦਮਦਮਾ ਸਾਹਿਬ ਤੋਂ, ਤਖਤ ਦਮਦਮਾ ਸਾਹਿਬ ਤੋਂ ਇੱਥੇ ਉਹ ਬੀੜ ਲਿਆਂਦੀ ਸੀ। ਠੀਕ ਹੈ। ਇਹਨੂੰ ਅਸੀਂ ਮਤਲਬ ਉਹ ਮੰਨਦੇ ਸੀ ਵੀ ਇਹਦੇ ਵਿੱਚ ਰੇਅਰ ਬੀੜ ਹੈ ਜੀ। ਠੀਕ ਹੈ। ਹੋ ਸਕਦਾ ਬੀਬੀ ਜੀ ਨੇ ਕੋਈ ਦੇਖੀ ਹੋਵੇ ਜੀ। ਫੇਰ ਜੀ ਕੀ ਕੀਤਾ, ਐਸਜੀਪੀਸੀ ਨੇ ਕੀ ਕੀਤਾ ਵੀ ਆਹ ਜਿਹੜੀ ਚਿੱਠੀ ਹੈ ਨਾ, ਵੀ ਪੂਰਨ ਸਿੰਘ ਹੁੰਦਲ ਨੂੰ ਲਿਖੀ। ਠੀਕ ਹੈ। ਪੂਰਨ ਸਿੰਘ ਹੁੰਦਲ ਨੂੰ ਲਿਖ ਕੇ ਕਿਹਾ ਵੀ ਤੁਸੀਂ ਜੋ ਕੁਝ ਲਿਆਂਦਾ ਸੀ ਤੁਸੀਂ ਉਹ ਸਾਨੂੰ ਦਿੱਤਾ ਸੀ ਕਿ ਨਹੀਂ, ਕੀ ਦਿੱਤਾ ਕੀ ਨਹੀਂ ਦਿੱਤਾ। ਜੀ ਜੀ। ਉਹਨੇ ਜਿਹੜਾ ਜਵਾਬ ਦਿੱਤਾ ਇਹਦੇ ਵਿੱਚ ਹੀ ਜਵਾਬ ਦੇ ਦਿੱਤਾ ਵੀ ਜੋ ਮੈਂ ਲਿਆਂਦਾ ਸੀ ਉਹ ਸਾਰਾ ਮੈਂ ਤੁਹਾਨੂੰ ਲਿਆ ਕੇ ਦਿੱਤਾ, ਹਲੇ ਵੀ ਮਾਲਖਾਨਾ ਰਜਿਸਟਰ ਅਨੁਸਾਰ ਅਜੇ ਬਹੁਤ ਸਾਰਾ ਸਮਾਨ ਸੀਬੀਆਈ ਦੇ ਅੰਦਰਾਜ ਮਾਲਖਾਨਾ ਹਾਂਜੀ ਵਿੱਚ ਪਿਆ ਹੈ। ਹਾਂਜੀ ਹਾਂਜੀ, ਆਹ ਵਿੱਚ ਪਿਆ ਹੈ। ਹਾਂਜੀ, ਇੱਥੇ ਹੁਣ ਇਹ ਕੋਈ ਪੈਰਵਾਈ ਕਰੇ ਤੇ ਹੋ ਸਕਦਾ ਸਾਨੂੰ ਕੋਈ ਚੀਜ਼ ਮਿਲ ਜਾਵੇ, ਵੈਸੇ ਤਾਂ ਮਿਲਣੀ ਨਹੀਂ। ਵੈਸੇ ਇੰਨੇ ਦਾਅਵੇ ਨਾਲ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਨਹੀਂ ਮਿਲਣੀ? ਪਹਿਲਾਂ ਵੀ ਮਿਲੀਆਂ ਨੇ। ਨਹੀਂ, ਉਹ ਤਾਂ ਚਲੋ ਜਾਂ ਤਾਂ ਉਹ ਕੋਈ ਉਹਨਾਂ ਨੂੰ ਫੌਜ ਵਾਲਿਆਂ ਨੂੰ
ਕੋਈ ਇਦਾਂ ਦਾ ਕੋਈ ਭੁਲੇਖਾ ਪਿਆ ਹੋਵੇ, ਉਹਨਾਂ ਨੇ ਕਿਹਾ ਵੀ ਚੱਲ ਇੰਨਾ ਕੁ ਦੇ ਦਿਓ, ਹੈ ਜੀ, ਉਹ ਜਿਹੜਾ ਦੇਣਾ ਸੀ ਉਹਨਾਂ ਕੁ ਦੇਤਾ। ਬਾਕੀ ਹੁਣ ਜੇ ਸਰਕਾਰ ਨੇ ਦੇਣਾ ਹੁੰਦਾ, ਕਾਫੀ ਮੌਕੇ ਆਏ ਨੇ, ਜੀ ਭਾਜਪਾ ਦੀ ਸਰਕਾਰ ਰਹੀ ਹੈ, ਕਾਂਗਰਸ ਦੀ ਸਰਕਾਰ ਰਹੀ ਹੈ, ਸਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਜੀ। ਬਿਲਕੁਲ, ਯਾਨੀ ਕਿ ਮਤਲਬ ਆਸ ਤਾਂ ਕੋਈ ਹੈ ਨਹੀਂ ਗੀ, ਪਰ ਇਸ ਲਾਇਬ੍ਰੇਰੀ ਨੂੰ ਠੀਕ ਹੈ ਉਦੋਂ ਹਮਲਾ ਉਹਨਾਂ ਨੇ ਕੀਤਾ, ਫੌਜ ਨੇ ਆਪਦੇ ਤਰਕ ਦਿੱਤੇ ਨੇ ਕਿ ਅਸੀਂ ਇਸ ਕਰਕੇ ਹਮਲਾ ਕੀਤਾ, ਸਿੱਖ ਕਦੇ ਭੁਲਾ ਨਹੀਂ ਸਕਦੇ ਉਹਨੂੰ, ਪਰ ਲਾਇਬ੍ਰੇਰੀ ਲੁੱਟਣ ਦਾ ਕੀ ਮਕਸਦ ਹੋ ਸਕਦਾ ਸਰਕਾਰ ਦਾ? ਲਾਇਬ੍ਰੇਰੀ ਲੁੱਟਣ ਦਾ ਦੇਖੋ ਮਕਸਦ ਇਹ ਤਾਂ ਹੁਣ ਉਹਦੇ ਵਿੱਚ ਚੰਗੀਆਂ ਚੀਜ਼ਾਂ ਸਾਨੂੰ ਹੋ ਸਕਦਾ ਸਰਕਾਰ ਇਹੀ ਚਾਹੁੰਦੀ ਹੋਵੇ ਵੀ ਅਸੀਂ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਚੰਗੀਆਂ ਚੀਜ਼ਾਂ ਨੇ ਉਹ ਆਪਣੀਆਂ ਲੁੱਟ ਕੇ ਲੈ ਜਾਓ, ਜਾਂ ਜੋ ਤੁਸੀਂ ਇਹ ਇੱਕ ਗੱਲ ਚੱਲਦੀ ਹੈ ਵੀ ਭਿੰਡਰਾਂ ਵਾਲੇ ਨੂੰ ਚਿੱਠੀ ਆਈ ਸੀ, ਉਹ ਦੁੱਗਲ ਨੇ ਪੜ੍ਹੀ ਸੀ, ਜੀ ਹੈ ਉਹ ਹੈ। ਹਾਂਜੀ, ਹੁਣ ਇੱਕ ਗੱਲ ਇਹ ਹੈ ਵੀ ਜਿਹੜਾ ਹੇਠਲਾ ਕਮਰਾ ਸੀ, ਜਿਹੜਾ ਕਦੀ ਵੀ ਕਿਸੇ ਨੇ ਖੋਲ੍ਹਿਆ ਨਹੀਂ ਸੀ ਪਹਿਲਾਂ ਨਾ, ਮੈਂ ਤਾਂ ਖੋਲਦਾ ਸਾਂ, ਠੀਕ ਹੈ, ਪੁਰਾਣੇ ਸਮੇਂ 'ਚ ਅਸੀਂ ਖੋਲਦੇ ਸਾਂ ਜੀ। 1984 ਲਾਇਬ੍ਰੇਰੀ ਦਾ ਹਿੱਸਾ ਹੀ ਸੀ ਉਹ? ਹਾਂ, ਲਾਇਬ੍ਰੇਰੀ ਦਾ ਹਿੱਸਾ ਸੀ। ਉਹਦੇ ਵਿੱਚ ਕੀ ਸੀ, ਅਖਬਾਰਾਂ ਸੀਗੀਆਂ। ਅਖਬਾਰਾਂ ਕਿਹੜੀਆਂ ਸੀ? ਨਵਾਂ ਜਮਾਨਾ, ਪੁਰਾਣੀਆਂ, ਪੈਟਰੀਓਟ, ਦੇਸ਼ ਭਗਤ, ਸਟੇਟਸਮੈਨ, ਟਾਈਮਜ਼ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਇਹ ਅਖਬਾਰਾਂ ਕਿੰਨੇ ਸਾਲ ਪੁਰਾਣੀਆਂ? ਇਹ ਕਾਫੀ ਪੁਰਾਣੀਆਂ ਸਨ, ਸ਼ੁਰੂ ਤੋਂ ਸੀ। ਕੁਝ ਅਖਬਾਰਾਂ ਆਪਾਂ ਲਾਹੌਰ ਤੋਂ ਵੀ ਲੈਂਦੀਆਂ ਨੇ ਇਹ। ਅੱਛਾ, ਆਹ ਦੇਖੋ ਹੁਣ ਜਿਹੜਾ ਸਮਾਨ ਸਾਨੂੰ ਫੌਜ ਨੇ ਦਿੱਤਾ ਹੈ, ਹੇਠਲੇ ਕਮਰੇ ਦਾ ਆਹ ਸਾਰਾ ਸਮਾਨ। ਅੱਛਾ, ਇਹ ਆਹ ਸਾਰਾ ਸਮਾਨ ਹੇਠਲੇ ਕਮਰੇ ਦਾ ਹੈ, ਠੀਕ ਹੈ। ਇਹਦੇ ਉੱਤੇ ਫੌਜ ਦੇ ਸਾਈਨ ਨੇ, ਭਾਨ ਸਿੰਘ, ਸਰਦਾਰ ਕੁਲਵੰਤ ਸਿੰਘ। ਕੁਲਵੰਤ ਸਿੰਘ ਕੌਣ ਸੀਗੇ? ਕੁਲਵੰਤ ਸਿੰਘ ਬਜ਼ੁਰਗ ਨੇ, ਆਪਣੇ ਸੈਕਟਰੀ ਸੀ ਸ਼੍ਰੋਮਣੀ ਕਮੇਟੀ ਦੇ। ਠੀਕ ਹੈ। ਹਾਂਜੀ, ਹਾਂਜੀ, ਇਹਨਾਂ ਦਾ ਨਾਮ ਤਾਂ ਕਿਉਂਕਿ ਤਤਕਾਲੀ ਸਨ, ਹਾਂਜੀ, ਤਾਂ ਕਰਕੇ ਮੈਂ ਹਾਂਜੀ। ਅੱਛਾ, ਇਹਨਾਂ ਦੇ ਸਾਈਨ ਕਰਾਏ। ਇਹ ਸਾਰਾ ਸਮਾਨ ਲਾਇਬ੍ਰੇਰੀ 'ਚ ਮੌਜੂਦ ਹੈ। ਆਹਾ, ਇਹ ਸਾਰਾ ਮੌਜੂਦ ਹੈ? ਹਾਂਜੀ, ਠੀਕ ਹੈ। ਅੱਛਾ ਭਾਈ ਸਾਹਿਬ, ਪਿੱਛੇ ਜਿਹੜਾ 2 ਸਾਲ ਪਹਿਲਾਂ ਰੌਲਾ ਪਿਆ ਸੀ ਕਿ ਜਿਹੜਾ ਵਾਪਸ ਕਰਤਾ ਸਰਕਾਰ ਨੇ ਸਮਾਨ, ਉਹ ਵੀ ਲਾਇਬ੍ਰੇਰੀ 'ਚ ਹੈ ਨਹੀਂ, ਉਹ ਕਿੱਧਰ ਨੂੰ ਗਿਆ? ਵਿੱਚ ਹੀ ਮਰਹੂਮ ਜੋਗਿੰਦਰ ਸਿੰਘ ਵੇਦਾਂਤੀ ਜੀ ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਰਹੇ, ਉਹਨਾਂ ਤੇ ਵੀ ਇੱਕ ਬੜਾ ਵੱਡਾ ਇਲਜ਼ਾਮ ਲੱਗਿਆ ਪਾਵਨ ਬੀੜ ਨੂੰ ਵੇਚੇ ਜਾਣ ਦਾ। ਦੇਖੋ ਕਿੰਨੀ ਕੁ ਸੱਚਾਈ? ਜਿਹੜਾ ਇਹ ਵੇਦਾਂਤੀ ਵਾਲਾ ਕੰਮ ਹੈ ਨਾ, ਇਹ ਸਾਡੇ ਮਗਰੋਂ ਤੋਂ ਭਾਵੇਂ ਹੋਇਆ ਹੋਵੇ, ਇਹ ਸਾਡੇ ਹੁੰਦੇ ਤੇ ਇਹ ਕੁਝ ਨਹੀਂ ਹੋਇਆ। ਠੀਕ ਹੈ। ਇਹ ਵੇਦਾਂਤੀ ਜੀ ਵਾਲਾ, ਠੀਕ ਹੈ। ਇਹਦੇ ਵਿੱਚ ਹੁਣ ਆਪਾਂ ਤਾਂ ਕੁਝ ਕਹਿ ਨਹੀਂ ਸਕਦੇ ਕਿ ਜੋ ਲਗਾਏ ਨੇ ਵੇਦਾਂਤੀ ਜੀ ਲਗਾਏ ਨੇ। ਅੱਛਾ, ਆਹ ਜਿਹੜੇ ਹੈ ਨਾ, ਇਹ ਦੇਖੋ ਆਹ ਸਾਈਨ ਬਲਬੀਰ ਸਿੰਘ ਦੇ, ਆਹ ਦੁੱਗਲ ਸਿੰਘ, ਆਹ ਜੋਗਿੰਦਰ ਸਿੰਘ ਤਲਵਾੜਾ, ਆਹ ਦਵਿੰਦਰ ਸਿੰਘ ਦੁੱਗਲ, ਜੀ, ਇਹ ਆਹ ਨੇ ਫੌਜ ਦੇ ਉਹ ਅਫਸਰਾਂ ਦੇ। ਇਹ ਸਾਰਾ ਸਮਾਨ ਹੈ ਜਿਹੜਾ ਆਹਾ ਤੇ ਆਹਾ, ਇਹ ਸਾਰਾ ਸਮਾਨ ਬਲਬੀਰ ਸਿੰਘ ਲਾਇਬ੍ਰੇਰੀ ਨੇ ਆਪ ਵਸੂਲਿਆ ਸੀ, ਆਪ ਲਿਆ ਸੀ। ਠੀਕ ਹੈ। ਜਿਹੜੇ ਇੱਥੇ ਵੀ ਮਹਾਰਾਜ ਦੇ ਸਰੂਪ ਸਨ, ਉਹਨਾਂ ਨੂੰ ਮਹਾਰਾਜ ਦੇ ਸਰੂਪਾਂ ਨੂੰ ਉਹਨਾਂ ਨੇ ਬਕਾਇਦਾ ਨੰਬਰਿੰਗ ਲਾ ਕੇ ਵੀ ਇਹ ਹੇਠੋਂ ਮਿਲੇ ਨੇ, ਹੱਥ ਲਿਖਤ ਵਾਲੇ ਨੂੰ ਹੱਥ ਲਿਖਤਾ, ਦੂਜੇ ਨੂੰ ਦੂਜਾ ਲਿਖਤਾ, ਉਹ ਉਹਨਾਂ ਨੇ ਇੱਕ ਬਕਾਇਦਾ ਸਟicker ਲਾਏ ਸਨ ਜੀ। ਠੀਕ ਹੈ। ਜਿਵੇਂ ਸੇਫਟੀ ਪੈਨ, ਸੂਚੀਬੱਧ ਕਰਤਾ, ਹਾਂ, ਸੇਫਟੀ ਪੈਨ ਨਾਲ। ਠੀਕ ਹੈ। ਉਹ ਸੂਏ ਲਾਏ ਸਨ, ਤੇ ਮੇਰੇ ਆਉਣ ਤੇ ਵੀ ਵੇਖਿਆ ਮੈਂ। ਫਿਰ ਅਸੀਂ ਉਹਨਾਂ ਦੇ ਜਿਹੜੇ ਬਸਤਰ ਹੁੰਦੇ ਸਨ ਉਹ ਸਾਫ਼ ਸੂਫ ਕਰਕੇ ਉਹਨਾਂ ਨੂੰ ਚੇਂਜ ਕਰਦੇ ਰਹੇ ਜੀ। ਸੋ ਇਹ ਸਾਰਾ ਮਤਲਬ ਜਿਹੜਾ ਹੈਗਾ, ਤੁਸੀਂ ਜਦੋਂ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਜੇਲ੍ਹ ਚਲੇ ਜਾਂਦੇ ਹੋ, ਤੇ ਉਦੋਂ ਬਾਅਦ ਕਦੋਂ ਵਾਪਸ ਆਉਨੇ ਹੋ? ਕਦੋਂ ਆ ਕੇ ਫਿਰ ਲਾਇਬ੍ਰੇਰੀ ਜੁਆਇਨ ਕਰਦੇ ਹੋ? ਹਾਂ, ਫਿਰ ਮੈਂ ਲਾਇਬ੍ਰੇਰੀ 'ਚ ਡਿਊਟੀ ਮੇਰੀ ਲੱਗ ਜਾਂਦੀ ਹੈ ਜੀ, ਫਿਰ ਉੱਥੇ ਆ ਜਾਂਦੀ ਹੈ। ਠੀਕ ਹੈ, ਠੀਕ ਹੈ। ਸੋ ਇਹ ਸਾਰੇ ਜਿਹੜੇ ਦਸਤਾਵੇਜ਼ ਨੇ, ਇਹਨਾਂ ਦੇ ਵਿੱਚੋਂ ਕੋਈ ਹੋਰ ਜ਼ਰੂਰੀ ਦਸਤਾਵੇਜ਼ ਹੈ ਜਿਹੜਾ ਆਪਾਂ ਦੱਸ ਸਕਦੇ ਹਾਂ, ਜਾਣਕਾਰੀ ਦੇ ਸਕਦੇ ਹਾਂ ਸੰਗਤਾਂ ਨੂੰ? ਹਾਂਜੀ, ਉਹ ਆਪਾਂ ਇੱਕ, ਮੈਂ ਤੁਹਾਨੂੰ ਪਹਿਲਾਂ ਨਹੀਂ ਕਦੇ ਤੁਸੀਂ ਮਿਲੇ, ਉਹ ਹੈਗਾ ਵੀ 2011 ਵਿੱਚ ਇੱਕ ਦਸੰਬਰ 'ਚ ਆਰਟੀਕਲ ਲਿਖਿਆ ਜੀ ਕਿਸੇ ਨੇ, ਜੀ, ਉਹੀ ਛੋਟੇ ਸਾਹਿਬਜ਼ਾਦੇ ਬਾਰੇ। ਠੀਕ ਹੈ। ਉਹਦੇ ਵਿੱਚ ਉਹ ਲਿਖਤ ਹੈ ਵੀਰ ਦਵਿੰਦਰ ਸਿੰਘ ਦੀ। ਵੀਰ ਦਵਿੰਦਰ ਸਿੰਘ ਬੜਾ ਆਰਟੀਕਲ ਬਹੁਤ ਤਕੜਾ ਲਿਖਦੇ ਆ। ਉਹਦੇ ਵਿੱਚ ਪਹਿਲਾਂ ਤਾਂ ਇੱਕ ਉਹ ਕਵੀ ਦਾ ਹਵਾਲਾ ਦਿੰਦੇ ਆ ਜੀ। ਕਵੀ ਦੇ ਹਵਾਲੇ ਤੋਂ ਬਾਅਦ ਫਿਰ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਦੇ ਤਰੀਕਿਆਂ ਦਾ ਵਰਣਨ ਕਰਦੇ ਆ। ਬਿਲਕੁਲ। ਫਿਰ ਉਹ ਕਹਿੰਦੇ ਆ, ਵੇਖੋ ਪੁਸਤਕ ਨੰਬਰ ਆ, ਸਿੱਖ ਰੈਫਰੈਂਸ ਲਾਇਬ੍ਰੇਰੀ। ਦੁੰਨਾ ਸਿੰਘ ਹੰਡੂਰੀਆ ਦੀ ਸ਼ਾਇਦ ਉਹ ਦਿੰਦੇ ਨੇ। ਹਾਂਜੀ। ਤੇ ਉਹਨਾਂ ਨੂੰ ਫਿਰ ਮੈਂ ਫੋਨ ਕਰਦਾ, ਮੈਂ ਫੋਨ ਕਰਕੇ ਪੁੱਛਿਆ ਵੀ ਇਹ ਜਿਹੜਾ ਨੰਬਰ ਹੈ, ਹੁਣ ਤਾਂ ਨੰਬਰ ਹੈ ਨਹੀਂ ਇਹ ਲਾਇਬ੍ਰੇਰੀ 'ਚ। ਹਾਂਜੀ, ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਫਿਰ ਤੁਸੀਂ ਕਿੱਥੋਂ ਲਿਆ ਜੀ? ਇਹ ਪੁਰਾਣਾ ਨੰਬਰ ਹੈ, ਤੁਸੀਂ ਉਦੋਂ ਕਾਂਗਰਸ ਨਾਲ ਰਿਲੇਟਡ ਸਨ। ਹਾਂਜੀ। ਮੈਂ ਕਿਹਾ ਵੀ ਤੁਹਾਡੇ ਕਹਿਣ ਮੁਤਾਬਕ ਹੈ ਲਾਇਬ੍ਰੇਰੀ ਸੜ ਗਈ, ਤੇ ਉਹ ਵੀ ਕਿਤਾਬ ਸੜ ਗਈ, ਫਿਰ ਤੁਸੀਂ ਕਿੱਥੋਂ ਲੈ ਲਈ ਇਹ ਕਿਤਾਬ? ਉਹਨਾਂ ਨੇ ਕਿਹਾ ਵੀ ਇਹ ਤਾਂ ਮੇਰਾ ਪਿੱਛੇ ਪੈ ਗਿਆ ਹੁਣ। ਫਿਰ ਉਹਨਾਂ ਨੇ ਲਿਆ ਜੀ ਪਿਆਰਾ ਸਿੰਘ ਪਦਮਦਾਨਾ। ਕਹਿੰਦਾ ਮੈਂ ਉਹਦੇ ਘਰ ਕਿਤਾਬ ਦੇਖੀ ਹੈ। ਇਹ ਨਾ ਤੁਸੀਂ ਹੁਣ ਦੇਖੀ ਹੈ, ਪਹਿਲੋਂ ਵੇਖੀ ਹੈ?
ਕਹਿੰਦਾ ਨਹੀਂ ਮੈਂ ਪਹਿਲੇ ਸਮੇਂ 'ਚ ਵੇਖੀ ਹੈ। ਫਿਰ ਉਹਨੇ ਕਹਿਤਾ, ਫਿਰ ਮੈਂ ਕਿਹਾ ਹੱਥ ਲਿਖਤ ਵੇਖੀ ਹੈ ਜਾਂ ਮਤਲਬ ਫੋਟੋ ਕਾਪੀ ਵੇਖੀ ਹੈ? ਉਹ ਨਹੀਂ ਯਾਰ ਇੰਨਾ ਨਾ ਪਿੱਛੇ ਪੈ ਤੂੰ। ਉਹ ਕਹਿੰਦਾ ਫਿਰ ਮਤਲਬ ਉਹ ਸਵਾਲ ਤਾਂ ਉੱਠਦਾ ਨਾ ਕਿ ਪਿਆਰਾ ਸਿੰਘ ਪਦਮਕੁਲ ਕਿੱਥੋਂ ਆਏ ਜੀ, ਉਹ ਕਹਿੰਦੇ ਨੇ। ਇਹ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤਰਲੋਚਨ ਸਿੰਘ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ, ਸਾਬਕਾ ਖੁਸ਼ਵੰਤ ਸਿੰਘ, ਹਾਂਜੀ, ਤੇ ਜਿੰਨੇ ਹੋਰ ਰਾਈਟਰ ਨੇ, ਕਿਉਂ ਨਹੀਂ ਬੋਲਦਾ ਇਹਨਾਂ ਬਾਰੇ? ਤੁਸੀਂ ਦੱਸੋ, ਮੈਂ ਤਾਂ ਤੁਹਾਨੂੰ ਦੱਸੂਗਾ ਫਿਰ ਵੀ ਕਿਉਂ ਨਹੀਂ ਬੋਲਦਾ। ਤੁਸੀਂ ਦੱਸੋ, ਸਾਨੂੰ ਸ਼ਾਇਦ ਨਾ ਪਤਾ ਕਿਉਂ ਨਹੀਂ ਬੋਲਦਾ। ਇਸ ਕਰਕੇ ਹੈ ਵੀ ਜਦੋਂ ਆਪਾਂ ਕੋਈ ਚੀਜ਼ ਲੁੱਟਦੇ ਆ, ਕੋਈ ਚੀਜ਼ ਚੁੱਕਦੇ ਆ, ਇੱਥੇ 100 ਕਿਤਾਬ ਪਈ ਹੈ, ਬੀਬੀ ਜੀ ਤੁਸੀਂ ਆਪਣੇ ਮਨਪਸੰਦ ਦੀਆਂ ਕਿਤਾਬਾਂ ਚੁੱਕੋ, ਤੁਸੀਂ ਪਾਸੇ ਹੋ ਜਾਓ, ਤੁਸੀਂ ਨਾ ਬੋਲੋ। ਅੱਛਾ, ਹਾਂਜੀ। ਜਿੰਨਾ ਖੁਸ਼ਵੰਤ ਸਿੰਘ ਜਾਂ ਤਰਲੋਚਨ ਸਿੰਘ ਹੋਣੀ ਹੋਰ ਚੀਜ਼ਾਂ ਵਾਸਤੇ ਬਿਆਨ ਦਿੰਦੇ ਆ, ਇਹਦੇ ਵਾਸਤੇ ਕਿਉਂ ਨਹੀਂ ਕਦੇ ਬੋਲਦੇ? ਠੀਕ ਹੈ, ਮੇਰੇ ਖਿਆਲ ਮੁਤਾਬਕ ਜਦੋਂ ਮੈਂ ਵੀਰ ਦਵਿੰਦਰ ਦੀਆਂ ਲਿਖਤਾਂ ਪੜ੍ਹਦਾ, ਪਿੱਛੇ ਆਇਆ ਸੀ ਉਹਦਾ ਆਪਣੇ ਸਰੋਪੇ ਤੇ ਆਰਟੀਕਲ, ਹੁਣ ਵੀ ਸੋਮਵਾਰ ਆਏਗਾ, ਹੋ ਸਕਦਾ ਫਿਰ ਪੜ੍ਹ ਕੇ ਕੋਈ ਗੱਲਬਾਤ ਕਰ ਲਈ ਉਹਦੇ ਨਾਲ। ਤੇ ਉਹਨਾਂ ਚੋਂ ਇਹ ਝਲਕ ਪੈਂਦੀ ਹੈ ਵੀ ਇਹਨਾਂ ਕੋਲ ਕਿਤਾਬਾਂ ਦਾ ਸਮਾਨ ਹੈਗਾ ਆ। ਹਾਂਜੀ, ਤੇ ਮਤਲਬ ਜਿਵੇਂ ਦੇਖੋ ਉਹ ਲਾਭ ਸਿੰਘ ਪ੍ਰਿੰਸੀਪਲ ਲਿਖਦੇ ਆ ਵੀ ਉਹ ਕਹਿੰਦੇ ਜਿਹੜਾ ਮੇਰਾ ਬੰਦਾ ਸੀ, ਉਹ ਕਹਿੰਦਾ ਮੈਂ ਰੁਲਦਾ ਵੇਖਿਆ ਸਮਾਨ ਉੱਥੇ। ਹੋਰ ਕਈ ਐਸੇ ਬੰਦੇ ਸੀ, ਇੱਕ ਬੰਦਾ ਇੱਥੇ ਆਰਮੀ ਦਾ ਵੀ ਹੈਗਾ, ਉਹ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਸ਼ਾਇਦ, ਠੀਕ ਹੈ, ਉਹ ਕਹਿੰਦਾ ਮੈਂ ਕਿਤਾਬਾਂ ਵਿਕਦੀਆਂ ਵੇਖੀਆਂ। ਵੀ ਜੇ ਵਿਕਦੀਆਂ ਸੀ, ਤੁਸੀਂ ਆਪਦੇ ਕੋਲੋਂ ਪੈਸੇ ਲੈ ਕੇ ਉਹ ਲਾ ਲੈਂਦੇ, ਇੱਥੇ ਲਿਆ ਕੇ ਇਹਨਾਂ ਨੂੰ ਨਾਲੇ ਕਿਤਾਬਾਂ ਦਿੰਦੇ, ਨਾਲੇ ਪੈਸੇ ਲੈਂਦੇ, ਨਾਲੇ ਆਪਣਾ ਤੁਹਾਡੇ ਉਹ ਬਣਦੇ ਨੰਬਰ। ਮਤਲਬ ਐਸਜੀਪੀਸੀ ਦੀ ਪੂਰੀ ਨਲਾਇਕੀ ਕਹਿ ਸਕਦੇ ਆ। ਚਲੋ ਇਹ ਤਾਂ ਆਪਾਂ ਹੁਣ ਤੁਸੀਂ ਜੋ ਮਰਜ਼ੀ ਕਹੀ ਜਾਓ ਜੀ, ਪਰ ਕਿਉਂਕਿ ਜ਼ਿੰਮੇਵਾਰੀ ਤਾਂ ਭਾਈ ਸਾਹਿਬ ਸ਼੍ਰੋਮਣੀ ਸੰਸਥਾ ਹੈ ਸਿੱਖਾਂ ਦੀ, ਬਣਦੀ ਹੈ ਜ਼ਿੰਮੇਵਾਰੀ ਜੀ। ਤੇ ਹੁਣ ਤੁਸੀਂ ਤਾਂ ਗੱਲ ਮੁਕਾਤੀ ਕਿ ਇਹ ਸਮਾਨ ਵਾਪਸ ਮਿਲਣਾ ਨਹੀਂ ਹੈਗਾ। ਫਿਰ ਜਿਹੜਾ ਕੁਝ ਐਸਜੀਪੀਸੀ ਜਿਹੜਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕੰਮ ਸਾਰ ਰਹੀ ਹੈ ਵੀ ਹਾਂਜੀ ਅਸੀਂ ਅਦਾਲਤ ਵਿੱਚ ਕੇਸ ਲੜ ਰਹੇ ਹਾਂ, ਇਹ ਕਹਿ ਕੇ 38 ਸਾਲ ਹੋ ਗਏ ਨੇ, ਹਾਲੇ ਤੱਕ ਕੁਝ ਬਣਿਆ ਨਹੀਂ। ਜਾਂ ਫਿਰ ਹੋਰ ਜਿਹੜੇ ਇੱਕ ਸਤਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਜਿਹੜੇ ਡਾਕਟਰ ਅਨੁਰਾਗ ਸਿੰਘ ਨਾਲ ਹੁੰਦੇ ਨੇ, ਉਹਨਾਂ ਨੇ ਵੀ ਅਦਾਲਤ ਦੇ ਵਿੱਚ ਕੇਸ ਲਾ ਰੱਖਿਆ, ਤੇ ਤੁਸੀਂ ਕਹਿ ਰਹੇ ਹੋ ਵਾਪਸ ਮਿਲਣਾ ਨਹੀਂ ਕੁਝ। ਫਿਰ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ, ਬੰਦ ਕਰ ਦਿਓ। ਜਿਹੜਾ ਸਤਿੰਦਰ ਨੇ ਕੇਸ ਲਾਇਆ ਜੀ, ਉਹਦਾ ਕੋਈ ਮਤਲਬ ਉਹਦੀ ਕੋਈ ਕੀ ਕਹਿੰਦੇ ਹੁੰਦੇ ਆ, ਉਹਦਾ ਕੋਈ ਬਣਦਾ ਜੀ? ਜਿਹੜਾ ਸਤਿੰਦਰ ਹੈ ਉਹ ਕਹਿੰਦਾ ਐਸਜੀਪੀਸੀ ਤੋਂ ਪੁੱਛ ਰਹੇ, ਮੈਂ ਦੱਸਦਾ ਨਾ, ਉਹ ਕਹਿੰਦਾ ਹੈ ਵੀ ਲਾਇਬ੍ਰੇਰੀ ਦੀਆਂ ਪੁਸਤਕਾਂ ਸੜ ਗਈਆਂ, ਲਾਇਬ੍ਰੇਰੀ ਦੀਆਂ ਅਲਮਾਰੀਆਂ ਨੂੰ ਅੱਗ ਨਹੀਂ ਲੱਗੀ। ਦੱਸੋ ਕਿਹੜੀ ਅਲਮਾਰੀ ਹੈ ਜਿਹੜੀ ਉੱਥੇ ਜਿਹਨੂੰ ਅੱਗ ਨਹੀਂ ਲੱਗੀ? ਫੈਕਚੁਅਲ ਗੱਲ ਨਹੀਂ ਕਰ ਰਹੇ। ਹਾਂ, ਨਹੀਂ ਅਸਲ 'ਚ ਉਹ ਜਿਹੜਾ ਰੌਲਾ ਪਾਉਂਦੇ ਆ ਨਾ ਅਨੁਰਾਗ, ਇਹਨਾਂ ਚੀਜ਼ਾਂ ਦਾ ਰੌਲਾ ਪਾਉਂਦਾ ਵੀ ਸ਼੍ਰੋਮਣੀ ਕਮੇਟੀ ਨੂੰ ਦੇਤੀਆਂ ਕਿਤਾਬਾਂ। ਉਹ ਕਿਤਾਬਾਂ ਨਹੀਂ, ਇਹ ਅਖਬਾਰਾਂ ਨੇ। ਇਹ ਤਾਂ ਅਖਬਾਰਾਂ ਨੇ, ਇਹ ਅਖਬਾਰਾਂ ਨੇ, ਇਹ ਉੱਥੇ ਮੌਜੂਦ ਨੇ। ਯਾਨੀ ਕਿ ਐਸਜੀਪੀਸੀ ਨੂੰ ਸਿਰਫ ਹੁਕਮਨਾਮੇ ਵਾਪਸ ਆਏ ਨੇ ਤੇ ਅਖਬਾਰਾਂ ਵਾਪਸ? ਹਾਂ, ਅਖਬਾਰਾਂ ਵਾਪਸ ਨਹੀਂ ਆਈ, ਅਖਬਾਰਾਂ ਉੱਥੇ ਦੀਆਂ ਪਈਆਂ ਸੀ, ਉੱਥੋਂ ਹੀ ਚੱਕ ਕੇ ਦੇਤੀਆਂ ਉਹਨਾਂ ਨੇ। ਠੀਕ ਹੈ। ਜਿਹੜਾ ਹੇਠਲਾ ਕਮਰਾ ਸੀ ਨਾ, ਉਹ ਫੌਜ ਨੇ ਬਾਹਰ ਕੱਢ ਲਿਆ ਉਹਦਾ ਸਾਰਾ ਸਮਾਨ। ਠੀਕ ਹੈ। ਫਿਰ ਫੌਜ ਬਣਾਉਂਦੀ ਰਹੀ ਉਹਦੀਆਂ ਲਿਸਟਾਂ, ਉਹੀ ਲਿਸਟਾਂ ਇਹਨਾਂ ਨੂੰ ਦੇਤੀਆਂ, ਆਰਾਪ ਲੈ ਗਏ ਉਹ ਕਾਪੀ ਇੱਕ। ਠੀਕ ਹੈ। ਤੇ ਜਿਹੜੀਆਂ ਥੱਲੇ ਪਈਆਂ ਸੀ ਕਿਤਾਬਾਂ, ਉਹਨਾਂ ਦੇ ਵਿੱਚ ਪਾਵਨ ਸਰੂਪ ਵੀ ਸੀਗੇ? ਪਾਵਨ ਸਰੂਪ ਹੈਗਾ ਸੀ ਉਹਨਾਂ 'ਚ, ਇਹ ਮਤਲਬ ਹੈਗਾ ਨਹੀਂ ਸੀ, ਇੱਕ ਪਾਸਾ ਹੈਗਾ ਸੀ, ਕੰਧ ਦਾ ਇੱਕ ਪਾਸਾ ਸੀ। ਠੀਕ ਹੈ। ਤੇ ਫਿਰ ਭਾਈ ਸਾਹਿਬ 2 ਸਾਲ ਪਹਿਲਾਂ ਰੌਲਾ ਪੈਂਦਾ, ਤੁਹਾਨੂੰ ਵੀ ਪਤਾ ਹੈ ਕਿ ਐਸਜੀਪੀਸੀ ਨੂੰ ਤੇ ਕਮੇਟੀ ਵੀ ਬਣਾਤੀ, ਪਰ ਸਭ ਕੁਝ ਚੁੱਪ ਹੈ। ਹੁਣ ਥੋੜਾ ਜਿਹਾ ਮੀਡੀਆ ਦੇ ਵਿੱਚ ਕੁਝ ਕੁ ਮਹੀਨੇ ਕੀਤਾ ਜਾਂਦਾ ਹੈ। ਦੇਖੋ ਜਦੋਂ ਮੈਨੂੰ ਬੁਲਾਉਂਦੇ ਆ ਨਾ, ਮੈਂ ਤਾਂ ਜ਼ਰੂਰ ਜਾਂਦਾ ਜੀ। ਕੀ ਕਰਦੇ ਨੇ ਫਿਰ ਬੁਲਾ ਕੇ? ਮੈਨੂੰ ਬੁਲਾ ਕੇ ਆਹੀ ਆਪ ਪੁੱਛਗਿੱਛ ਕਰ ਲੈਂਦੇ ਆ ਜੀ। ਪੁੱਛਗਿੱਛ ਕਰਕੇ ਉਸ ਤੋਂ ਅੱਗੇ ਕੀ ਕਰਦੇ ਨੇ? ਉਹ ਫਿਰ ਹੁਣ ਉਹੀ ਜਾਣਨ ਜੀ, ਜਦੋਂ ਆਪਾਂ ਹੀ ਬਾਹਰ ਆ ਗਏ ਕੀ ਪਤਾ ਕੀ ਕਰਦੇ ਆ ਜੀ। ਪਰ ਜਿਹੜਾ ਮੈਂ ਉਹੀ ਕਹਿ ਰਹੀ ਸੀ ਕਿ ਜਿਹੜਾ ਮਸਲਾ ਹੈ, ਜਿਹੜਾ ਇਲਜ਼ਾਮ ਲੱਗਿਆ ਕਿ ਜਿਹੜੀਆਂ ਮਿਲੀਆਂ ਸੀ ਕਿਤਾਬਾਂ, ਉਹ ਐਸਜੀਪੀਸੀ ਦੇ ਅਧਿਕਾਰ ਖੇਤਰ ਵਿੱਚੋਂ ਵਾਪਸ ਕਿੱਥੇ ਚਲੇ ਗਈਆਂ? ਜੋਗਿੰਦਰ ਸਿੰਘ ਵਿਦਾਂਤੀ ਹੋਣਾ ਤੇ ਵੱਡਾ ਇਲਜ਼ਾਮ ਲੱਗਦਾ ਰਿਹਾ ਕਿ ਉਹਨਾਂ ਨੇ ਬਹੁਤ ਹੀ ਮਹਿੰਗੇ ਭਾਅ ਦੇ ਵਿੱਚ ਇੱਕ ਪਾਵਨ ਬੀੜ ਹੈ ਜਿਹੜੀ ਉਹ ਯੂਕੇ ਦੇ ਬੰਦੇ ਨੂੰ ਵੇਚਤੀ। ਮੈਂ ਵੀ ਉਹਨਾਂ ਨੂੰ ਸੰਪਰਕ ਕੀਤਾ ਸੀ, ਉਹ ਕਹਿੰਦੇ ਸੀ ਕਿ ਅਗਲੇ ਸਾਲ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ, ਪਰ ਇਹ ਹੈ ਕਿ ਅਫਸੋਸ ਹੈ ਕਿ ਦੁਨੀਆ 'ਚ ਰਹੇ ਨੇ। ਤੇ ਹੁਣ ਉਹ ਭੇਦ ਵੀ ਉਸੇ ਤਰ੍ਹਾਂ ਦੱਬਿਆ ਰਹਿ ਜਾਊਗਾ। ਦੱਬਿਆ ਰਹਿ ਗਿਆ ਜੀ, ਉਹ ਤਾਂ ਮਹਾਰਾਜ ਦਾ ਸਰੂਪ ਹੀ ਸੀ, ਇੱਥੋਂ ਲੈ ਕੇ ਗਏ ਆ ਕਿਤੇ, ਸ਼ਾਇਦ ਇਹਦੇ ਬਾਰੇ ਮੈਨੂੰ ਨਹੀਂ ਕੁਝ ਪਤਾ ਵੀ ਕਿੱਥੋਂ ਲੈ ਕੇ ਗਏ, ਕਿੱਥੋਂ ਨਹੀਂ ਲੈ ਕੇ ਗਏ। ਤੇ ਤੁਸੀਂ ਸਾਰਾ ਕੁਝ ਜਿੰਨਾ ਕੁਝ ਆਪਣੀ ਅੱਖੀਂ ਦੇਖਿਆ ਹੈ, ਤੁਸੀਂ ਕੀ ਕਰ ਸਕਦੇ ਹੋ ਇਸ ਜੋ ਕੁਝ ਵੀ ਦੇਖਿਆ ਹੈ? ਨਹੀਂ, ਮੈਂ ਉਹਦੇ ਵਿੱਚ ਕੀ ਕਰ ਸਕਦਾ? ਆਹੀ ਹੈ ਜੋ ਤੁਹਾਨੂੰ, ਜਿਵੇਂ ਤੁਹਾਨੂੰ ਦੱਸਦਾ, ਕੋਈ ਹੋਰ ਆ ਗਿਆ ਫਿਰ ਉਹਨੂੰ ਦੱਸ ਦਾਂਗੇ ਜੀ।
ਜੀ। ਮੈਂ ਤੁਹਾਡੇ ਨਾਲ ਵਾਅਦਾ ਸੀ ਵੀ ਪਹਿਲਾਂ ਮੈਂ ਕਿਸੇ ਨੂੰ ਦੱਸਣਾ ਨਹੀਂ, ਤੁਹਾਡੇ ਨਾਲ ਹੀ ਇਹ ਕਰਨੀ ਹੈ ਜਿਹੜੀ ਗੱਲ ਕਰਨੀ ਹੈ। ਜੀ, ਕੋਈ ਮਤਲਬ ਗੱਲ ਰਹਿ ਗਈ ਹੈ ਜਿਹੜੀ ਕਿ ਆਪਾਂ ਦੱਸਣ ਵਾਲੀ ਹੈ ਲਾਇਬ੍ਰੇਰੀ ਦੇ ਬਾਰੇ, ਜਿਹੜੀ ਦਸਤਾਵੇਜ਼ੀ ਤੌਰ ਤੇ ਸਾਂਭੀ ਜਾਣ ਵਾਲੀ ਹੈ? ਨਹੀਂ, ਐਸੀ ਹੁਣ ਕੋਈ ਗੱਲ ਨਹੀਂ ਜਿਹੜੀ। ਤੇ ਜਦੋਂ ਇੱਕ ਮੈਂ ਗੱਲ ਸੁਣੀ ਕਿ ਦਵਿੰਦਰ ਸਿੰਘ ਦੁੱਗਲ ਹੋਣਾ ਨੂੰ ਫਿਰ ਲਾਇਬ੍ਰੇਰੀ ਦਾ ਚਾਰਜ ਵਾਪਸ ਦਿੱਤਾ ਗਿਆ ਸੀ, ਤੇ ਫਿਰ ਉਹ ਚਾਰਜ ਵਾਪਸ ਕਾਹਦਾ ਲਿਆ ਉਹਨਾਂ ਨੇ ਜਦੋਂ ਸਾਰਾ ਕੁਝ ਹੈ ਨਹੀਂ ਸੀ ਉੱਥੇ? ਉਹ ਤੇ 9-10 ਤਰੀਕ ਨੂੰ ਲੈ ਆਂਦਾ ਉਹਨਾਂ ਨੂੰ, ਦੁੱਗਲ ਸਾਹਿਬ ਨੂੰ। ਅੱਛਾ। ਇੱਥੇ ਸ਼ਾਇਦ ਕਿਸੇ ਦੇ ਘਰ ਰਹੇ ਸਨ, ਉਹਨਾਂ ਨੂੰ ਚੁੱਕ ਲਿਆਂਦਾ, ਉਹਨਾਂ ਦੀ ਵਾਈਫ ਨੂੰ ਚੁੱਕ ਲਿਆਂਦਾ, ਹੇਠਾਂ ਹੀ ਸਾਨੂੰ ਕੋਲ ਠੀਕ ਹੈ ਸਭ ਕੁਝ ਦਿਸ ਰਿਹਾ ਸੀ ਵੀ ਇੱਥੇ ਅੱਗ ਵੀ ਲੱਗੀ ਹੈ, ਇੱਥੇ ਸਭ ਕੁਝ ਹੋਇਆ ਹੈ ਜੀ। ਵੀ ਕਹਿੰਦੇ ਕਿ ਲਿਖੋ ਲਾਇਬ੍ਰੇਰੀ ਵਸੂਲ ਪਾਈ। ਅੱਛਾ। ਹੁਣ ਉਹ ਪੜ੍ਹੇ ਲਿਖੇ ਸਨ ਤੇ ਫੌਜੀ ਸੀ ਜਿਹੜੇ ਉਹ ਘੱਟ ਪੜ੍ਹੇ ਲਿਖੇ ਸਨ, ਉਹਨਾਂ ਨੂੰ ਇਹਨਾਂ ਨੇ ਹੈ ਨਹੀਂ ਸੀ, ਉਹਨਾਂ ਨੇ ਫਟਾਫਟ ਲਿਖਤਾ मैंने राख वसूल पाई। अच्छा। वो फौजी अफसरों को चले गए भी ओ लिखा लिया वो कहते उसने तो लिखता मैंने राख वसूल पाई। हाँ जी। फिर उन्होंने कहा भी लिखो लाइब्रेरी वसूल पाई, वो कहना मर जावांगा पर ये नहीं लिखा ਜਦੋਂ ਮਿਲੀ ਹੋਈ ਨਹੀਂ। हाँ ਜਦੋਂ मिली नहीं, कहता कौम ने कल ਨੂੰ ਮੇਰੇ ਤੋਂ ਲਾਇਬ੍ਰੇਰੀ ਮੰਗਣੀ ਆ। ਉਹ ਤੋਂ ਪਹਿਲਾਂ ਸਿੰਘ ਸਾਹਿਬ ਨੇ ਬਿਆਨ ਦੇ ਦਿੱਤਾ ਸੀ ਵੀ ਕੋਠਾ ਸਾਹਿਬ ਠੀਕ ਠਾਕ ਹੈ। ਬਿਲਕੁਲ, ਇਹ ਸਾਰਾ ਕੁਝ ਬੜਾ ਕੰਟਰਡਿਕਟਰੀ। ਟਿਊਨ ਤੇ ਹੀ ਉਹ ਦਵਿੰਦਰ ਸਿੰਘ ਦੁੱਗਲ ਤੋਂ ਬਿਆਨ ਦੇਣਾ ਚਾਹੁੰਦੇ ਸਨ। ਯਾਨੀ ਕਿ ਉਹਨਾਂ ਤੋਂ ਵੀ ਭਾਈ ਸਾਹਿਬ ਤੋਂ ਵੀ ਦਵਾਇਆ ਗਿਆ ਹੋਊਗਾ ਕੋਠਾ ਸਾਹਿਬ ਠੀਕ? ਹਾਂ, ਦਵਾਇਆ ਹੀ ਹੈ ਜੀ। ਸੋ ਉਸ ਤੋਂ ਬਾਅਦ ਫਿਰ ਜਿਹੜਾ ਦਵਿੰਦਰ ਸਿੰਘ ਦੁੱਗਲ ਹੋਣੇ ਜਦੋਂ ਅੜ ਗਏ ਕਿ ਮੈਂ ਲਿਖਾਂਗਾ ਨਹੀਂ, ਉਹਨਾਂ ਨਾਲ ਕੁਝ ਵਾਪਰਿਆ ਤਾਂ ਨਹੀਂ? ਨਹੀਂ, ਉਦੋਂ ਗੋਲੀ ਗਾਲੀ ਕਹਿੰਦੇ ਸੀ ਅਸੀਂ ਮਾਰਾਂਗੇ, ਉਹ ਕਹਿੰਦਾ ਮਾਰੋ। ਉਹ ਸਰਦਾਰ ਸੌਰੀ ਜਿਹੜੀ ਉਹਨਾਂ ਦੀ ਵਾਈਫ ਸੀ ਉਹ ਕਹਿੰਦੀ ਸੀ, ਹਾਂ ਗੁਰਸ਼ਰਨ ਕੌਰ, ਉਹ ਕਹਿੰਦੀ ਸੀ ਵੀ ਲਿਖ ਦਿਓ। ਕਹਿੰਦਾ ਕਿ ਵੀ ਕਮਲੀਏ ਮੇਰੇ ਤੋਂ ਲੋਕਾਂ ਨੇ ਜਵਾਬ ਮੰਗਣੇ ਆ, ਲਿਖਿਆ ਨਹੀਂ ਹੋਣਾ। ਠੀਕ ਹੈ। ਉਸ ਤੋਂ ਬਾਅਦ ਮਤਲਬ ਉਹਨਾਂ ਨੂੰ ਕੁਝ ਨਹੀਂ ਕਿਹਾ ਜਿਵੇਂ ਤੁਹਾਨੂੰ ਹਿਰਾਸਤ ਵਿੱਚ ਲੈ ਗਏ? ਨਹੀਂ, ਜੋ ਪੜ੍ਹੇ ਲਿਖੇ ਸਨ, ਵਿਦਵਾਨ ਸਨ ਜੀ, ਉਹਨਾਂ ਨੂੰ ਕਿਸੇ ਨੇ ਕੁਝ ਨਹੀਂ। ਮਤਲਬ ਇਹ ਕੋਈ ਪੈਮਾਨਾ ਸੀ ਕਿ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ? ਹਾਂਜੀ। ਅੱਛਾ। ਹਾਂਜੀ। ਤੁਹਾਨੂੰ ਕੀ ਕਹਿ ਕੇ ਲੈ ਕੇ ਗਈ, ਡਿਟੇਨ ਕੀਤਾ ਫੌਜ ਨੇ? ਸਾਨੂੰ ਤਾਂ ਬੜਾ ਕੁਝ ਕਹਿੰਦੇ ਰਹੇ ਜੀ, ਬੀਬੀ ਜੀ ਇੱਥੇ ਕੈਂਪਾਂ 'ਚ ਬੜਾ ਮਾਰਦੇ ਮੂਰਦੇ ਰਹੇ, ਕੁੱਟਦੇ ਰਹੇ, ਅਗਾਂਹ ਤੱਕ ਲੈ ਗਏ। ਫਿਰ ਹਾਂਜੀ, ਸਾਡੀਆਂ ਇਨਕੁਆਰੀਆਂ ਵੀ ਹੋਈਆਂ। ਤੁਹਾਡੇ ਹਲਕੇ ਦਾ ਇੱਕ ਹੈਗਾ ਸ਼ੇਰ ਸਿੰਘ ਮਹਿਰਾਜ ਪਿੰਡ, ਤੁਹਾਡੇ ਹਲਕੇ 'ਚ ਹੈ? ਮਹਿਰਾਜ, ਹਾਂਜੀ, ਬਠਿੰਡੇ ਜ਼ਿਲ੍ਹੇ 'ਚ ਹੈ। ਹਾਂਜੀ, ਮਹਿਰਾਜ ਸ਼ੇਰ ਸਿੰਘ ਮਹਿਰਾਜ ਸੀ, ਉਹਦੀ ਜਿਹੜੀ ਡਿਊਟੀ ਸੀ ਨਾ, ਉਹ ਸਾਬਕਾ ਫੌਜੀ ਸੀ। ਉਹਦੀ ਜਿਹੜੀ ਡਿਊਟੀ ਸੀ ਉਹ ਸੀ ਜਿਹੜੀ ਕੜਾਹ ਪ੍ਰਸ਼ਾਦ ਕਾਊਂਟਰਾਂ ਵੱਲ ਉਹ ਨਾ ਸ਼ਬੀਲ ਜੀ, ਉੱਥੇ। ਠੀਕ ਹੈ। ਇੱਕ ਹਿੰਦੂ ਨੌਜਵਾਨ ਆਇਆ ਜੀ, ਉਹ ਮਤਲਬ ਪਹਿਲਾਂ ਕਿਸੇ ਹੋਰ ਹਿਸਾਬ ਨਾਲ ਤੁਰਦਾ, ਉਹਦੇ ਕੋਲ ਕੋਈ ਰਾਈਫਲ ਸੀ। ਅੱਛਾ। ਨੀਲਾ ਕਮੀਜ਼, ਖੱਟਾ ਕੇਸ਼ਕੀ ਤੇ ਖੱਟਾ ਹੀ ਕਮਰ ਦਾ ਸਾਹ। ਠੀਕ ਹੈ। ਉਹਨੂੰ ਵੇਖ ਕੇ ਉਹਦੇ ਕਾਹਲੀ ਪੈ ਗਈ ਹਿੰਦੂ ਨੌਜਵਾਨ ਦੇ। ਅੱਛਾ। ਉਹਨੂੰ ਕਹਿੰਦਾ ਵੀ ਮੈਂ ਬਾਥਰੂਮ ਜਾਣਾ, ਪਰ ਮੈਨੂੰ ਬਾਥਰੂਮ ਦਾ ਪਤਾ ਨਹੀਂ ਹੈ। ਅੱਛਾ। ਇਹ ਬਲੂ ਸਟਾਰ ਤੋਂ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ, ਕਾਫੀ ਵੀ ਨਹੀਂ, 15-20 ਦਿਨ ਪਹਿਲਾਂ ਦੀ। 84 ਚ ਹੀ ਹੈ? ਹਾਂਜੀ, 84 ਚ, 15-20 ਦਿਨ ਪਹਿਲਾਂ ਦੀ ਗੱਲ ਹੈ ਜੀ। ਠੀਕ ਹੈ। ਅੱਛਾ, ਇਹ ਜਿਹੜਾ ਫੌਜੀ ਹੈ ਫਿਰ ਇਹ ਸ਼ੇਰ ਸਿੰਘ, ਉਹਨੂੰ ਆਟਾ ਮੰਡੀ ਵਾਲੇ ਗੇਟ ਤਾਈਂ ਬਾਹਰ ਲੈ ਕੇ ਗਿਆ ਵੀ ਆਹ ਬਾਥਰੂਮ ਹੈ। ਅੱਛਾ। ਇਹ ਜਦ ਵਾਪਸ ਆਉਂਦਾ ਇਹਨੇ ਕਿਹਾ ਵੀ ਇਹ ਹਿੰਦੂ ਜੈਂਟਲਮੈਨ ਨੇ ਸ਼ਾਇਦ ਪੈਰ ਨਾ ਧੋਵੇ, ਉੱਥੇ ਹੀ ਖਲੋ ਗਿਆ। ਅੱਛਾ। ਵੀ ਜਦ ਵਾਪਸ ਆਓ ਇੱਥੇ ਪੈਰ ਧੋ ਲਓ, ਉੱਥੇ ਹੱਥ ਧੋ ਲਓ, ਫਿਰ ਉਹਨੂੰ ਅੰਦਰ ਲਿਆਇਆ। ਉਹ ਜਿਹੜਾ ਫੌਜੀ ਸੀ ਵੀ ਤੁਸੀਂ ਕਦੋਂ ਇੱਥੇ ਆਏ, ਕਿਵੇਂ ਆਏ, ਉਹ ਸ਼ੇਰ ਸਿੰਘ ਨੂੰ ਸਾਰਾ ਪੁੱਛਦਾ ਰਿਹਾ। ਸ਼ੇਰ ਸਿੰਘ ਨੇ ਜੋ ਪਤਾ ਨਹੀਂ ਕੋਈ ਗੱਲ ਕੀਤੀ, ਕੋਈ ਨਹੀਂ ਉਹਦੇ ਨਾਲ। ਉਹ ਫਿਰ ਕੀ ਹੋਇਆ, ਜਦੋਂ ਅਸੀਂ ਫੜੇ ਗਏ ਜੀ 10 ਤਰੀਕ ਨੂੰ, ਉਹੀ ਫੌਜੀ ਅਫਸਰ ਜਿਹੜਾ ਸਿਵਲ 'ਚ ਸੀ ਉਦੋਂ, ਉਹੀ ਫੌਜੀ ਅਫਸਰ ਸਾਡੀ ਸਕਰੀਨਿੰਗ ਕਰਾ ਰਿਹਾ। ਸਕਰੀਨਿੰਗ ਮਤਲਬ ਆਪ ਉਹ ਇੱਥੇ ਖੜਾ ਹੈ, ਵਾਰੀ-ਵਾਰੀ ਖਿਲਾ ਰਿਹਾ, ਕਦੇ ਮੈਨੂੰ, ਕਦੇ ਉਹਨੂੰ, ਕਦੇ ਸ਼ੇਰ ਸਿੰਘ ਨੂੰ ਜੀ। ਅੱਛਾ, ਸ਼ੇਰ ਸਿੰਘ ਨੂੰ ਜਦ ਗਿਆ ਵਾਪਸ ਆਇਆ, ਵਾਪਸ ਆ ਕੇ ਸ਼ੇਰ ਸਿੰਘ ਨੂੰ ਕਹਿੰਦਾ ਅਰੇ ਸ਼ੇਰ ਸਿੰਘ ਅੰਮ੍ਰਿਤਸਰ ਕਬ ਆਏ ਥੇ? ਉਹ ਕਹਿੰਦਾ ਜੀ ਮੈਂ ਅੱਜ ਦਿਨ ਮਿੱਠਾ ਪਾਣੀ ਲੱਗੇ ਪਿਲਾਉਣ। ਉਹ ਫਿਰ ਉਹ ਬਦਲ ਗਿਆ ਨਾ, ਕਹਿੰਦਾ ਮੈਂ ਉਸ ਦਿਨ ਆਇਆ। ਕਹਿੰਦਾ ਮੈਂ दूसरी बार पूछ रहा हूँ भी अमृतसर कब आए थे? अच्छा। ਉਹ ਕਹਿੰਦਾ ਜਿੱਦਣ ਮਿੱਠਾ ਪਾਣੀ ਪਿਲਾਉਣ ਲੱਗੇ ਉਹ ਆਪਣੀ ਗੱਲ ਤੇ ਕਾਇਮ ਰਿਹਾ। ਉਹ ਜਦੋਂ ਉਹਨੇ ਤੀਜੀ ਵਾਰ ਪੁੱਛਿਆ, ਕਹਿੰਦਾ ਮੈਂ ਤੀਸਰੀ ਵਾਰ पूछ रहा हूँ भी आप अमृतसर कब आए थे? फिर ਉਹਨੇ ਦੱਸਿਆ ਵੀ ਜਦ ਮਿੱਠਾ ਪਾਣੀ ਪਿਲਾਉਣ ਲੱਗੇ ਹੈ
ਮੈਂ ਤਾਂ ਉਸੇ ਦਿਨ ਆਇਆ। ਫਿਰ ਜੀ ਉਹਦੇ ਕੋਲ ਸੀ ਕੁੱਤੇ ਵਾਲੀ ਸੰਗਲੀ, ਅੱਛਾ, ਕੁੱਤੇ ਵਾਲੀ ਸੰਗਲੀ ਨਾਲ ਉਹਨੂੰ ਕੁੱਟ ਪਈ ਗਈ। ਫੌਜੀ ਕੋਲ ਸੀ, ਹਾਂਜੀ। ਫੌਜੀ ਅਫਸਰ ਕੋਲ। ਤੇ ਮੇਰਾ ਵੀ ਸੀ ਕੇਸ। ਮੇਰਾ ਇਹ ਸੀ ਵੀ ਤੇਰਾ ਜਿਹੜਾ ਤੂੰ ਪਿੰਡ ਲਿਖਾਇਆ ਹੈ, ਇਸ ਪਿੰਡ ਨਾਂ ਦਾ ਕੋਈ ਪਿੰਡ ਹੈ ਹੀ ਨਹੀਂ ਲੁਧਿਆਣੇ ਜ਼ਿਲ੍ਹੇ 'ਚ। ਅੱਛਾ, ਕਿਹੜਾ ਪਿੰਡ ਲਿਖਾਇਆ ਸੀ? ਨਾ, ਮੈਂ ਤਾਂ ਘੁੰਗਰਾਲੀ ਸਿੱਖਾਂ ਲਿਖਾਇਆ ਸੀ, ਉਹਨੇ ਕੁਝ ਹੋਰ ਲਿਖ ਲਿਆ ਸੀ। ਅੱਛਾ, ਹਾਂਜੀ, ਠੀਕ ਹੈ। ਤੇ ਉਹਨੇ ਲਿਖਿਆ ਜਿਹੜਾ ਉਹਨਾਂ ਨੂੰ ਨਹੀਂ ਲੱਭਾ, ਤੇ ਸਾਨੂੰ ਫਿਰ ਦੋਨਾਂ ਨੂੰ ਅੰਦਰ ਬੰਦ ਕਰਤਾ ਇੱਕ ਕਮਰੇ 'ਚ। ਅੱਛਾ, ਜਦੋਂ ਕਿੱਥੇ? ਹਾਂਜੀ, ਉੱਥੇ ਹੀ ਫੌਜ 'ਚ। ਠੀਕ ਹੈ, ਠੀਕ ਹੈ। ਉਹ ਜਦੋਂ ਉੱਥੇ ਬੰਦ ਕੀਤਾ, ਫਿਰ ਉਹਨੂੰ ਮੈਂ ਪੁੱਛਿਆ, ਹੁਣ ਨਾ ਤਾਂ ਮੈਨੂੰ ਥੋੜਾ ਪਤਾ ਸੀ ਵੀ ਇਹ ਅੰਦਰ ਦਾ ਬੰਦਾ ਹੈ। ਮੈਂ ਉਹਨੂੰ ਪੁੱਛਿਆ ਵੀ ਇਹ ਗੱਲ ਹੋਈ ਹੈ ਜਿਹੜੀ ਵੀ ਉਹ ਫੌਜੀ ਕਹਿੰਦਾ ਗੱਲ ਤਾਂ ਹੋਈ ਹੈ। ਹਾਂ, ਜੇ ਹੁਣ ਯੈਸ ਕਹੀਏ, ਫੇਰ ਪੁੱਛੂਗਾ ਵੀ ਤੂੰ ਕਿੱਥੋਂ ਆਇਆ, ਕਦੋਂ ਆਇਆ, ਕਿਹਦੇ ਨਾਲ ਆਇਆ, ਕਿਹਦੇ ਕੋਲ ਗਿਆ। ਕਈ ਗੱਲਾਂ ਨਿਕਲੀਆਂ, ਕਹਿੰਦਾ ਬਿਹਤਰ ਇਹੀ ਹੈ, ਮੈਂ ਤਾਂ ਉਦੋਂ ਹੀ ਆਇਆ ਬਸ। ਅੱਛਾ, ਠੀਕ ਹੈ। ਕਈ ਗੱਲਾਂ ਇਹੋ ਜਿਹੀਆਂ ਹੈਗੀਆਂ ਸੀਗੀਆਂ ਜੀ ਜਿਹੜੀਆਂ ਮਤਲਬ ਇੱਦਾਂ ਵਾਪਰਦੀਆਂ ਰਹੀਆਂ ਜੀ ਜੀ। ਸੋ ਭਾਈ ਸਾਹਿਬ, ਅਸੀਂ ਬਰੀਫ ਦੇ ਵਿੱਚ ਜੇ ਤੁਸੀਂ ਦੱਸਣਾ ਚਾਹੋ, 5 ਸਾਲ ਦਾ ਜਿਹੜਾ ਉਹ ਸਮਾਂ ਹੈ, ਉਹ ਜ਼ਾਹਿਰ ਤੌਰ ਤੇ ਔਖਾ ਹੀ ਰਿਹਾ ਹੋਊਗਾ। ਤੇ ਫਿਰ ਤੁਹਾਡੇ ਲਈ ਕਿਸੇ ਨੇ, ਕਮੇਟੀ ਨੇ, ਜਾਂ ਫਿਰ ਜਿਹੜੇ ਪੰਥਕ ਲੀਡਰ ਹੈਗੇ ਨੇ, ਉਹਨਾਂ ਨੇ ਕੋਈ ਚਾਰਾਜੋਈ ਕੀਤੀ? ਨਹੀਂ ਬੀਬੀ ਜੀ, ਇੱਦਾਂ ਹੈ ਵੀ ਦੇਖੋ, ਪ੍ਰਧਾਨ ਸਾਹਿਬ ਖੁਦ ਆਪ ਅੰਦਰ ਸਨ, ਜਥੇਦਾਰ ਟੌੜਾ ਨੇ ਜੀ। ਤੇ ਸ਼੍ਰੋਮਣੀ ਕਮੇਟੀ ਨੇ ਤੇ ਉਹਨਾਂ ਦਿਨਾਂ 'ਚ ਬੱਸ ਵੀ ਲਾਈ ਸੀ ਜਿਹੜੀ 15 ਦਿਨਾਂ ਬਾਅਦ ਜਾਂਦੀ ਸੀ। ਅੱਛਾ, ਮੁਲਾਕਾਤ ਕਰਾਉਣ। ਹਾਂਜੀ, ਜਿਵੇਂ ਸਾਡੇ ਜਿਹੜੇ ਵਾਰਸ ਹੁੰਦੇ ਸਨ, ਉਹਨਾਂ ਨੂੰ ਘਰਾਂ 'ਚ ਚਿੱਠੀਆਂ ਭੇਜਦੇ ਸਨ ਵੀ ਤੁਹਾਡੀ ਜਿਹੜੀ ਮੁਲਾਕਾਤ ਦਾ ਸਮਾਂ ਹੈ, ਇਸ ਤਰੀਕ ਨੂੰ ਹੈ, ਤੁਸੀਂ ਐਸ ਆ ਜਾਓ। ਠੀਕ ਹੈ। ਸ਼੍ਰੋਮਣੀ ਕਮੇਟੀ ਨੇ ਸਾਨੂੰ ਰਾਸ਼ਨ ਵੀ ਦਿੱਤਾ। ਹਾਂਜੀ, ਇੱਕ ਆਪਣੇ ਉੱਥੇ ਸਨ ਕੋਈ ਬੰਦੇ, ਜੋਗਿੰਦਰ ਸਿੰਘ ਬੂਟ ਹਾਊਸ ਜੀ, ਉਹਨਾਂ ਨੇ ਵੀ ਸਾਡੇ ਨਾਲ ਕਾਫੀ ਇੱਦਾਂ ਹਮਦਰਦੀ ਕੀਤੀ ਹੈ ਜੀ। SGPC ਨੇ ਸਾਨੂੰ ਸਮਾਨ ਸਮੂਨ ਦਿੱਤਾ ਹੈ ਸਾਰਾ, ਇਹੋ ਜਿਹੀ ਕੋਈ ਗੱਲ ਨਹੀਂ। ਹਾਂਜੀ ਜੀ। ਸੋ ਭਾਈ ਸਾਹਿਬ, ਆਖਰੀ ਸਵਾਲ ਜੇ ਮੈਂ ਪੁੱਛਾਂ ਕਿ ਉਹ ਜਿਹੜਾ ਸਾਰਾ ਵਾਕਿਆ ਹੋਇਆ ਹੈ, ਉਹਨੇ ਤੁਹਾਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਹੈ? ਨਿੱਜੀ ਜ਼ਿੰਦਗੀ ਤੁਹਾਡੀ, ਜਾਂ ਫਿਰ ਜਿਹੜੀ ਆਪਾਂ ਕਹਿ ਲਈਏ ਕਿ ਸਮਾਜਿਕ ਜ਼ਿੰਦਗੀ, ਆਰਥਿਕ ਜ਼ਿੰਦਗੀ, ਕਿੰਨੀ ਕੁ ਪ੍ਰਭਾਵਿਤ ਹੋਈ ਹੈ? ਨਹੀਂ, ਆਰਥਿਕ ਜ਼ਿੰਦਗੀ ਤਾਂ ਇੱਦਾਂ ਹੈ ਬੀਬੀ ਜੀ ਵੀ ਜਿਹੜੇ ਮੁੰਡੇ ਪੜ੍ਹਦੇ ਸਨ, ਹਲੇ ਪੜ੍ਹਨਾ ਸੀ ਜਿਨ੍ਹਾਂ ਨੇ ਜੀ, ਉਹ ਆਪਣੇ ਉਹ ਪੜ੍ਹਾਈ ਤੋਂ ਵਾਂਝੇ ਰਹਿ ਗਏ ਤੇ ਨੌਕਰੀ ਤੋਂ ਵੀ ਵਾਂਝੇ ਰਹਿ ਗਏ। ਤੇ ਉਹ ਹੁਣ ਵਿਚਾਰੇ ਉੱਦਾਂ ਆ। ਤੁਹਾਨੂੰ ਕੋਈ ਹੀ ਜੋਧਪੁਰੀ ਐਸਾ ਜਿਹੜਾ ਸੈੱਟ ਹੋਇਆ ਮਿਲੇਗਾ। ਅੱਛਾ, ਬਾਕੀ ਨਹੀਂ, ਬਾਕੀ ਇੱਦਾਂ ਹੀ ਆਮ ਹੀ ਮਿਲਣਗੇ ਤੁਹਾਨੂੰ। ਕਿੰਨੇ ਜਣਿਆਂ ਨੇ ਜੋਧਪੁਰ 'ਚ ਜੇਲ੍ਹ ਕੱਟੀ 5 ਸਾਲ? ਅਸੀਂ ਹੈਗੇ ਸੀ ਜੀ 365 ਕਿਸਾਨ, ਠੀਕ ਹੈ, ਜਿਹਦੇ ਵਿੱਚ 2 ਬੀਬੀਆਂ ਸਨ। ਠੀਕ ਹੈ। ਤੇ ਆਪਣਾ ਬੀਬੀ ਪ੍ਰੀਤਮ ਕੌਰ ਹੋਣਾ? ਹਾਂ, ਬੀਬੀ ਪ੍ਰੀਤਮ ਕੌਰ ਤੇ ਇੱਕ ਬੀਬੀ ਇੰਦਰਜੀਤ ਕੌਰ। ਜੀ ਜੀ। ਸੋ 5 ਸਾਲ ਬਾਅਦ ਸਾਰਿਆਂ ਦੀ ਇਕੱਠਿਆਂ ਦੀ ਰਿਹਾਈ ਹੁੰਦੀ ਹੈ ਫਿਰ? ਨਹੀਂ ਜੀ, ਨਾ, ਵੱਖਰੀ ਹੋਈ ਹੈ ਸਾਰਿਆਂ ਦੀ। ਹਾਂਜੀ, ਮੈਂ ਦੂਸਰੇ ਨੰਬਰ ਤੇ ਸੀ। ਮਤਲਬ ਇਦਾਂ ਸੀ ਵੀ ਸਾਨੂੰ ਤਾਂ ਪਤਾ ਵੀ ਨਹੀਂ ਸੀ ਵੀ ਅਸੀਂ ਜਾਣਾ ਹੈ ਜਾਂ ਨਹੀਂ ਜਾਣਾ। ਕਈਆਂ ਦਾ, ਹੁਣ ਮੈਂ ਹਸਪੀਟਲ ਜ਼ਿਆਦਾ ਰਹਿੰਦਾ ਰਿਹਾ ਜੀ, ਵੈਸੇ ਹੀ ਚਲੇ ਜਾਣਾ ਹਸਪੀਟਲ ਡਾਕਟਰ ਨੂੰ ਕਹਿ ਕੇ। ਜੀ ਜੀ। ਤੇ ਉਹ ਡਾਕਟਰ ਆਇਆ, ਕਹਿੰਦਾ ਅਰੇ ਹਰਦੀਪ ਸਿੰਘ ਅਮਰ ਸਿੰਘ, ਹਾਂਜੀ ਵਾਪਸ ਚਲੋ ਪੰਜਾਬ 'ਚ। अच्छा, पंजाब से वापस चलो। की गल हो गई? कहना मैंने आपका नाम अच्छी तरह देखा है। अच्छा, हाँ जी। उदों फिर चलो साडी रिहाई हो गई। रात नूं छड्डिया, रात नूं लै गए ਜਿਹੜਾ ਉੱਥੇ ਸਿੰਘ ਸਭਾ ਗੁਰਦੁਆਰਾ ਸੀ ਜੀ, ਦਿੱਲੀ 'ਚ? ਨਾ ਉੱਥੇ ਹੀ ਜੋਧਪੁਰ, ਸੌਰੀ, ਜੋਧਪੁਰ। ਉਹਦੇ ਆਲੇ ਦੁਆਲੇ ਉਹ ਲਾਤੀ ਫੌਜ, CR ਜਿਹੜੀ ਉਧਰਲੀ ਪੁਲਿਸ ਸੀ, ਠੀਕ ਹੈ, ਰਾਜਸਥਾਨ ਪੁਲਿਸ, ਉਹ ਲਾਤੀ ਵੀ ਸਾਨੂੰ ਬਾਹਰ ਨਹੀਂ ਨਿਕਲ ਦੇਣਾ, ਰਹਿਣਾ ਗੁਰਦੁਆਰੇ ਦੇ ਅੰਦਰ ਹੈ ਜੀ। ਉੱਥੇ ਸੰਗਤ ਵੀ ਫਿਰ ਆ ਗਈ ਹੋਣੀ? ਹਾਂਜੀ, ਸੰਗਤ ਵੀ ਆ ਗਈ ਸੀ, ਲੋਕ ਵੀ ਆ ਗਏ ਸੀਗੇ। ਤੇ ਕੋਈ ਇਹੋ ਜਿਹਾ ਵਾਕਿਆ ਹੈ ਭਾਈ ਸਾਹਿਬ ਜੇਲ੍ਹ ਦਾ ਜਿਹੜਾ ਤੁਹਾਨੂੰ ਜ਼ਿੰਦਗੀ ਭਰ ਨਹੀਂ ਭੁੱਲਣਾ ਹੈਗਾ, ਜਿਹਨੇ ਤੁਹਾਨੂੰ ਬਹੁਤ ਪੀੜਾ ਦਿੱਤੀ? ਜੇਲ੍ਹ ਦੇ ਵਿੱਚ ਜ਼ਿੰਦਗੀ ਜਿਹੜੀ ਕਿਵੇਂ ਦੀ ਰਹੀ ਤੁਹਾਡੀ? ਦੇਖੋ, ਜਿਹੜਾ ਜੇਲ੍ਹ ਦਾ ਸਮਾਂ ਉਹ ਤਾਂ ਆਮ ਕਹਿੰਦੇ ਆ ਵੀ ਰੱਬ ਕਰਕੇ ਕੋਈ ਕਿਸੇ ਨੂੰ ਜੇਲ੍ਹ ਲੈ ਕੇ ਨਾ ਜਾਵੇ, ਕੋਈ ਕਿਸੇ ਦਾ ਇਦਾਂ ਹੋਵੇ ਨਾ। ਜੇਲ੍ਹ ਦਾ ਤਾਂ ਸਾਰਾ ਸਮਾਂ ਹੀ ਨਾ ਭੁੱਲਣ ਵਾਲਾ ਜੀ। ਹਾਂਜੀ ਜੀ ਜੀ। ਸੋ ਭਾਈ ਸਾਹਿਬ, ਕੀ ਤੁਸੀਂ ਅਖੀਰ ਤੇ ਕਹਿਣਾ ਚਾਹੁੰਦੇ ਹੋ ਇਸ ਫੌਜੀ, ਆਪਾਂ ਕਹਿ ਲਈਏ ਕਿ ਫੌਜੀ ਸਾਕਾ ਜਿਹੜਾ ਹੋਇਆ ਸੀਗਾ, ਫੌਜੀ ਹਮਲਾ ਹੋਇਆ ਸੀ ਸਾਡੇ ਨਾਲ, ਘੱਲੂਘਾਰਾ ਵਾਪਰਿਆ ਸੀਗਾ, ਤੇ ਉਹਦੇ ਤੋਂ ਕੀ ਸਿੱਖਿਆ ਕੀ ਲੈਣੀ ਹੈ ਪੰਥ ਨੇ? ਦੇਖੋ ਬੀਬੀ ਜੀ, ਤੁਸੀਂ ਵੀ ਵੇਖਿਆ ਹੋਵੇਗਾ ਵੀ ਜਦੋਂ ਪਹਿਲੋਂ ਫੌਜੀ ਗੱਡੀਆਂ 'ਚ ਲੰਘਦੇ ਸਨ, ਆਪਾਂ ਛੋਟੇ ਹੁੰਦੇ ਉਹਨਾਂ ਨੂੰ ਸਲੂਟ ਮਾਰਦੇ ਸਨ। ਬਿਲਕੁਲ। ਪਰ ਜਦ ਤੋਂ ਬਾਅਦ ਸਾਡਾ ਦਿਲ ਨਹੀਂ ਕੀਤਾ ਜੀ ਵੀ ਆਹ ਗੱਲ ਵੀ ਇਹਨਾਂ ਨੂੰ ਕਰਦੀ, ਕਿਉਂਕਿ ਜਦੋਂ ਜਿਹੜਾ ਇਹ ਇੱਕ ਹਰਮੰਦਰ ਸਾਹਿਬ ਹੀ ਨਹੀਂ ਹੋਇਆ ਜੀ, ਇਹ
ਪੂਰੇ ਪੰਜਾਬ 'ਚ ਹੋਇਆ ਜੀ। ਜਦੋਂ ਉਹ ਪਟਿਆਲਾ ਯੂਨੀਵਰਸਿਟੀ ਦੇ ਕੋਲੋਂ ਲੰਘ ਰਹੇ ਸਨ ਜੀ, ਹੁਣ ਮੈਨੂੰ ਕੁਛ ਨਾਂ ਵਿਸਰ ਗਿਆ ਉਹਨਾਂ ਦਾ, ਉੱਥੇ ਰਾਈਟਰ ਨੇ ਜੀ ਉਹ, ਜੀ ਉਹਨਾਂ ਨੇ ਕਿਤਾਬ ਵੀ ਲਿਖੀ ਹੈ ਦੂਰੋਂ ਦੇਖਿਆ ਸੰਤ ਪਿੰਡ ਰਮਲਾ। ਠੀਕ ਹੈ, ਹਾਂਜੀ 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 ਹਾਂਜੀ। ਉਹ ਉਹਨਾਂ ਨੇ ਉੱਥੇ ਮਿੱਠੇ ਪਾਣੀ ਦੀ ਛਬੀਲ ਲਾਈ ਸੀ। ਹੁਣ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਸਾਤੋਂ ਪਾਣੀ ਪੀ ਕੇ ਸਾਨੂੰ ਹੀ ਮਾਰਨਗੇ। ਉਹਨਾਂ ਨੇ ਮਤਲਬ ਮਿੱਠੇ ਪਾਣੀ ਦੀ ਛਬੀਲ ਤਾਂ ਇਸ ਕਰਕੇ ਲਾਈ ਸੀ ਨਾ ਵੀ ਪਿਆਸਿਆਂ ਨੂੰ ਬੁਲਾਉਣਾ। ਬਿਲਕੁਲ। ਉਹਦੇ ਫੌਜੀ ਵੀ ਪੀ ਕੇ ਖਲੋ ਕੇ, ਉਹੀ ਫੌਜੀਆਂ ਨੇ ਜਾ ਕੇ ਗੁਰਦੁਆਰੇ ਘੇਰਾ ਪਾ ਲਿਆ ਉੱਥੇ ਦੂਖ ਨਿਵਾਰਨ ਜੀ। ਤੇ ਉਹ ਹੁਣ ਮੈਨੂੰ ਰਾਈਟਰ ਦਾ ਨਾਂ ਨਹੀਂ ਪਤਾ ਉਹਦਾ ਜੀ। ਉਹਦਾ ਨਾਂ ਜੀ। ਜੀ ਜੀ ਤੇ ਉਹ ਵੀ ਫੜੀ ਰੱਖਿਆ, ਕਾਫੀ ਦੇਰ ਫੜ ਕੇ ਰੱਖਿਆ ਜੀ। ਠੀਕ ਹੈ ਭਾਈ ਸਾਹਿਬ। ਸੋ ਉਸ ਤੋਂ ਬਾਅਦ ਆ ਕੇ ਫਿਰ ਤੁਸੀਂ ਲਾਇਬ੍ਰੇਰੀ ਦੀ ਹੈ ਜਿਹੜੀ ਉਹ ਨੌਕਰੀ ਕੀਤੀ ਹੈ। ਹਾਂ ਠੀਕ ਹੈ। ਤੇ ਹੁਣ ਤੁਸੀਂ ਰਿਟਾਇਰਮੈਂਟ ਤੇ ਹੋ, ਅੱਜ ਕੱਲ ਕੀ ਕਰ ਰਹੇ ਹੋ? ਹੁਣ ਮੈਂ ਆਪਣਾ ਪ੍ਰਾਈਵੇਟ ਕੰਮ ਹੈ ਜੀ ਉਹ ਕਰਦਾ। ਠੀਕ ਹੈ। ਤੇ ਐਸਜੀਪੀਸੀ ਦੇ ਵੱਲੋਂ ਕੋਈ ਮਦਦ ਵਿੱਤੀ ਦਿੱਤੀ ਗਈ ਹੈ ਜੋਧਪੁਰ ਜੇਲ੍ਹ 'ਚ ਰਹਿਣ ਵਾਲੇ ਸਿੰਘਾਂ ਨੂੰ? ਨਹੀਂ, ਜੋਧਪੁਰ 'ਚ ਰਹਿਣ ਵਾਲੇ ਸਿੰਘਾਂ ਦਾ ਜਿਹੜਾ ਕੇਸ ਚੱਲ ਰਿਹਾ ਨਾ ਸਰਕਾਰ ਖਿਲਾਫ, ਉਹਦੀਆਂ ਫੀਸਾਂ ਜ਼ਰੂਰ ਦਿੰਦੇ ਆ। ਠੀਕ ਹੈ, ਹਾਂਜੀ ਠੀਕ ਹੈ। ਮਤਲਬ ਤੁਹਾਡਾ ਖਰਚਾ ਵਗੈਰਾ? ਹਾਂ ਸਾਰਿਆਂ ਦਾ ਖਰਚਾ ਦਿੱਤਾ ਉਹਨਾਂ ਨੇ, ਦਿੱਤਾ ਵੀ ਆ, ਦੇ ਵੀ ਰਹੇ ਨੇ ਅੱਗੇ ਨੂੰ ਵੀ। ਠੀਕ ਹੈ। ਪਰ ਉਦਾਂ ਨਹੀਂ ਤੁਹਾਨੂੰ ਜਿਵੇਂ ਹੁੰਦਾ ਕਿ ਇੱਕ ਅਸੀਂ ਰਿਗਾਰਡ ਦੇ ਤੌਰ ਤੇ ਇਹ ਮਦਦ ਦਿੰਨੇ ਆ ਜਾਂ ਫਿਰ ਕੋਈ ਐਸਜੀਪੀਸੀ ਦੇ ਵਿੱਚ ਨੌਕਰੀ ਦਿੰਨੇ ਆ ਇਸ ਤਰੀਕੇ? ਨਹੀਂ, ਨੌਕਰੀ ਤਾਂ ਮੈਂ ਤਾਂ ਪਹਿਲਾਂ ਹੀ ਕਰਦਾ ਸਾਂ ਜੀ। ਮੈਂ ਤਾਂ ਆ ਗਿਆ ਸਾਂ ਨੌਕਰੀ ਕਰਕੇ ਜੀ। ਜੀ ਜੀ। ਤੇ ਉਹ ਉਦਾਂ 50,000 ਰੁਪਇਆ ਜ਼ਰੂਰ ਦਿੱਤਾ ਇੱਕ ਵਾਰ ਉਹਨਾਂ ਨੇ। ਠੀਕ ਹੈ। ਹਾਂਜੀ। ਤੇ ਚਲੋ ਅੱਜ ਕੱਲ ਤੁਸੀਂ ਕੀ ਕਰ ਰਹੇ ਹੋ? ਅੱਜ ਕੱਲ ਮੈਂ ਇੱਥੇ ਸ਼ਹਿਰ 'ਚ ਇੱਕ ਗੁਰਦੁਆਰਾ ਉੱਥੇ ਕੰਮ ਕਰਦਾ ਜੀ। ਸੋ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੂਨ 84 ਤੀਸਰਾ ਘੱਲੂਘਾਰਾ ਜਿਸ ਨੂੰ ਕਿਹਾ ਜਾਂਦਾ ਹੈ ਪੰਥ ਦੇ ਵੱਲੋਂ ਭਾਈ ਹਰਦੀਪ ਸਿੰਘ ਹੋਣਾ ਨੇ ਸਾਰੀ ਜਿਹੜੀ ਅੱਖੀਂ ਦੇਖੀ ਗੱਲਬਾਤ ਹੈ ਉਹ ਸਾਨੂੰ ਦੱਸੀ ਹੈ ਕਿ ਕੁਝ ਹੋਇਆ ਸੀ, ਕਿੰਨੀਆਂ ਕਿਤਾਬਾਂ ਸਨ, ਕਿੰਨੀਆਂ ਵਾਪਸ ਆਈਆਂ, ਉਹਨਾਂ ਦਾ ਕੀ ਬਣਿਆ। ਤੇ ਅਖੀਰ ਤੇ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਬਹੁਤ ਹੀ ਚਿੰਤਾਜਨਕ ਹੈ ਕਿ ਜੋ ਸਾਡਾ ਖਜ਼ਾਨਾ ਹਾਲੇ ਵੀ ਸਰਕਾਰ ਦੇ ਕੋਲ ਪਿਆ ਹੈ ਉਹ ਵਾਪਸ ਨਹੀਂ ਮਿਲਣਾ। ਕਿਉਂ ਨਹੀਂ ਮਿਲਣਾ ਉਹ ਵੀ ਇਹਨਾਂ ਨੇ ਦੱਸਿਆ ਹੈ। ਸੋ ਹਰ ਸਾਲ ਜਦੋਂ ਵੀ ਬਰਸੀ ਆਉਂਦੀ ਹੈ, ਹਰ ਸਾਲ ਮੀਡੀਆ ਦੇ ਵੱਲੋਂ ਵੀ ਬੜੇ ਪ੍ਰੋਗਰਾਮ ਨੇ ਜਿਹੜੇ ਕੀਤੇ ਜਾਂਦੇ ਨੇ, ਕਈ ਗੱਲਾਂ ਨਵੀਆਂ ਵੀ ਨਿਕਲਦੀਆਂ ਨੇ, ਪਰ ਅਖੀਰ ਦੇ ਵਿੱਚ ਇਹੀ ਹੈ ਕਿ ਇਹ ਜਿਹੜਾ ਜ਼ਖਮ ਹੈ ਉਸ ਨੂੰ ਸਿੱਖ ਕਦੇ ਵੀ ਨਹੀਂ ਭੁੱਲਦੇ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਖਾਸ ਰਿਪੋਰਟ।